ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ। ਜੁਗੋ ਜੁਗ ਅਟਲ ਸਤਿਗੁਰੂ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਰੂਪੀ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਸ਼ਾਮ ਦੇ ਵਕਤ ਤੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਿਤਨੇਮ, ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ, ਸ਼ਬਦ ਵਿਚਾਰ ਆਪ ਜੀ ਸਰਵਣ ਕਰ ਰਹੇ ਸੀ। ਇਸੇ ਹੀ ਲੜੀ ਦੇ ਵਿੱਚ ਕੁਝ ਕੁ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ ਆਪ ਜੀਆਂ ਨਾਲ ਗੁਰਮਤਿ ਵਿਚਾਰਾਂ, ਗੁਰਬਾਣੀ ਸਿਧਾਂਤ ਦੀਆਂ ਵਿਚਾਰਾਂ ਦੀ ਸਾਂਝ ਪਾ ਸਕਾਂ। ਸਤਿਗੁਰੂ ਜੀ ਬਖਸ਼ਿਸ਼ ਕਰਨ। ਆਓ ਸਭ ਤੋਂ ਪਹਿਲਾਂ ਅਰਦਾਸ ਕਰੀਏ। ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਸਮੇਂ ਦੀ ਸਾਂਝ ਸਤਿਗੁਰੂ ਜੀ ਸਾਡੇ ਸਭਨਾਂ ਦੀ ਆਪਣੇ ਨਾਲ ਪਵਾ ਲੈਣ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਹਾਂ। ਹੁਣੇ ਹੁਣੇ ਆਪ ਜੀ ਨੇ ਸਤਿਕਾਰਯੋਗ ਭੈਣ ਜੀ ਹੋਰਾਂ ਪਾਸੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਸ਼ਬਦ ਸਰਵਣ ਕੀਤੇ। ਸ਼ਬਦ ਦੇ ਵਿੱਚ ਇੱਕ ਬੜਾ ਖੂਬਸੂਰਤ ਪ੍ਰਕਰਨ ਚੱਲ ਰਿਹਾ ਸੀ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ। ਅਰਥ ਬੜੇ ਸਪਸ਼ਟ ਭੈਣ ਜੀ ਹੋਰਾਂ ਦੱਸੇ। ਬਿਲੋਵਨਾ ਦਾ ਅਰਥ ਹੁੰਦਾ ਹੈ ਰਿੜਕਣਾ। ਇਹ ਗੱਲ ਆਪਾਂ ਸਾਰੇ ਜਾਣਦੇ ਹਾਂ। ਦੁੱਧ ਨੂੰ ਰਿੜਕਿਆ ਜਾਂਦਾ ਹੈ। ਰਿੜਕੀ ਦਾ ਇਸ ਕਰਕੇ ਕਿ ਜਿਹੜਾ ਤੱਤ ਹੈ ਉਹ ਸਾਨੂੰ ਪ੍ਰਾਪਤ ਹੋ ਜਾਏ, ਸਾਨੂੰ ਹਾਸਲ ਹੋ ਜਾਵੇ। ਸਤ ਸੰਗਤ ਦਾ ਅਰਥ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਬੜਾ ਖੂਬਸੂਰਤ ਸਾਨੂੰ ਸਮਝਾਇਆ ਹੈ। ਤਿਤ ਜਾਏ ਬਹੁ ਸਤ ਸੰਗਤੀ ਜਿੱਥੈ ਹਰ ਕਾ ਹਰ ਨਾਮ ਬਿਲੋਈਏ। ਉਸ ਸਤ ਸੰਗਤ ਵਿੱਚ ਜੁੜ ਬੈਠੋ ਜਿੱਥੇ ਪ੍ਰਮਾਤਮਾ ਦੇ ਰੱਬੀ ਨਾਮ ਨੂੰ ਰਿੜਕਿਆ ਜਾਂਦਾ ਹੈ।
ਭਾਵ ਜਿੱਥੋਂ ਤੱਤ ਜਿਹੜਾ ਸਾਨੂੰ ਹਾਸਲ ਹੋਵੇ। ਹੁਣ ਸਵਾਲ ਖੜਾ ਹੋਵੇਗਾ ਵੀ ਰਿੜਕਣਾ ਕੀ, ਰਿੜਕਣ ਦਾ ਅਰਥ ਕੀ ਹੈ, ਤਰੀਕਾ ਕੀ ਹੈ। ਕਿ ਜਿਸ ਤਰੀਕੇ ਨਾਲ ਅਰਥ ਸਾਡੇ ਸਾਹਮਣੇ ਪੇਸ਼ ਕੀਤੇ ਗਏ ਉਹ ਰਿੜਕਣਾ ਹੈ, ਜਾਂ ਕੋਈ ਗੱਲ ਹੋਰ ਹੈ ਜਿਹੜੀ ਗੁਰੂ ਸਾਹਿਬ ਸਾਨੂੰ ਬਾਣੀ ਵਿੱਚ ਸਮਝਾਉਣਾ ਚਾਹੁੰਦੇ ਨੇ। ਮੈਂ ਅਕਸਰ ਇੱਕ ਗੱਲ ਹਰ ਥਾਂ ਤੇ ਹਰ ਦੀਵਾਨ ਵਿੱਚ ਸਾਂਝੀ ਕਰਿਆ ਕਰਦਾ, ਕੋਈ ਸਵਾਲ ਹੋਵੇ, ਕਿਸੇ ਵੀ ਤਰ੍ਹਾਂ ਦਾ ਸ਼ੰਕਾ ਹੋਵੇ, ਜਵਾਬ ਆਪਾਂ ਸਤਿਗੁਰੂ ਜੀ ਕੋਲੋਂ ਲੈਣਾ ਹੈ। ਗੁਰਸਿੱਖ ਦੀ ਨਿਸ਼ਾਨੀ ਇਹ ਹੈ, ਗੁਰਸਿੱਖ ਦੇ ਜੀਵਨ ਦੀ ਬੜੀ ਖੂਬਸੂਰਤੀ ਹੈ, ਗੁਰ ਪੁੱਛ ਕਾਰ ਕਮਾਈ। ਉਹ ਗੁਰੂ ਨੂੰ ਪੁੱਛ ਕੇ ਕੰਮ ਕਰਦਾ ਹੈ, ਗੁਰੂ ਨੂੰ ਪੁੱਛਦਾ ਹੈ ਪਹਿਲਾਂ। ਤੇ ਸਿੱਖੀਜ਼ਮ ਦੀ ਖੂਬਸੂਰਤੀ ਕੀ ਹੈ? ਦੁਨੀਆ ਵਿੱਚ ਬਹੁਤ ਸਾਰੇ ਤੁਹਾਨੂੰ ਗੁਰੂ, ਪੀਰ, ਪਕੰਬਰ, ਸਾਧੂ, ਸੰਤ ਬਹੁਤ ਸਾਰੇ ਮਿਲਦੇ ਨੇ। ਕਿਸੇ ਕੋਲ ਵੀ ਕੋਈ ਜਾਂਦਾ ਹੈ, ਉਹ ਅੱਗੋਂ ਆਸ਼ੀਰਵਾਦ ਦਿੰਦੇ ਨੇ। ਸਿੱਖੀਜ਼ਮ ਦੀ ਖੂਬਸੂਰਤੀ ਹੈ ਕਿ ਗੁਰੂ ਦੀ ਸ਼ਰਨ ਵਿੱਚ ਜਦੋਂ ਗੁਰਸਿੱਖ ਆਉਂਦਾ ਹੈ ਤੇ ਸਤਿਗੁਰੂ ਆਸ਼ੀਰਵਾਦ ਨਹੀਂ ਦਿੰਦੇ। ਪਹਿਲਾਂ ਬਰੀਕੀ ਨਾਲ ਨੁਕਤੇ ਨੂੰ ਸਮਝਣਾ, ਆਸ਼ੀਰਵਾਦ ਨਹੀਂ ਦਿੰਦੇ। ਸਤਿਗੁਰੂ ਉਪਦੇਸ਼ ਦਿੰਦੇ ਆ, ਸਿੱਖਿਆ ਦਿੰਦੇ, ਸਮਝਾਉਂਦੇ ਨੇ। ਇਸੇ ਲਈ ਜਦੋਂ ਵੀ ਕਦੇ ਅਰਦਾਸ ਹੁੰਦੀ ਹੈ, ਕਿਸੇ ਵੀ ਪਰਪਸ ਵਾਸਤੇ ਹੋਵੇ, ਹੁਣ ਵੀ ਸਮਾਪਤੀ ਤੇ ਅਰਦਾਸ ਹੋਣੀ ਹੈ, ਅਰਦਾਸ ਤੋਂ ਬਾਅਦ ਗੁਰੂ ਸਾਹਿਬ ਦਾ ਹੁਕਮ ਜ਼ਰੂਰ ਸੁਣਾਇਆ ਜਾਂਦਾ। ਗੁਰੂ ਤੇ ਸਿੱਖ ਦਾ ਰਿਸ਼ਤਾ ਵੀ ਇਹੀ ਹੈ, ਕੋਈ ਫਿਜ਼ੀਕਲ ਰਿਲੇਸ਼ਨ ਨਹੀਂ ਹੈ, ਕੋਈ ਹੋਰ ਕਿਸੇ ਤਰ੍ਹਾਂ ਦਾ ਰਿਸ਼ਤਾ ਨਹੀਂ ਹੈ। ਕੀ ਰਿਸ਼ਤਾ ਹੈ? ਗੁਰ ਬਾਣੀ ਕਹੈ। ਬਾਣੀ ਦਾ ਅਰਥ ਕੀ ਹੈ? ਬੋਲ, ਬਚਨ। ਗੁਰੂ ਬਚਨ ਕਹਿੰਦਾ ਹੈ, ਗੁਰੂ ਬਾਣੀ ਕਹਿੰਦਾ ਹੈ। ਗੁਰਬਾਣੀ ਇਕੱਠਾ ਨਹੀਂ ਬੋਲਣਾ ਆਪਾਂ ਜਦੋਂ ਵੀ ਕਿਤੇ ਪੜ੍ਹਨਾ ਹੈ, ਰਾਰੇ ਦੇ ਥੱਲੇ ਵੀ ਔਂਕੜ ਹੈ। ਗੁਰ ਬਾਣੀ ਕਹੈ, ਗੁਰੂ ਬਾਣੀ ਕਹਿੰਦਾ ਹੈ, ਸੇਵਕ ਜਨ ਮੰਨ ਹੈ। ਤੇ ਸੇਵਕ ਜਨ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ। ਇਹ ਗੁਰੂ ਤੇ ਸਿੱਖ ਦਾ ਰਿਸ਼ਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਆਪਣਾ ਸਾਰਾ ਕੁਛ, ਜੋ ਕੁਛ ਵੀ ਉਹਨਾਂ ਦੇ ਕੋਲ ਹੈ, ਉਹ ਜਦੋਂ ਦੇਣਾ ਸੀ ਤੇ ਉੱਥੇ ਕੀ ਚੀਜ਼ ਵਰਤੀ ਸੀ? ਬਚਨੀ ਤੇ ਵਰਤਿਆ ਸੀ। ਬੇਸ਼ੱਕ ਫਿਜ਼ੀਕਲ ਰਿਲੇਸ਼ਨ ਦੇ ਮੁਤਾਬਕ ਸ੍ਰੀ ਚੰਦ ਜਾਂ ਲਖਮੀ ਚੰਦ ਉਹਨਾਂ ਦੇ ਬੱਚੇ ਨੇ, ਬਚਨ ਨਹੀਂ ਮੰਨਿਆ। ਪੁੱਤਰੀ ਕੌਲ ਨਾ ਪਾਲਿਓ, ਨਹੀਂ ਬਚਨ ਮੰਨਿਆ, ਖਾਲੀ ਝੋਲੀ। ਬੇਸ਼ੱਕ ਕੋਈ ਕਿਸੇ ਤਰ੍ਹਾਂ ਦਾ ਫਿਜ਼ੀਕਲ ਰਿਲੇਸ਼ਨ ਨਹੀਂ ਹੈ ਭਾਈ ਲਹਿਣਾ ਜੀ ਨਾਲ, ਕੋਈ ਪਿਓ ਪੁੱਤਰ ਵਾਲਾ ਜੇ ਆਪਾਂ ਦੂਸਰੇ ਪਾਸੇ ਦੇਖੀਏ, ਖੂਨ ਦਾ ਰਿਸ਼ਤਾ ਨਹੀਂ ਹੈ। ਪਰ ਜੋ ਗੁਰੂ ਨੇ ਬਚਨ ਕਿਹਾ ਤੇ ਜਿਨਨੇ ਮੰਨ ਲਿਆ, ਗੁਰੂ ਨੇ ਆਪਣਾ ਸਾਰਾ ਕੁਝ ਉਹਦੇ ਜੀਵਨ ਦੀ ਝੋਲੀ ਵਿੱਚ ਪਾ ਦਿੱਤਾ। ਸਾਰਾ ਕੁਝ ਜੀਵਨ ਦੀ ਝੋਲੀ 'ਚ ਪਾ ਦਿੱਤਾ। ਇੱਥੋਂ ਤੱਕ ਕਿ ਗੁਰੂ ਨਾਨਕ ਅਖਵਾਏ, ਉਹਨਾਂ ਦੀ ਜਿੰਨੀ ਬਾਣੀ ਵੀ ਆਪਾਂ ਪੜ੍ਹਦੇ ਹਾਂ, ਗੁਰੂ ਅੰਗਦ ਸਾਹਿਬ ਜੀ ਦੀ, ਉਹਨਾਂ ਦੇ ਹਰ ਸ਼ਬਦ ਵਿੱਚ ਜਿੱਥੇ ਸਮਾਪਤੀ ਤੇ ਪਦ ਆਉਂਦਾ ਹੈ, ਨਾਨਕ ਪਦ ਹੀ ਵਰਤਿਆ ਗਿਆ। ਦਸਾਂ ਪਾਤਸ਼ਾਹੀਆਂ ਦਾ ਆਪਾਂ ਜ਼ਿਕਰ ਕਰਦੇ ਹਾਂ, ਚਾਹੇ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਹੜੀਆਂ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਨਾਨਕ ਪਦ ਹੀ ਸਭ ਥਾਵਾਂ ਤੇ ਵਰਤਿਆ। ਦਸਾਂ ਪਾਤਸ਼ਾਹੀਆਂ ਨੂੰ ਇਸੇ ਲਈ ਆਪਾਂ ਇੱਕੋ ਜੋਤ ਕਹਿੰਦੇ ਹਾਂ, ਗੁਰੂ ਜੋਤ ਕਹਿੰਦੇ ਹਾਂ। ਹੁਣ ਗੁਰੂ ਬਚਨ ਕਹਿ ਰਿਹਾ ਹੈ ਕਿ ਸਤ ਸੰਗਤ ਵਿੱਚ ਜੁੜ ਬੈਠੇ ਹੋ ਤੇ ਫਿਰ ਤੁਸੀਂ ਨਾਮ ਨੂੰ ਰਿੜਕੋ। ਇਸ ਚੀਜ਼ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਪ੍ਰਚਾਰਿਆ ਗਿਆ, ਪਰ ਪ੍ਰਚਾਰਿਆ ਕਿਸੇ ਹੋਰ ਤਰੀਕੇ ਨਾਲ ਗਿਆ। ਗੁਰੂ ਸਾਹਿਬ ਜੀ ਰਿੜਕਣ ਬਾਰੇ ਕੀ ਕਹਿ ਰਹੇ ਸੀ ਇਹ ਨਹੀਂ ਦੱਸਿਆ ਗਿਆ। ਜੋ ਸੋ ਕਾਲਡ ਮਿੱਥੇ ਹੋਏ ਵਿਅਕਤੀ ਸੀ, ਉਹਨਾਂ ਨੇ ਧਾਰਨਾ ਬਣਾ ਕੇ ਦਿੱਤੀਆਂ ਸੀ ਕਿ ਕੋਈ ਅੱਧਾ ਅੱਖਰ ਅੰਦਰ ਲੈ ਕੇ ਅੱਧਾ ਬਾਹਰ ਕੱਢਣਾ, ਜਾਂ ਵਾਰ-ਵਾਰ ਸਵਾਹ ਦੇ ਨਾਲ ਉਹਨੂੰ ਤੁਸੀਂ ਘਮਾਉਣਾ ਹੈ, ਉਸ ਪਾਸੇ ਨੂੰ ਲੈ ਗਏ।
ਭੈਣ ਜੀ ਹੋਰਾਂ ਜਦੋਂ ਸ਼ਬਦ ਗਾਇਨ ਕਰ ਰਹੇ ਸੀ, ਬੈਠੇ ਬੈਠੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਆ ਗਿਆ ਜਦੋਂ ਇਹਨਾਂ ਨੇ ਉਹ ਪੰਕਤੀ ਪੜ੍ਹੀ। ਬਚਨ ਆਇਆ, ਹਰ ਕਾ ਬਿਲੋਵਨਾ ਮਨ ਕਾ, ਕਰੋ ਰਸਨਾ ਸਾਂਝੀ, ਹੁਣੇ ਆਪਾਂ ਸਰਵਣ ਕੀਤਾ ਹੈ। ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਇਹਦਾ ਅਰਥ ਹੈ ਕਿ ਇੱਥੇ ਬਿਲੋਵਣ ਦਾ ਸੰਬੰਧ ਵਿਚਾਰ ਦੇ ਨਾਲ ਹੈ। ਇਹਦਾ ਭਾਵ ਇਹ ਹੈ ਕਿ ਜੋ ਗੁਰੂ ਸ਼ਬਦ ਕਹਿ ਰਿਹਾ ਉਹਨੂੰ ਮਨ ਦੇ ਵਿੱਚ ਵਿਚਾਰਨਾ ਕਿ ਸ਼ਬਦ ਦੇ ਵਿੱਚ ਗੁਰੂ ਕਹਿ ਕੀ ਰਿਹਾ ਹੈ, ਤੇ ਜੋ ਕੁਛ ਵਿਚਾਰਿਆ, ਜੋ ਕੁਛ ਗੁਰੂ ਕਹਿ ਰਿਹਾ ਹੈ, ਉਹ ਸਾਰਾ ਕੁਛ ਅਸੀਂ ਜੀਵਨ ਵਿੱਚ ਬਣਨਾ ਹੈ। ਆਓ ਗੁਰੂ ਜੀ ਨੂੰ ਪੁੱਛ ਲੈਂਦੇ ਹਾਂ। ਸਤਿਗੁਰੂ ਜੀ ਕਹਿੰਦੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਸਤ ਦਾ ਅਰਥ ਕੀ ਹੈ ਜੀ? ਸਦੀਵੀ ਹੋਂਦ ਵਾਲਾ। ਸਦੀਵੀ ਹੋਂਦ ਵਾਲਾ ਕੌਣ ਹੈ? ਪਰਮਾਤਮਾ। ਇਸੇ ਲਈ ਆਪਾਂ ਪੜ੍ਹਦੇ ਹਾਂ ਆਦਿ ਸੱਚ ਜੁਗਾਦ ਸੱਚ। ਪਰਮਾਤਮਾ ਸਦੀਵੀ ਹੋਂਦ ਵਾਲਾ ਹੈ। ਤੇ ਪਰਮਾਤਮਾ ਦਾ ਸਰੂਪ ਕੀ ਹੈ? ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਪਰਮਾਤਮਾ ਦਾ ਸਰੂਪ ਹੈ ਸ਼ਬਦ। ਬੜਾ ਖੂਬਸੂਰਤ ਨੁਕਤਾ ਜੀ। ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਹੈ, ਤੇ ਪੋਥੀ ਦੇ ਵਿੱਚ ਫਿਰ ਪਰਮੇਸ਼ਰ ਹੀ ਹੋਵੇਗਾ ਨਾ। ਤੇ ਜਦੋਂ ਵੀ ਪੋਥੀ ਦਾ ਪ੍ਰਕਾਸ਼ ਕਰਦੇ ਹੋ, ਹੁਣ ਵੀ ਜਦੋਂ ਅਰਦਾਸ ਤੋਂ ਬਾਅਦ ਹੁਕਮ ਲੈਣਾ ਹੈ, ਤੇ ਜਦੋਂ ਵੀ ਰੁਮਾਲੇ ਜਦੋਂ ਉੱਪਰ ਉਠਾਉਣੇ ਹੈ, ਤੇ ਪੋਥੀ ਦੇ ਵਿੱਚ ਕੀ ਹੈ? ਸ਼ਬਦ। ਇਹਦਾ ਅਰਥ ਹੈ ਕਿ ਸ਼ਬਦ ਪਰਮਾਤਮਾ ਦਾ ਸਰੂਪ ਹੈ। ਸਾਨੂੰ ਤੇ ਸ਼ਬਦ ਦੇ ਵਿਚਾਰ ਵਾਲੇ ਪਾਸੇ ਜਾਣ ਹੀ ਨਹੀਂ ਦਿੱਤਾ। ਪਹਿਲਾਂ ਤਾਂ ਕਹਿ ਦਿੱਤਾ ਨਾ 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 ਨਾ, ਜੇ ਕਿਤੇ ਇੱਕ ਮਾਤਰਾ ਵੱਧ ਘੱਟ ਪੜ੍ਹੀ ਗਈ ਨਾ, ਕਹਾਣੀਆਂ ਸੁਣਾਈਆਂ ਵੀ ਇੱਕ ਸਿੱਖ ਸੀ, ਉਹਨੇ ਕੈ ਦੀ ਥਾਂ ਤੇ ਕੇ ਪੜ੍ਹਿਆ, ਉਹਦੇ ਮੂੰਹ ਤੇ ਚਪੇੜਾਂ ਵੱਜੀਆਂ। ਡਰਾ ਦਿੱਤਾ, ਬਾਣੀ ਨਾ ਪੜ੍ਹਿਓ, ਜੇ ਕਿਤੇ ਇੱਕ ਵੀ ਮਿਸਟੇਕ ਹੋ ਗਈ ਨਾ, ਗੁਨਾਹਗਾਰ ਹੋ ਜਾਓਗੇ, ਪਾਪੀ ਹੋ ਜਾਓਗੇ। ਅੱਛਾ, ਮਨ 'ਚ ਵਹਿਮ ਬੈਠ ਗਿਆ। ਠੀਕ ਹੈ, ਤੁਸੀਂ ਨਹੀਂ ਪੜ੍ਹਨੀ, ਤੁਸੀਂ ਪੜ੍ਹਾ ਲਓ ਦੂਜੇ ਕੋਲੋਂ, ਮਹਾਤਮਾ ਓਨਾ ਹੀ ਮਿਲ ਜਾਏਗਾ। ਬਾਣੀ ਤੋਂ ਦੂਰ ਕੀਤਾ, ਸ਼ਬਦ ਤੋਂ ਦੂਰ ਕੀਤਾ। ਮੈਂ ਪਿਛਲੇ ਦਿਨ ਇੱਕ ਨੁਕਤਾ ਸਾਂਝਾ ਕੀਤਾ ਸੀ। ਸਿੱਖ ਦੀ ਮਾਂ ਗੁਰੂ ਹੈ। ਸਿੱਖ ਗੁਰੂ ਦੇ ਕੁੱਖੋਂ ਜਨਮ ਸਿੱਖ ਦਾ ਹੁੰਦਾ ਹੈ। ਆਓ ਗੁਰੂ ਜੀ ਨੂੰ ਪੁੱਛ ਲੈਂਦੇ ਆਪਾਂ। ਹਜ਼ੂਰ ਜੀ ਕਹਿੰਦੇ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਸਿੱਖ ਦਾ ਜਨਮ ਗੁਰੂ ਦੀ ਕੁੱਖੋਂ ਹੁੰਦਾ ਹੈ। ਸਿੱਖ ਦਾ ਜੀਵਨ ਗੁਰੂ ਦੀ ਗੋਦ ਵਿੱਚ ਪਲਦਾ ਹੈ। ਸਿੱਖ ਜਿਹੜਾ ਹੈ ਗੁਰੂ ਦੇ ਹੁਕਮ ਦੇ ਵਿੱਚ ਹੀ ਸੰਸਾਰ ਦੀ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ। ਤੇ ਗੁਰੂ ਕੀ ਹੈ? ਸ਼ਬਦ। ਇਸੇ ਲਈ ਜਦੋਂ ਖੰਡੇ ਬਾਟੇ ਦੀ ਪਾਹੁਲ ਛਕਾਈ ਜਾਂਦੀ, ਤੁਹਾਡੇ ਚੋਂ ਜਿਨ੍ਹਾਂ ਨੇ ਵੀ ਉਹ ਪਾਹੁਲ ਛਕੀ ਹੈ, ਜਿਹਨੂੰ ਆਪਾਂ ਕਹਿੰਦੇ ਅੰਮ੍ਰਿਤ ਛਕਣਾ, ਉਸ ਟਾਈਮ ਤੇ ਜਦੋਂ ਰਹਿਤ ਮਰਿਆਦਾ ਦ੍ਰਿੜ ਕਰਵਾਉਂਦੇ ਨੇ, ਤੇ ਉਹ ਕਹਿੰਦੇ ਨੇ, ਅੱਜ ਤੋਂ ਬਾਅਦ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ। ਇਹ ਸ਼ਬਦ ਸਾਨੂੰ ਦ੍ਰਿੜ ਕਰਵਾਏ ਜਾਂਦੇ ਨੇ। ਤੇ ਕਰਵਾਏ ਕਦੋਂ ਜਾਂਦੇ ਆ? ਜਦੋਂ ਉਹ ਪਾਹੁਲ ਛਕਾ ਦਿੱਤੀ ਜਾਂਦੀ ਹੈ। ਤੇ ਪਾਹੁਲ ਜਦੋਂ ਛਕਾਈ ਜਾਂਦੀ ਹੈ, ਸ਼ਬਦ ਹੀ ਤੇ ਉੱਥੇ ਪੜ੍ਹੇ ਜਾਂਦੇ ਆ, ਬਾਣੀ ਤੇ ਉੱਥੇ ਪੜ੍ਹੀ ਜਾਂਦੀ ਹੈ। ਇਹਦਾ ਅਰਥ ਹੈ ਕਿ ਸਾਡਾ ਜਨਮ ਸ਼ਬਦ ਦੇ ਵਿੱਚੋਂ ਹੈ। ਗੁਰੂ ਬਖਸ਼ਿਸ਼ ਕਰਿਆ ਨੁਕਤਾ ਸਾਡੀ ਪਕੜ 'ਚ ਆ ਜਾਏ। ਜੀਵਨ ਦਾ ਜਿਹੜਾ ਜਨਮ ਹੈ, ਸਰੀਰ, ਫਿਜ਼ੀਕਲ ਸਰੀਰ ਜਿਹੜਾ ਇਹਦਾ ਤੇ ਮਾਤਾ ਪਿਤਾ ਦੇ ਕੁੱਖੋਂ ਜਨਮ ਹੁੰਦਾ ਹੈ। ਤੇ ਮੈਂ ਪਿਛਲੇ ਦਿਨੀ ਇੱਕ ਨੁਕਤਾ ਸਾਂਝਾ ਕੀਤਾ ਸੀ, ਤੁਹਾਨੂੰ ਯਾਦ ਹੋਵੇਗਾ। ਮੈਂ ਕਿਹਾ ਸੀ, ਮਛਲੀ ਦੇ ਸਰੀਰ ਨੂੰ ਜਨਮ ਮਛਲੀ ਦਿੰਦੀ ਹੈ, ਪਰ ਉਹਦਾ ਜੀਵਨ ਜਿਹੜਾ ਹੈ, ਜੀਵਨ ਨੂੰ ਜਨਮ ਪਾਣੀ ਦਿੰਦਾ ਹੈ। ਤੇ ਜਿੰਨਾ ਚਿਰ ਉਹ ਪਾਣੀ ਦੇ ਵਿੱਚ ਰਹਿੰਦੀ ਹੈ, ਉਹ ਮਰਦੀ ਨਹੀਂ ਹੈ। ਤੁਸੀਂ ਤਲਵਾਰ ਦਾ ਵਾਰ ਮਾਰੋ, ਡਾਂਗ ਮਾਰੋ, ਪਾਣੀ ਉਹਨੂੰ ਬਚਾ ਜਾਂਦਾ ਹੈ। ਜਿੰਨਾ ਚਿਰ ਉਹ ਪਾਣੀ ਵਿੱਚ, ਉਹ ਨਹੀਂ ਮਰਦੀ। ਪਾਣੀ ਤੋਂ ਬਾਹਰ ਕੱਢ ਦਿਓ, ਤੜਫ ਤੜਫ ਕੇ ਆਪੇ ਮਰ ਜਾਏਗੀ। ਇਸੇ ਤਰ੍ਹਾਂ ਗੁਰਸਿੱਖ ਦਾ ਜੀਵਨ ਜਿੰਨਾ ਚਿਰ ਬਾਣੀ ਦੇ ਵਿੱਚ ਹੈ, ਬਾਣੀ ਦੇ ਨਾਲ ਜੁੜਿਆ ਹੈ, ਇਹਦਾ ਜੀਵਨ ਕਦੇ ਨਹੀਂ ਖਤਮ ਹੁੰਦਾ। ਹਾਂ, ਬਾਣੀ ਤੋਂ ਵੱਖਰਿਆਂ ਕਰ ਦਿਓ, ਤੜਫ ਤੜਫ ਕੇ ਆਪੇ ਖਤਮ ਹੋ ਜਾਏਗਾ। ਬਾਣੀ ਤੋਂ ਬਗੈਰ ਤੇ ਵੈਸੇ ਜੀਵਨ ਖਤਮ ਨੇ। ਇਸੇ ਲਈ ਬਚਨ ਆਉਂਦਾ ਹੈ, ਮਰ ਨਾ ਜਾਹੀ ਜਿੰਨਾ ਬਿਸਰਤ ਨਾਮ, ਜਾਂ ਜਿਨ ਐਸਾ ਹਰ ਨਾਮ ਨਾ ਚੇਤੇ, ਉਸੇ ਕਾਹੇ ਜਗ ਆਏ ਰਾਮ ਰਾਜੇ।
ਇਸ ਲਈ ਬਚਨ ਹੁੰਦਾ ਨਾਮ ਬਿਨਾ ਨਾ ਜੀਵਿਆ ਜਾਏ। ਇਹਦਾ ਅਰਥ ਹੈ ਜੀਵਨ ਜਿਹੜਾ ਸ਼ਬਦ ਤੋਂ ਬਗੈਰ ਨਹੀਂ ਹੈ। ਖੈਰ, ਸ਼ਬਦ ਦੀ ਮਨ ਦੇ ਵਿੱਚ ਵਿਚਾਰ ਕਰਨੀ। ਸ਼ਬਦ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੈ। ਸ਼ਬਦ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਬਿਰਾਜਮਾਨ ਹੈ। ਅਰਦਾਸ ਤੋਂ ਬਾਅਦ ਤੁਸੀਂ ਦੋਹਰਾ ਪੜ੍ਹਨਾ ਹੈ। ਦੋਹਰੇ ਦੀਆਂ ਪੰਕਤੀਆਂ ਤੁਸੀਂ ਵੀ ਸਾਂਝੀਆਂ ਕਰ ਲਓ, ਫਿਰ ਪਕੜ ਜਾ ਜਾਏਗੀ ਗੱਲ ਸਾਡੇ। ਆਪਾਂ ਪੜ੍ਹਦੇ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਅੱਗੇ ਕੀ ਹੈ? ਜੋ ਪ੍ਰਭ ਕੋ ਮਿਲਬੋ ਚਾਹੇ, ਜੋ ਜਿਹੜੇ ਪ੍ਰਭ ਕੋ ਪਰਮਾਤਮਾ ਨੂੰ ਮਿਲਬੋ ਮਿਲਣਾ ਚਾਹੇ ਚਾਹੁੰਦੇ ਨੇ, ਕੀ ਕਰਨ ਜੀ? ਖੋਜ ਸ਼ਬਦ ਮਹਿ ਲੇ। ਇਹਦਾ ਮਤਲਬ ਇਹ ਸ਼ਬਦ ਦੇ ਵਿੱਚ ਹੈ ਤੇ ਤਾਂ ਹੀ ਉੱਥੋਂ ਖੋਜਣਾ ਹੈ ਨਾ। ਜੇ ਪਰਮੇਸ਼ਰ ਨੇ ਆਪਣੇ ਆਪ ਨੂੰ ਸ਼ਬਦ ਦੇ ਵਿੱਚ ਸਮੋਇਆ ਹੈ ਤਾਂ ਹੀ ਉੱਥੇ ਅਸੀਂ ਉਹਦੀ ਭਾਲ ਕਰਾਂਗੇ ਨਾ, ਉਹਨੂੰ ਖੋਜਾਂਗੇ। ਪਰ ਜਿਹੜੀ ਥਿਊਰੀ ਸਾਨੂੰ ਦਿੱਤੀ ਗਈ ਉਹ ਸ਼ਬਦ ਵਾਲੇ ਪਾਸੇ ਜਾਣ ਹੀ ਨਹੀਂ ਦਿੱਤਾ ਗਿਆ। ਕਿਸੇ ਨੇ ਕਹਿਤਾ ਤਾਲੂ 'ਚ ਸੁਰਤ ਲੈ ਜਾਓ, ਉੱਥੇ ਪਟਾਕਾ ਪਵੇਗਾ, ਤਾਲੂ ਪੋਲਾ ਹੋ ਜਾਏਗਾ, ਇੱਕ ਹੋਰ ਦੁਆਰ ਖੁੱਲੇਗਾ, ਫਿਰ ਅੱਗੇ ਜਾ ਕੇ ਕੋਈ ਹੋਰ ਲੋਕ ਆਵੇਗਾ ਤੇ ਫਿਰ ਤੁਹਾਨੂੰ ਪ੍ਰਕਾਸ਼ ਹੀ ਪ੍ਰਕਾਸ਼। ਕਿਸੇ ਨੇ ਕੋਈ ਤਸਵੀਰ ਘੜ ਦਿੱਤੀ, ਕਿਸੇ ਨੇ ਕੁਛ, ਕਿਸੇ ਨੇ ਕੁਛ। ਗੁਰੂ ਸਾਹਿਬ ਜੀ ਨੇ ਬੜਾ ਖੂਬਸੂਰਤ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਵਿੱਚ ਇੱਕ ਸਿਧਾਂਤ ਸਮਝਾਇਆ ਜਿਹੜਾ ਬਿਲਕੁਲ ਇਹਦੀ ਵਿਆਖਿਆ ਕਰਦਾ ਹੈ। ਹਜ਼ੂਰ ਜੀ ਕਹਿੰਦੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਕਿਸੇ ਨੇ ਸਤਿਗੁਰੂ ਤੋਂ ਬਗੈਰ ਪਰਮੇਸ਼ਰ ਨੂੰ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਪਰਮੇਸ਼ਰ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਰੱਖਿਆ ਹੈ। ਤੇ ਸਤਿਗੁਰੂ ਕੀ ਹੈ ਜੀ? ਸਤਿਗੁਰ ਬਚਨ, ਬਚਨ ਹੈ ਸਤਿਗੁਰ। ਇਹ ਬੋਲ, ਇਹ ਬਚਨ, ਇਹ ਸ਼ਬਦ, ਇਹ ਸਤਿਗੁਰੂ ਹੈ। ਇਹਦਾ ਅਰਥ ਇਹ ਹੋਇਆ ਇਹਨਾਂ ਸ਼ਬਦਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਨੇ ਆਪਣੇ ਆਪ ਨੂੰ ਸਮੋਇਆ ਹੋਇਆ ਹੈ। ਅਸੀਂ ਵਿਚਾਰ ਕਰਕੇ ਰਿੜਕਣਾ ਸ਼ਬਦ ਨੂੰ, ਤਾਂ ਕਿ ਉਹ ਜਿਹੜਾ ਤੱਤ ਇਹਦੇ ਵਿੱਚ ਹੈ, ਜਿਵੇਂ ਦੁੱਧ ਦੇ ਵਿੱਚ ਮੱਖਣ ਹੈ ਤੇ ਰਿੜਕਿਆ ਜਾਂਦਾ ਹੈ ਕਿ ਉਹਦੇ ਵਿੱਚੋਂ ਮੱਖਣ ਮਿਲ ਜਾਵੇ, ਤੱਤ ਮਿਲ ਜਾਵੇ, ਇਸੇ ਤਰ੍ਹਾਂ ਸ਼ਬਦ ਦੀ ਵਿਚਾਰ ਕਰਨੀ ਹੈ ਤਾਂ ਕਿ ਸ਼ਬਦ ਦੇ ਵਿੱਚ ਜੋ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਆਪ ਨੂੰ ਸਮੋਇਆ ਹੋਇਆ ਹੈ ਉਹ ਸਾਨੂੰ ਹਾਸਲ ਹੋ ਜਾਵੇ, ਉਹ ਉਸ ਜੀਵਨ ਦੇ ਵਿੱਚ ਫਿਰ ਜੀ ਸਕੀਏ, ਉਹਦੇ ਨਾਲ ਸਾਡਾ ਜੀਵਨ ਇੱਕਮਿਕ ਹੋ ਜਾਵੇ। ਬੜਾ ਖੂਬਸੂਰਤ ਨੁਕਤਾ ਹੈ ਔਰ ਬਹੁਤ ਸੌਖਾ ਨੁਕਤਾ ਹੈ। ਅਫਸੋਸ ਅਸੀਂ ਗੁਰਬਾਣੀ ਨਾ ਪੜ੍ਹਨ ਕਰਕੇ, ਨਾ ਵਿਚਾਰਨ ਕਰਕੇ, ਜਾਂ ਦੂਸਰਿਆਂ ਦੇ ਉੱਤੇ ਹੀ ਸਾਰਾ ਕੁਝ ਛੱਡਣ ਕਰਕੇ ਉਹਨਾਂ ਨੇ ਜੋ ਗੁੰਮਰਾਹ ਕੁਨ ਪ੍ਰਚਾਰ ਕੀਤਾ ਉਹਦੇ ਮੁਤਾਬਕ ਚੱਲ ਕੇ ਆਪਣੇ ਜੀਵਨ ਦੇ ਵਿੱਚੋਂ ਰੱਬੀ ਮਿਲਾਪ ਦਾ ਆਨੰਦ ਸੁੱਖ ਜਿਹੜਾ ਸੀ ਖਤਮ ਕਰ ਬੈਠੇ। ਕਿਸੇ ਨੇ ਰੱਬੀ ਮਿਲਾਪ ਦੇ ਬਾਰੇ ਗੱਲ ਕੀਤੀ, ਉਹਨੇ ਕਿਹਾ ਤੁਹਾਨੂੰ ਸਾਧੂ ਬਣਨਾ ਪਵੇਗਾ, ਸੰਤ ਬਣਨਾ ਪਵੇਗਾ, ਕੁਛ ਹੋਰ ਬਣਨਾ ਪਵੇਗਾ, ਤੁਸੀਂ ਤੇ ਆਮ ਮਨੁੱਖ ਹੋ, ਪਰਮਾਤਮਾ ਨਾਲ ਮਿਲਣ ਵਾਸਤੇ ਕੋਈ ਹੋਰ ਬਣਨਾ ਪਵੇਗਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਪੜ੍ਹਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕੀਮਤੀ ਨੁਕਤੇ ਜ਼ਰੂਰ ਇਹਦੇ 'ਚੋਂ ਦੇਖਾਂ। ਰੱਬੀ ਮਿਲਾਪ ਦੀ ਜਦੋਂ ਵੀ ਗੁਰਬਾਣੀ ਵਿੱਚ ਗੱਲ ਚੱਲਦੀ ਹੈ ਨਾ, ਮਨੁੱਖ ਦੀ ਚੱਲਦੀ ਹੈ, ਕਿਸੇ ਹੋਰ ਦੀ ਨਹੀਂ। ਦੂਰ ਕਿਉਂ ਜਾਓ, ਨਿਤਨੇਮ ਹੋਇਆ ਹੈ, ਤੁਸੀਂ ਵੀ ਰੋਜ਼ ਰਹਿਰਾਸ ਸਾਹਿਬ ਦਾ ਪਾਠ ਤੇ ਕਰਦੇ ਹੋਵੋਗੇ, ਨਹੀਂ ਕਰਦੇ ਤੇ ਕਰਿਆ ਕਰੀਏ ਆਪਾਂ ਸਾਰੇ। ਪਿਛਲੇ ਸਮੇਂ ਦੇ ਵਿੱਚ ਨਾ ਥੋੜ੍ਹਾ ਸਮਾਂ ਪਿੱਛੇ ਚਲੇ ਜਾਈਏ, 84 ਤੋਂ ਬਾਅਦ ਦੀ ਗੱਲ ਹੈ, ਮੈਂ ਪੜ੍ਹ ਰਿਹਾ ਸੀ, ਇੱਕ ਭਾਈ ਅਨੋਖ ਸਿੰਘ ਬੱਬਰ ਹੋਏ ਨੇ ਅੱਜ ਜਦੋਂ ਲਹਿਰ ਚੱਲੀ ਸੀ। ਇਸ ਲਹਿਰ ਵਿੱਚ ਵੀ ਬੜੇ ਬੜੇ ਖੂਬਸੂਰਤ ਜੀਵਨ ਵਾਲੇ ਜਿਹੜੇ ਕਈ ਗੁਰਸਿੱਖ ਹੋਏ ਨੇ, ਮੈਂ ਉਹਨਾਂ ਦੀ ਜੀਵਨੀ ਪੜ੍ਹ ਰਿਹਾ ਸੀ। ਉਹਨਾਂ ਨੂੰ ਜਦੋਂ ਪੁਲਿਸ ਨੇ ਪਕੜਿਆ, ਤਸੀਹੇ ਦਿੱਤੇ, ਤਸ਼ੱਦਦ ਉਹਨਾਂ ਦੇ ਉੱਪਰ ਕੀਤੇ, ਤਸ਼ੱਦਦ ਇੰਨੇ ਭਿਆਨਕ ਕਿ ਉਹਨਾਂ ਦੇ ਅੱਖਾਂ ਦੇ ਡੇਲੇ ਦੋਵੇਂ ਬਾਹਰ ਕੱਢਦੇ। ਸ਼ਾਮ ਦਾ ਵਕਤ ਹੋਇਆ,
वो अंदर बैठे ने सलाखां दे, ते उन्हां दे शरीर नूं, क्योंकि हुण अखां तो दीदा तो कुछ भी नहीं, डेले ते कड्ढे होए दोवें, उन्हां दे शरीर नूं थोड़ी जी ना, जिस तरह गर्मी जिहड़ी है सूरज की कह लो जां रुੱਤ ਦੇ मुताबक जो भी होवेगी, वो थोड़ी जी शांत होई महसूस होई। ते नाल दे साथी नूं कहण लगे थोड़ी जी झात मार के देख भला सूरज अस्त गया। वो कहण लगा भाई साहब क्यों पुछदे हो? कहण लगे जे सूरज अस्त गया चल तू भी चौंकड़ा ला ते रहरास साहिब दा पाठ करिए, नितनेम करिए। मैं जदों पढ़ रहा मेरे अखां 'च पानी आ गया। वो भलिया डेले तेरे कड्ढे ने, पता नहीं होर की तेरे ते तशद्दद उत्थे कीते होणगे, ते जेल दे विच बैठ के भी तैनूं गुरु दी बाणी चेते आ रही है, गुरु की बाणी याद आ रही है, चल आपां बाणी का पाठ करिए। इत्थे मखमली गद्दियां ते बैठे होने तो सानूं पता ही नहीं लगता कदों समा लग गया जी, क्योंकि मन का जुड़ना शब्द के नाल बहुत जरूरी है। गुरु गोबिंद सिंह पातशाही का प्रकाश दिहाड़ा 5 जनवरी नूं कई सज्जन मना रहे हैं, कई 9 तरीक जिहड़ी आउण वाली उदों मना रहे, कदों भी मना रहे, आपां उह गल बाद विच विचारांगे। मैं गुरु गोबिंद सिंह पातशाह जी की जीवनी पढ़ रहा सी, उन्होंने जीवन काल में कुछ गुरसिखां दी जीवनियां पढ़ने को मिलियां, जिहड़े गुरु साहिब के वक्ती गुरसिख होए। तो मैं गुरसिखां की जीवनी बड़े शौक नाल पढ़दा हुंदा। मैं पिछले दिन भी तुहानूं बेनती कीती सी, क्योंकि मैं महसूस करदा कि जो सिੱਖੀ सानूं दसी जा रही है ना, ਇਹਦੇ ਵਿੱਚ बहुत कुछ मिलगोभा हो सकता, पर ਜਿਹੜੀ ਸਿੱਖੀ ਸਿੱਖਾਂ ने गुरु साहिब जी के ਹੁੰਦਿਆਂ ਨਿਭਾਈ है ना, ਉਹ ਸਿੱਖੀ है ਜਿਹੜੀ गुरु की सिੱਖੀ सी, ਜਿਹੜੀ गुरु साहिब की नज़र च प्रवान हुई सिੱਖੀ सी। मेरी कोशिश होंदी फिर मैं उन्होंने गुरसिखां के जीवन पढ़ा, उन्हां विच एक गुरसिख के जीवन की घटना साझी करदा मैं तुहाडे नाल। नाले गुरु गोबिंद सिंह पातशाही का प्रकाश दिहाड़ा, किते यही जीवन की घटना किते साडे जीवन दे विच आ जावे, समझ लवांगे गुरु गोबिंद सिंह पातशाही का प्रकाश पुरब मनाया साडा सफला हो गया। एक गुरसिख गुरु साहिब जी के कोल आउंदा है, आके गुरु साहिब जी नूं बेनती करदा है, महाराज आनंदपुर साहिब की घटना है, स्वब वेखो कैसा। उही दिन चल रहे हैं जदों आनंदपुर साहिब ज्यों 4 पोह तो शुरू हुंदा है आनंदपुर साहिब छड्डना, तो ये सारा कुछ वापरदा है। कल्ले कल्ले दिन का इतिहास बड़ा वड्डा है। गुरु रहमत करे किते ਇਹ ਜਿਹੜਾ ਪੋਹ ਦਾ ਮਹੀਨਾ पूरा साडे बजुर्ग ਜਿਹੜੇ ਮੰਜਿਆਂ ਤੇ नहीं सी ना सौंदे, ਉਹਦਾ रीज़न यही ਹੁੰਦਾ ਸੀ ਕਿਤੇ ਸਾਡੇ ਜੀਵਨ ਚੋਂ ਭੁੱਲ ਨਾ ਜਾਣ ਇਹ ਦਿਨ। ਇਹ ਤੇ ਪਤਾ नहीं ਕਿੰਨਾ ਲੋਕਾਂ ਨੇ ਭਰਮ ਪਾ ਦਿੱਤੇ ਲੋਕਾਂ ਦੇ ਦਿਲਾਂ ਵਿੱਚ ਜੀ ਪੋਹ ਦੇ ਮਹੀਨਾ ਸ਼ੁਭ ਨਹੀਂ ਹੁੰਦਾ, ਇਸ ਮਹੀਨੇ ਵਿੱਚ ਕੋਈ ਵਿਆਹ ਸ਼ਾਦੀ ਜਾਂ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਅਸਲ ਵਿੱਚ ਇਹ ਸਾਡੇ ਬਜ਼ੁਰਗਾਂ ਦਾ ਫੈਸਲਾ ਸੀ। ਉਹ ਜਿਨ੍ਹਾਂ ਦਿਨਾਂ ਵਿੱਚ ਇੰਨਾ ਕੁਛ ਕਹਿਰ ਗੁਜ਼ਰਿਆ ਹੋਵੇ, ਉਹਨਾਂ ਦਿਨਾਂ ਦੇ ਵਿੱਚ ਢੋਲ ਢਮੱਕੇ ਤੇ ਭੰਗੜੇ ਪਾਉਂਦੇ ਸੀ, ਸੋਹਣੇ ਨਹੀਂ ਲੱਗਦੇ। ਇਸ ਕਰਕੇ ਖੁਸ਼ੀਆਂ ਵਾਲੇ ਪ੍ਰੋਗਰਾਮ ਜਿਹੜੇ ਇਹੋ ਜਿਹੇ ਨਾ ਕਰੋ। ਉਹਨਾਂ ਸ਼ਹੀਦਾਂ ਨੂੰ ਯਾਦ ਕਰੋ, ਸੁਰਤ ਵਿੱਚ याद करो उस बुजुर्ग माता नूं ਜਿਹਦੇ पोतरे ਉਹਦੀ गोदी ਦੇ ਵਿੱਚ ने, ते सारी रात ठंडे बुरज ਦੇ ਵਿੱਚ ਸੀਤ ਹਵਾਵਾਂ ਦੇ ਵਿੱਚ ਅਸੀਂ ਤਾਂ ਆਉਂਦੇ ਸਾਂ ਤੇ ਰੋਜ਼ ਸੋਚਦੇ ਆ ਰਹੇ ਸਾਂ ਕਿੰਨੀ ਬਾਹਰ ਠੰਡ ਹੈ। ਦੇਖੋ ਸ਼ੀਸ਼ੇ ਦੇ ਅੱਗੇ ਵੀ ਫ੍ਰਿਜ ਜੰਮ ਰਹੀ ਹੈ, ਕਿਵੇਂ ਸਫ਼ਰ ਤੈਅ ਕਰਨਾ ਹੈ। ਉਹ ਸਮੇਂ ਉਦੋਂ ਤੇ ਸਰਦੀ ਵੀ ਕਹਿਰਾਂ ਦੀ ਹੁੰਦੀ ਸੀ, ਤੇ ਕਿਸ ਤਰ੍ਹਾਂ ਉਹ ਰਾਤਾਂ ਕੱਟ ਕੇ ਗਏ। ਇਹ ਭੁੱਲ ਨਾ ਜਾਵੇ ਸਾਡੇ ਜੀਵਨ ਵਿੱਚੋਂ, ਉਹ ਬਰਫੀਲੀਆਂ ਰਾਤਾਂ ਨਾ ਭੁੱਲ ਜਾਣ। ਉਹ ਗੁਰਸਿੱਖ ਨਾ ਭੁੱਲ ਜਾਵੇ ਭਾਈ ਮੋਤੀ ਰਾਮ ਜੀ ਨੂੰ ਕੋਹਲੂ ਵਿੱਚ ਦੀ ਪੀੜਿਆ ਸੀ, ਜਿਹਦੇ ਪੁੱਤ ਨੂੰ ਵੀ ਕੋਹਲੂ ਵਿੱਚ ਦੀ ਪੀੜਿਆ ਸੀ ਕਿ ਤੂੰ ਗੁਰੂ ਦੇ ਲਾਲਾਂ ਨੂੰ ਦੁੱਧ ਕਿਉਂ ਪਿਆਇਆ। ਉਹ ਭਾਈ ਟੋਂਡਰ ਮੱਲ ਨਾ ਭੁੱਲ ਜਾਵੇ ਜਿਹਨੇ ਸਾਰੀ ਜ਼ਿੰਦਗੀ ਦਾ ਜੋ ਕੁਛ ਕਮਾਇਆ ਸੀ, ਸਾਰਾ ਕੁਛ ਹੀ ਆਪਣੇ ਔਲਾਦ ਬੱਚਿਆਂ ਦੇ ਵਾਸਤੇ ਜੋ ਕੁਛ ਇਕੱਠਾ ਕੀਤਾ ਸੀ, ਸਾਰਾ ਕੁਛ ਵੇਚ ਕੇ ਗੁਰੂ ਸਾਹਿਬ ਦੇ ਲਾਲਾਂ ਦੇ, ਗੁਰੂ ਸਾਹਿਬ ਜੀ ਦੇ ਬਜ਼ੁਰਗ ਮਾਤਾ ਦੇ ਸਰੀਰ ਮਿਰਤਕ ਰੁਲਣੇ ਨਹੀਂ ਚਾਹੀਦੇ, ਇਹਨਾਂ ਦਾ ਸੰਸਕਾਰ ਕਰ ਦੇਵਾਂ, ਤੇ ਜ਼ਮੀਨ ਖਰੀਦ ਕੇ ਤੇ ਸੰਸਕਾਰ ਕੀਤਾ। ਉਹ ਦਿਨ ਕਿਤੇ ਭੁੱਲ ਨਾ ਜਾਣ ਸਾਡੀ ਸੁਰਤ ਵਿੱਚੋਂ, ਸਾਡੇ ਧਿਆਨ ਵਿੱਚੋਂ। ਉਹ ਦਿਨ ਭੁੱਲ ਨਾ ਜਾਣ ਜਦੋਂ ਪਤਾ ਸੀ ਅੱਜ ਦੇ ਦਿਨ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇੱਕ ਘੜੀ ਵੀ ਆਪਣੇ ਘਰ ਵਿੱਚ ਪਨਾਹ ਦੇਵੇਗਾ, ਉਹਦਾ ਸਾਰਾ ਪਰਿਵਾਰ ਪਤਾ ਨਹੀਂ ਕਿਹੜੇ ਕਿਹੜੇ ਤਸੀਹੇ ਦੇ ਕੇ ਮਾਰ ਦਿੱਤਾ ਜਾਵੇਗਾ। ਜਦੋਂ ਗੁਰੂ ਦੀਆਂ ਜਿਹੜੇ ਉਗਰਾਹੀਆਂ ਕਰ ਕਰਕੇ ਲੋਕਾਂ ਦੇ ਕੋਲੋਂ ਮਸੰਦ ਬਣ ਕੇ ਗੁਰੂ ਦਾ ਖਾਂਦੇ ਸੀ, ਐਸ਼ਾਂ ਕਰਦੇ ਸੀ, ਗੁਲਾਬੇ ਦੇ ਪੰਜਾਬੇ ਵਰਗੇ ਵੀ ਬੇਮੁਖ ਹੋ ਗਏ ਮਾਛੀਵਾੜੇ ਦੇ ਜੰਗਲਾਂ 'ਚ ਜਾ ਕੇ। ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਉੱਚ ਦਾ ਪੀਰ ਬਣਾ ਕੇ 2 ਰਾਤਾਂ ਗੁਰੂ ਸਾਹਿਬ ਜੀ ਨੂੰ ਘਰ ਰੱਖ ਕੇ
ਫਿਰ ਅੱਗੇ ਜਾ ਕੇ ਛੱਡ ਕੇ ਆਏ। ਕਿਤੇ ਤੱਤੀ ਵਾਹ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਗੇ। ਮੈਂ ਪੜ੍ਹ ਰਿਹਾ ਸੀ ਉਹ ਸੀਨ ਸਾਰਾ, ਜਦੋਂ ਭਾਈ ਗਨੀ ਖਾਂ ਤੇ ਨਬੀ ਖਾਂ ਦੇ ਗੁਰੂ ਸਾਹਿਬ ਜਾਂਦੇ ਨੇ। ਜਦੋਂ ਅੱਧੀ ਕੁ ਰਾਤ ਦਾ ਟਾਈਮ ਸੀ, ਹੁਣ ਉਹ ਪਹਿਲਾਂ ਤੇ ਭਾਈ ਗੁਲਾਬੇ ਤੇ ਪੰਜਾਬੇ ਨੇ ਘਰ ਲੈ ਆਂਦਾ ਆਪਣੇ ਗੁਰੂ ਸਾਹਿਬ ਜੀ ਨੂੰ। ਮੈਂ ਉਹ ਜਗ੍ਹਾ ਦੇਖੀ ਹੈ, ਮਾਛੀਵਾੜੇ, ਤੁਹਾਡੇ 'ਚੋਂ ਵੀ ਕਈਆਂ ਨੇ ਦਰਸ਼ਨ ਕੀਤੇ ਹੋਣਗੇ ਉਸ ਅਸਥਾਨ ਦੇ। ਤੇ ਢੰਡੋਰਾ ਫਿਰ ਰਿਹਾ ਸੀ ਕਿ ਇਸ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਆਏ ਆ ਤੇ ਸ਼ਾਹੀ ਹੁਕਮ ਹੈ, ਜਿਹੜਾ ਤੇ 10 ਪਾਵੇਗਾ ਫੜਾਵੇਗਾ ਉਹਨੂੰ ਤੇ ਮੂੰਹ ਮੰਗਿਆ ਇਨਾਮ, ਤੇ ਜਿਹੜਾ ਕਿਤੇ ਆਪਣੇ ਘਰ 'ਚ ਪਨਾਹ ਦੇਵੇਗਾ ਉਹਦਾ ਸਾਰਾ ਪਰਿਵਾਰ ਕੋਲੂ ਚਪੀੜ ਦੇਣਾ। ਅੱਧੀ ਰਾਤ ਦਾ ਟਾਈਮ ਸੀ, ਗੁਰੂ ਸਾਹਿਬ ਸੁੱਤੇ ਹੋਏ ਸਨ, ਨਾਲ ਗੁਰਸਿੱਖ ਸਨ 3 ਗੁਰੂ ਸਾਹਿਬ ਜੀ ਦੇ। ਗੁਲਾਬੇ ਦੇ ਪੰਜਾਬੇ ਨੇ ਸਲਾਹ ਕੀਤੀ, ਜੇ ਸਵੇਰੇ ਪਤਾ ਲੱਗ ਗਿਆ ਦੁਸ਼ਮਣ ਨੂੰ, ਸਰਕਾਰ ਨੂੰ ਪਤਾ ਲੱਗ ਗਿਆ, ਸਾਡਾ ਸਾਰਾ ਪਰਿਵਾਰ ਕੋਲੂ ਚੋਂ ਪੀੜ ਦੇਣਗੇ, ਆਪਾਂ ਗੁਰੂ ਸਾਹਿਬ ਜੀ ਨੂੰ ਘਰੋਂ ਭੇਜ ਦਈਏ। ਸਲਾਹ ਕਰਦੇ ਨੇ ਕਿਹੜਾ ਮੂੰਹ, ਕਿਸ ਮੂੰਹ ਨਾਲ ਕਹੀਏ ਗੁਰੂ ਜੀ ਸਾਡੇ ਘਰੋਂ ਚਲੇ ਜਾਓ। ਅਖੀਰ ਸਲਾਹ ਕੀਤੀ, ਇੱਕ ਕੱਪੜਾ ਲਿਆ, ਕੁਛ ਖਾਣ ਵਾਲਾ ਪ੍ਰਸ਼ਾਦ ਤੇ ਕੁਛ ਥੋੜ੍ਹੀ ਬਹੁਤੀ ਮਾਇਆ ਕਹਿ ਲਓ, ਭੇਟਾ, ਜਿਹਨੂੰ ਕਹਿੰਦੇ ਆਪਾਂ ਵਧਾਇਗੀ ਦੇਣੀ ਕਿਸੇ ਨੂੰ। ਸੁੱਤੇ ਪਏ ਗੁਰੂ ਸਾਹਿਬ ਜੀ ਦੀ ਲਿਆ ਕੇ ਤੇ ਪੈਰਾਂ ਦੇ ਉੱਤੇ ਰੱਖ ਦਿੱਤੀ। ਇੱਕਦਮ ਗੁਰੂ ਸਾਹਿਬ ਉੱਠੇ, ਜਦੋਂ ਵਜਨ ਪਿਆ, ਜਦੋਂ ਵੇਖਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਕੀ ਗੁਲਾਬਿਆ, ਜੇ ਤੇ ਅੱਧੀ ਰਾਤ ਹੋਈ ਹੈ, ਸਵੇਰ ਤੇ ਚੜ੍ਹ ਲੈਣ ਦਿਓ। ਕਹਿਣ ਲੱਗੇ ਮਹਾਰਾਜ, ਜੇ ਸਵੇਰ ਤੱਕ ਇੱਥੇ ਤੁਸੀਂ ਰਹੇ, ਕੱਲ੍ਹ ਨੂੰ ਸਾਡਾ ਪਰਿਵਾਰ ਨਹੀਂ ਲੱਭਣਾ, ਅਸੀਂ ਪਰਿਵਾਰ ਬਚਾਉਣਾ, ਹੁਣੇ ਹੀ ਚਲੇ ਜਾਓ। ਤੋਰ ਦਿੱਤਾ ਘਰੋਂ, ਗੁਰੂ ਸਾਹਿਬ ਚਲੇ ਗਏ, ਚੱਲ ਪਏ ਨਾਲ ਗੁਰਸਿੱਖਾਂ ਨੂੰ ਲੈ ਕੇ। ਸਵੱਬ ਕੈਸਾ ਬਣਿਆ। ਉਸੇ ਹੀ ਸਮੇਂ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਇਹ ਘੋੜਿਆਂ ਦੇ ਵਪਾਰੀ ਸੀ, ਤੇ ਜਦੋਂ ਪਹਾੜਾਂ 'ਚ ਘੋੜੇ ਵੇਚਣ ਜਾਂਦੇ ਸੀ ਨਾ, ਪਹਾੜੀ ਦੇਸ਼ਾਂ 'ਚ, ਤੇ ਅਨੰਦਪੁਰ ਸਾਹਿਬ ਰਾਤ ਰੁਕਦੇ ਹੁੰਦੇ ਸੀ, ਜਾਣ ਲੱਗਿਆਂ ਵੀ ਤੇ ਆਉਣ ਲੱਗਿਆਂ ਵੀ, ਕਿਉਂਕਿ ਅੱਗੋਂ ਪਹਾੜ ਸ਼ੁਰੂ ਹੋ ਜਾਣੇ। ਨਾਲੇ ਤਾਂ ਉੱਥੇ ਗੁਰੂ ਕੇ ਲੰਗਰਾਂ 'ਚੋਂ ਪ੍ਰਸ਼ਾਦਾ ਛਕਣਾ, ਨਾਲੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨੇ। ਉਹ ਕਿਤੇ ਅਚਾਨਕ ਵਪਾਰ ਕਰਕੇ ਘਰ ਆਏ। ਉਸ ਟਾਈਮ ਘਰ ਆਏ ਤੇ ਉਹਨਾਂ ਵਿੱਚੋਂ ਸ਼ਾਇਦ ਭਾਈ ਗਨੀ ਖਾਂ ਦੀ ਪੋਤੀ ਸੀ, ਬੇਟੀ। ਜਦੋਂ ਪਹਿਲੇ ਸਮੇਂ 'ਚ ਕੀ ਹੁੰਦਾ, ਬਜ਼ੁਰਗ ਆਪਣੇ ਹੁੰਦੇ ਸੀ ਨਾ ਘਰੇ ਦੇ, ਛੋਟੇ ਛੋਟੇ ਬੱਚੇ ਦੌੜ ਕੇ ਜਾ ਕੇ ਲੱਤ ਨੂੰ ਚੰਬੜ ਜਾਂਦੇ ਸੀ ਵੀ ਇਹ ਸਾਨੂੰ ਚੁੱਕੇਗਾ ਗੋਦੀ, ਕੁਝ ਖਾਣ ਨੂੰ ਦੇਵੇਗਾ, ਬਾਹਰੋਂ ਆਇਆ ਬਜ਼ੁਰਗ। ਉਹ ਵੀ ਜਾ ਕੇ ਤੇ ਲੱਤ ਨਾਲ ਚੰਬੜ ਗਈ। ਉਹਨਾਂ ਨੇ ਉਹਨੂੰ ਕੁੱਛੜ ਚੁੱਕ ਲਿਆ। ਜਦੋਂ ਕੁੱਛੜ ਚੁੱਕਿਆ ਨਾ, ਤਾਂ ਉਹ ਕਹਿਣ ਲੱਗੀ ਅੱਬਾ ਤੁਹਾਨੂੰ ਪਤਾ ਲੱਗਾ? ਕਹਿਣ ਲੱਗੇ ਬੇਟਾ ਕੀ? ਕਹਿਣ ਲੱਗੀ ਜਿਸ ਗੁਰੂ ਗੋਬਿੰਦ ਸਿੰਘ ਦੀਆਂ ਤੁਸੀਂ ਗੱਲਾਂ ਦੱਸਦੇ ਹੁੰਦੇ ਸੀ, ਬਾਤਾਂ ਸੁਣਾਉਂਦੇ ਹੁੰਦੇ ਸੀ, ਅਨੰਦਪੁਰ ਸਾਹਿਬ ਦੀਆਂ ਗੱਲਾਂ ਦੱਸਦੇ ਸੀ, ਉੱਥੇ ਇਸ ਤਰ੍ਹਾਂ ਦਾ ਮਾਹੌਲ ਹੈ, ਇਹੋ ਜਿਹੀ ਖੂਬਸੂਰਤੀ ਹੈ, ਉਹ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਉੱਜੜ ਗਿਆ ਹੈ। ਤੁਹਾਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ, ਪਤਾ ਲੱਗਾ ਖੇਰੂ ਖੇਰੂ ਹੋ ਗਿਆ। ਕਈ ਤੇ ਕਹਿੰਦੇ ਨੇ ਪਤਾ ਨਹੀਂ ਉਹਦੇ ਵਿੱਚੋਂ ਕਿੰਨੇ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਨੇ। ਇਹ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਇਸ ਪਾਸੇ ਆਇਆ ਸੀ, ਹੁਣੇ ਢੰਡੋਰਾ ਦੇ ਕੇ ਗਿਆ ਢੰਡੋਰ 'ਚ। ਤੇ ਢੰਡੋਰ 'ਚ ਕਹਿੰਦਾ ਸੀ ਜਿਹੜਾ ਵੀ ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਪਨਾਹ ਦੇਵੇਗਾ, ਉਹਦਾ ਪਰਿਵਾਰ ਕੋਲੂ ਵਿੱਚ ਦੀ ਪੀੜ ਦੇਣਾ। ਜਦੋਂ ਆਹ ਗੱਲ ਸੁਣੀ, ਪਾਣੀ ਦਾ ਘੁੱਟ ਨਾ ਲੰਘਿਆ ਅੰਦਰ। ਦੋਵਾਂ ਭਰਾਵਾਂ ਸਲਾਹ ਕੀਤੀ ਗੁਰੂ ਸਾਹਿਬ ਕਿੱਥੇ ਹੋਣਗੇ ਇਹੋ ਜਿਹੇ ਸਮੇਂ 'ਚ। ਸੀਨ ਉਸੇ ਵੇਲੇ ਧਿਆਨ 'ਚ ਆ ਗਿਆ, ਕਿਸ ਤਰ੍ਹਾਂ ਦਾ ਅਨੰਦਪੁਰ ਸਾਹਿਬ ਦਾ ਮਾਹੌਲ ਸੀ, ਕਿੰਨਾ ਕੁਛ ਉੱਥੇ ਰੌਣਕਾਂ ਸੀ, ਕਿਸ ਤਰ੍ਹਾਂ ਦਾ ਰਮਣੀਕ ਅਸਥਾਨ, ਸਾਰਾ ਕੁਛ। ਤੇ ਗੁਰੂ ਸਾਹਿਬ ਜੰਗਲਾਂ ਦੇ ਵਿੱਚ ਇਸ ਤਰ੍ਹਾਂ ਫਿਰਦੇ ਹੋਣਗੇ। ਪਤਾ ਤੇ ਕਰੀਏ ਗੁਰੂ ਸਾਹਿਬ ਕਿੱਥੇ ਹੈ। ਆਪਾਂ ਗੁਰੂ ਕੇ ਲੰਗਰਾਂ 'ਚ ਜਾ ਕੇ ਰੋਟੀ ਖਾਂਦੇ ਰਹੇ, ਰਾਤਾਂ ਕੱਟਦੇ ਰਹੇ ਹਾਂ। ਅੱਜ ਗੁਰੂ ਨੂੰ ਲੋੜ ਪਈ, ਆਪਾਂ ਵੀ ਗੁਰੂ ਨੂੰ ਰਾਤ ਆਪਣੇ ਘਰ ਵਿੱਚ ਕਟਾ ਲਈਏ। ਵਿਚਾਰ ਕੀਤੀ, ਭਾਈ ਗੁਲਾਬੇ ਤੇ ਪੰਜਾਬੀ ਨੂੰ ਜ਼ਰੂਰ ਪਤਾ ਹੋਊਗਾ, ਮਸੰਦ ਨੇ ਗੁਰੂ ਘਰ ਦੇ। ਚਲੇ ਗਏ ਉੱਥੇ। ਜਦੋਂ ਉਹਨਾਂ ਨੂੰ ਪੁੱਛਿਆ, ਹੁਣ ਉਹਨਾਂ ਨੂੰ ਪਤਾ ਸੀ ਭਾਈ ਗਨੀ ਖਾਂ ਤੇ ਨਬੀ ਖਾਂ ਗੁਰੂ ਦੇ ਨਾਲ ਪਿਆਰ ਬਹੁਤ ਕਰਦੇ ਨੇ, ਤੇ ਹੌਲੀ ਜੀ ਕਹਿਣ ਲੱਗੇ ਦੋਵੇਂ ਭਰਾ, ਹੁਣੇ ਗੁਰੂ ਸਾਹਿਬ ਜੀ ਨੂੰ ਅਸੀਂ ਤੋੜ ਕੇ ਆਏ ਹਾਂ, ਕਿਉਂਕਿ ਢੰਡੋਰਾ ਆਹ ਦੇ ਰਿਹਾ ਸੀ ਢੰਡੋਰ 'ਚ। ਕਹਿਣ ਲੱਗੇ ਲੋੜਾ ਮਾਰਿਆ ਜੀ। ਕਿਹੜੇ ਪਾਸੇ ਗੁਰੂ ਸਾਹਿਬ ਗਏ ਆ? ਜਿਹੜੇ ਪਾਸੇ ਉਹਨੇ ਇਸ਼ਾਰਾ ਕਰਕੇ ਦੱਸਿਆ, ਦੋਵੇਂ ਭਰਾ ਤੁਰ ਪਏ। ਅੱਧੀ ਰਾਤ ਗੁਰੂ ਸਾਹਿਬ ਜੀ ਨੂੰ ਮਿਲੇ ਤੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲੈ ਕੇ ਆਂਦਾ। 2 ਦਿਨ ਗੁਰੂ ਸਾਹਿਬ ਉੱਥੇ ਰਹੇ। ਹੁਣ ਭਾਈ ਗਨੀ ਖਾਂ ਨਬੀ ਖਾਂ ਨੂੰ ਇਹ ਤਾਂ ਪਤਾ ਸੀ, ਢੰਡੋਰ ਜੀ ਨੇ ਢੰਡੋਰਾ ਦੇ ਦਿੱਤਾ ਹੈ ਕਿ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਘਰ ਵਿੱਚ ਰੱਖੇਗਾ, ਉਹਦੇ ਪੂਰੇ ਪਰਿਵਾਰ ਤੇ ਅਥਾਹ ਜ਼ੁਲਮ ਹੋਣਗੇ। ਪਰ ਤੁਸੀਂ ਦੇਖੋ ਮਨ ਦਾ ਸੰਬੰਧ ਕਿੰਨਾ ਗਹਿਰਾ ਹੋਵੇਗਾ ਗੁਰੂ ਨਾਲ, ਕਿੰਨਾ ਗਹਿਰਾ ਰਿਸ਼ਤਾ ਹੋਵੇਗਾ ਗੁਰੂ ਦੇ ਨਾਲ ਮਨ ਦਾ। ਪੂਰਾ ਪਰਿਵਾਰ ਬੇਸ਼ੱਕ ਕੋਲੂ ਵਿੱਚ ਦੀ ਪੀੜਿਆ ਜਾਂਦਾ, ਪੀੜਿਆ ਜਾਵੇ, ਕੋਈ ਪਰਵਾਹ ਨਹੀਂ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ
ਜਿਨ੍ਹਾਂ ਦੇ ਗੁਰੂ ਕੇ ਲੰਗਰਾਂ 'ਚੋਂ ਨਮਕ ਖਾਂਦੇ ਰਹੇ ਆ, ਉਹਨਾਂ ਨੂੰ ਇਸ ਤਰੀਕੇ ਨਾਲ ਜੰਗਲਾਂ ਦੇ ਵਿੱਚ ਨਹੀਂ ਭਟਕਣ ਦੇਵਾਂਗੇ। ਜਦੋਂ ਮੈਂ ਗਿਆ ਸੀ ਨਾ ਉੱਥੇ ਮਾਛੀਵਾੜੇ, ਉਹਨਾਂ ਨੇ ਬੁਲਾਇਆ ਮੈਨੂੰ, ਉੱਥੇ ਸੰਸਥਾ ਬਣੀ ਹੋਈ ਹੈ ਭਾਈ ਗਨੀ ਖਾਂ, ਭਾਈ ਨਬੀ ਖਾਂ ਦੇ ਨਾਂ 'ਤੇ। ਤੁਹਾਡੇ 'ਚੋਂ ਜਿਨ੍ਹਾਂ ਦਰਸ਼ਨ ਕੀਤੇ ਉਹਨਾਂ ਨੇ ਵੇਖਿਆ ਹੋਵੇਗਾ, ਉਹ ਜਿਹੜਾ ਸਥਾਨ ਹੈ ਨਾ, ਜਦੋਂ ਅੰਦਰ ਜਾਈਦਾ ਹੈ ਦਰਵਾਜ਼ੇ ਦੇ ਨਾਲ ਹੀ ਦੋਵਾਂ ਭਰਾਵਾਂ ਦੀਆਂ ਜਗ੍ਹਾ ਬਣੀਆਂ ਹੋਈਆਂ ਕਬਰਾਂ। ਅਤੇ ਮੈਂ ਉਹਨਾਂ ਪ੍ਰਬੰਧਕਾਂ ਨੂੰ ਕਿਹਾ ਵੀ ਤੁਹਾਨੂੰ ਪਤਾ ਹੈ ਵੀ ਸਿੱਖੀਜ਼ਮ ਦੇ ਵਿੱਚ ਕਬਰ ਨੂੰ ਕੋਈ ਥਾਂ ਨਹੀਂ ਹੈ। ਇੱਥੇ ਤੇ ਗੁਰਬਾਣੀ ਦੇ ਵਿੱਚ ਬੜਾ ਖੂਬਸੂਰਤ ਹੈ, ਮੜਾ ਮਸਾਣ ਨਾ ਜਾਈ। ਅਤੇ ਤੁਸੀਂ ਇਹ ਕੀ ਕੀਤਾ ਵੀ ਇੱਥੇ ਜਗ੍ਹਾ ਬਣਾਈਆਂ ਨੇ। ਜਿਹੜੀ ਗੱਲ ਉਹਨਾਂ ਨੇ ਦੱਸੀ, ਅੱਗੋਂ ਹੋ ਸਕਦਾ ਕੋਈ ਪੰਥ ਦਾ ਕੀ ਵਿਚਾਰ ਫੈਸਲਾ ਹੋਏਗਾ, ਉਹ ਬਾਰੇ ਮੈਂ ਨਹੀਂ ਜਾਣਦਾ, ਪਰ ਜੋ ਉਹਨਾਂ ਦੇ ਕੋਲੋਂ ਮੈਂ ਸੁਣਿਆ, ਉਹ ਕਹਿਣ ਲੱਗੇ ਭਾਈ ਸਾਹਿਬ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਸੀਨੇ ਬਸੀਨੇ ਵਿਚਾਰਾਂ ਆ ਰਹੀਆਂ ਨੇ ਕਿ ਜਦੋਂ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾ ਕੇ ਉਹ ਲੈ ਕੇ ਗਏ, ਰਾਏ ਕੱਲੇ ਕੋਲ ਛੱਡ ਕੇ ਵਾਪਸ ਮੁੜ ਲੱਗੇ ਨਾ, ਤੇ ਗੁਰੂ ਸਾਹਿਬ ਜੀ ਨੇ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਉਹਨਾਂ ਨੂੰ, ਜਿਹਦੇ ਵਿੱਚ ਉਹਨਾਂ ਲਿਖਿਆ ਖਾਲਸਾ ਪੰਥ ਨੂੰ ਕਿ ਇਹ ਦੋਨੋਂ ਭਾਈ ਗਨੀ ਖਾਂ ਤੇ ਨਬੀ ਖਾਂ ਮੇਰੇ ਲੀਕ ਪੁੱਤਰ ਹਨ। ਲੀਕ ਪੁੱਤਰ ਦਾ ਮਤਲਬ ਉਹਦਾ ਲਿਖ ਕੇ ਦੇ ਰਿਹਾ ਮੇਰੇ ਬੱਚੇ ਨੇ। ਨਾਲ ਬਚਨ ਕੀਤਾ ਕੋਈ ਗੱਲ ਦਿਲ ਦੀ ਸਾਂਝੀ ਕਰੋ, ਭਾਵ ਕੁਛ ਨਾ ਕੁਛ ਮੰਗੋ। ਜਦੋਂ ਇੰਨੀ ਗੱਲ ਕਹੀ ਤੇ ਦੋਵਾਂ ਭਰਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕੁਛ ਨਹੀਂ ਚਾਹੀਦਾ, ਬਸ ਇੱਕੋ ਬੇਨਤੀ ਹੈ, ਜਿਸ ਥਾਂ ਤੇ ਤੁਹਾਡੇ ਮੁਬਾਰਕ ਚਰਨ ਪੈ ਗਏ ਨੇ ਨਾ, ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਨੇ ਉਹ ਸਥਾਨ ਪੂਜੇ ਜਾਂਦੇ ਨੇ। ਵਕਤ ਆਏਗਾ ਇਹ ਥਾਂ ਜਿਹੜੇ ਨੇ ਇਹ ਵੀ ਪੂਜੇ ਜਾਣੇ ਆ। ਇੱਥੇ ਵੀ ਹਜ਼ਾਰਾਂ ਦੀਆਂ ਤਦਾਦਾਂ ਦੇ ਵਿੱਚ ਗੁਰਸਿੱਖ ਸੰਗਤਾਂ ਨੇ ਆ ਕੇ ਦਰਸ਼ਨ ਕਰਿਆ ਕਰਨੇ ਆ, ਪਰ ਜਿਹੋ ਜਿਹੇ ਹਾਲਾਤ ਅਸੀਂ ਦੇਖ ਚੁੱਕੇ ਹਾਂ ਗੁਲਾਬੇ ਤੇ ਪੰਜਾਬੇ ਵਰਗਿਆਂ ਦੇ, ਸਾਡੀ ਇੱਕੋ ਬੇਨਤੀ ਹੈ, ਅਸੀਂ ਜਦੋਂ ਵੀ ਕਦੇ ਮਰੀਏ, ਜਦੋਂ ਵੀ ਅਸਾਂ ਮਰਨਾ ਦੋਵਾਂ ਭਰਾਵਾਂ ਨੇ, ਜਿਸ ਕਮਰੇ ਵਿੱਚ ਜਿਸ ਥਾਂ ਤੇ ਤੁਸੀਂ ਰਹਿ ਕੇ ਆਏ ਜੇ, ਜਦੋਂ ਵੀ ਉੱਥੇ ਸਥਾਨ ਬਣੇਗਾ ਇਹ ਵੀ 2 ਅੱਖਰ ਨਾਲ ਪਾ ਦਿਓ ਕਿ ਤੁਹਾਡਾ ਖਾਲਸਾ ਪੰਥ ਉਹਦੇ ਦਰਵਾਜ਼ੇ ਦੇ ਬਾਹਰ ਸਾਡੇ ਦੋਵਾਂ ਭਰਾਵਾਂ ਦੀਆਂ ਜਗ੍ਹਾ ਜ਼ਰੂਰ ਬਣਾਵੇ। ਕਿਉਂ? ਕਿਉਂਕਿ ਸਤਿਗੁਰੂ ਜਿਹੜੇ ਤੁਹਾਡੇ ਦਰਸ਼ਨ ਦਿਦਾਰੇ ਕਰਨ ਆਉਣਗੇ, ਸਾਡੀਆਂ ਕਬਰਾਂ ਕੂਕ ਕੂਕ ਕੇ ਉਹਨਾਂ ਨੂੰ ਕਿਆ ਕਰਨਗੀਆਂ, ਉਹ ਗੁਰੂ ਦੇ ਸਿੱਖੋ, ਅਸੀਂ ਤੇ ਕੇਵਲ ਗੁਰੂ ਦੇ ਲੰਗਰਾਂ 'ਚੋਂ ਨਮਕ ਖਾਂਦੇ ਰਹੇ, ਆ ਮਰ ਕੇ ਵੀ ਗੁਰੂ ਦੇ ਦਰ ਤੇ ਪਏ ਜੇ। ਉਹ ਤੁਹਾਡੇ ਲਈ ਤੇ ਗੁਰੂ ਨੇ ਸਾਰਾ ਕੁਛ ਹੀ ਵਾਰ ਦਿੱਤਾ, ਤੁਸੀਂ ਫਿਰ ਵੀ ਗੁਰੂ ਤੋਂ ਬੇਮੁਖ ਹੋਏ ਬਾਹਰ ਭਟਕਦੇ ਫਿਰਦੇ ਹੋ। ਸ਼ਾਇਦ ਕਿਤੇ ਉਹਨਾਂ ਦੇ ਮਨ ਦੇ ਵਿੱਚ ਥੋੜ੍ਹੀ ਬਹੁਤੀ ਕਿਤੇ ਉਹ ਜਾਗ ਜਿਹੜੀ ਦੁਬਾਰਾ ਉੱਠ ਪਵੇ, ਉਹ ਅੰਦਰ ਦੀ ਜਿਹੜੀ ਖੇਡ ਹੈ ਫਿਰ ਕਿਤੇ ਜਾਗ ਪਵੇ ਉਹਨਾਂ ਦੇ ਅੰਦਰ, ਕਿਤੇ ਉਹਨਾਂ ਦੇ ਮਨ ਦਾ ਰਿਸ਼ਤਾ ਫਿਰ ਗੁਰੂ ਦੇ ਨਾਲ ਜੁੜ ਜਾਵੇ। ਗੁਰੂ ਰਹਿਮਤ ਕਰੇ ਨੁਕਤੇ ਸਾਡੀ ਪਕੜ 'ਚ ਆ ਜਾਵੇ। ਇਹ ਉਹ ਦਿਨ ਚੱਲ ਰਹੇ ਨੇ। ਸਵੱਬ ਕੈਸਾ, ਜਿਸ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ ਪ੍ਰਕਾਸ਼ ਹੋਇਆ ਸੀ, ਉਸ ਦਿਨ 23 ਪੋਹ ਸੀ। ਆੜਾ 5 ਜਨਵਰੀ ਦਾ ਮਸਲਾ ਨਾ, ਅਸਲ 'ਚ ਜਨਵਰੀ ਦਾ 5 ਦਾ ਨਹੀਂ ਸੀ ਮਸਲਾ ਸੀ ਨਾਨਕਸ਼ਾਹੀ ਕੈਲੰਡਰ 23 ਪੋਹ ਦਾ। ਖੈਰ ਚਲੋ, ਮੈਂ ਪਹਿਲਾਂ ਬੇਨਤੀ ਕੀਤੀ, ਬਹੁਤ ਕੁਛ ਅਜੇ ਹੋ ਰਿਹਾ ਤੇ ਅਗਾਂਹ ਵੀ ਹੋਣਾ ਹੈ। ਇਹ ਜਿੰਨਾ ਚਿਰ ਰਾਜਨੀਤੀ ਜਿਹੜੀ ਹੈ ਇਹਦਾ ਨਹੀਂ ਨਾ ਸਾਡੇ ਸਿੱਖੀਜ਼ਮ ਦੇ ਵਿੱਚੋਂ ਦਬਦਬਾ ਪਾਸੇ ਹੁੰਦਾ ਜਾਂ ਕੰਟਰੋਲ 'ਚ ਨਹੀਂ ਆਉਂਦੀ, ਉਹਨਾਂ ਚਿਰ ਬਹੁਤ ਕੁਛ ਵਿਗੜਨਾ ਮਾਹੌਲ। ਖੈਰ 23 ਪੋਹ ਉਸ ਸਮੇਂ 22 ਦਸੰਬਰ ਨੂੰ ਸੀ, ਤੇ ਜਿਸ ਦਿਨ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ ਵਿੱਚ, ਉਸ ਦਿਨ ਵੀ 22 ਦਸੰਬਰ ਸੀ। ਦਿਨ ਵੇਖੋ ਕੁਦਰਤੀ ਸਵੱਬ ਕੈਸੇ ਬਣ ਰਹੇ। ਇੱਕ ਪਾਸੇ ਪਿਤਾ ਦਾ ਜਨਮ ਦਿਨ ਹੈ, ਪ੍ਰਕਾਸ਼ ਦਿਹਾੜਾ, ਇੱਕ ਪਾਸੇ ਪੁੱਤਰ ਸ਼ਹਾਦਤਾਂ ਦੇ ਰਹੇ ਨੇ। ਔਰ ਉਹ ਦਿਨ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹ ਸ਼ਹਾਦਤਾਂ ਦਾ ਦਿਨ ਚਮਕੌਰ ਦੀ ਗੜੀ ਵਿੱਚ ਖੜ ਕੇ ਜਦੋਂ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਸੀ ਤੇ ਜਕਾਰੇ ਗਜਾਏ ਸੀ, ਚੜ੍ਹਦੀ ਕਲਾ ਦੇ ਜਕਾਰੇ। ਇਹ ਉਹ ਦਿਨ ਚੱਲ ਰਹੇ ਨੇ। ਸਾਡੀ ਸੁਰਤ 'ਚੋਂ ਕਿਤੇ ਵਿਸਰ ਨਾ ਜਾਣ। ਮੈਂ ਆਪਣੇ ਪ੍ਰਕਰਣ ਵਾਲੇ ਪਾਸੇ ਨੂੰ ਵੀ ਆਉਣਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਉਹ ਸਿੱਖ ਆਇਆ, ਕਹਿਣ ਲੱਗਾ ਮਹਾਰਾਜ ਮੈਂ ਕੁਝ ਸਮਾਂ ਤੁਹਾਡੇ ਕੋਲ ਰਹਿ ਕੇ ਇੱਥੇ ਸੇਵਾ ਕਰਨੀ ਹੈ। ਇਹ ਨੁਕਤਾ ਬੜਾ ਬਰੀਕੀ ਵਾਲਾ ਜੇ, ਕੋਸ਼ਿਸ਼ ਕਰਿਓ ਜੇ ਪਕੜ 'ਚ ਆ ਜੇ। ਜਿਹੜਾ ਸ਼ਬਦ ਭੈਣ ਜੀ ਹੋਰਾਂ ਗਾਇਨ ਕੀਤਾ ਨਾ, ਸਮਝ ਲਓ ਉਹਦੇ ਅਰਥ ਨੇ ਇਸ ਗਾਥਾ ਦੇ ਵਿੱਚ ਸਾਰੇ। ਕਹਿਣ ਲੱਗਾ ਮਹਾਰਾਜ ਤਰੀਕਾ ਦੱਸੋ ਕਿਵੇਂ ਸੇਵਾ ਕਰਾਂ। ਗੁਰੂ ਸਾਹਿਬ ਕਹਿਣ ਲੱਗੇ ਜਦੋਂ ਸੇਵਾ ਕਰਨੀ ਹੈ ਨਾ, ਤੇਰਾ ਧਿਆਨ ਜਿਹੜਾ ਹੈ ਉਹਦੇ ਵਿੱਚ ਫਿਰ ਸੇਵਾ ਨਾ ਹੋਵੇ। ਅਸੀਂ ਤਾਂ ਕਹਿੰਦੇ ਹਾਂ ਵੀ ਜਦੋਂ ਬਾਣੀ ਪੜ੍ਹਦੇ ਹਾਂ, ਕੋਈ ਕੰਮ ਕਰਦੇ, ਸਾਡਾ ਧਿਆਨ ਜਿਹੜਾ ਉਹਦੇ ਵਿੱਚ ਉਹ ਚੀਜ਼ ਹੋਣੀ ਚਾਹੀਦੀ ਹੈ। ਕਹਿਣ ਲੱਗਾ ਮਹਾਰਾਜ ਜੇ ਉਹ ਨਾ ਹੋਵੇ ਤਾਂ ਫਿਰ ਧਿਆਨ ਵਿੱਚ ਕੀ ਹੋਵੇ।
ਗੁਰੂ ਸਾਹਿਬ ਕਹਿਣ ਲੱਗੇ ਸਰੀਰ ਨਾਲ ਤਨ ਨਾਲ ਸੇਵਾ ਕਰ, ਪਰ ਤੇਰੇ ਮਨ ਦੇ ਵਿੱਚ ਸੇਵਾ ਨਹੀਂ, ਤੇਰੇ ਮਨ ਵਿੱਚ ਤੇਰਾ ਗੁਰੂ ਹੋਣਾ ਚਾਹੀਦਾ ਹੈ। ਮਨ ਦਾ ਸੰਬੰਧ ਗੁਰੂ ਨਾਲ ਹੈ। ਗੁਰੂ ਰਹਿਮਤ ਕਰਿਆ ਨੁਕਤਾ ਸਾਡਾ ਪਕੜ ਚ ਆ ਜਾਏ ਕਿਤੇ। ਇਸੇ ਲਈ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਪੁੱਛ ਲੈਣਾ, ਆਪਾਂ ਗੁਰੂ ਸਾਹਿਬ ਜੀ ਨੂੰ ਪੁੱਛ ਲੈਂਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਗੁਰ ਕਾ ਸ਼ਬਦ ਬਣਾਵੋ ਇਹ ਮਨ, ਇਸ ਮਨ ਨੂੰ ਗੁਰੂ ਦਾ ਸ਼ਬਦ ਬਣਾ ਲਓ, ਭਾਵ ਜੋ ਸ਼ਬਦ ਵਿੱਚ ਹੈ ਉਹ ਮਨ ਵਿੱਚ ਹੋਵੇ। ਗੁਰੂ ਰਹਿਮਤ ਕਰੇ ਨੁਕਤਾ ਸਾਡੀ ਪਕੜ ਚ ਆ ਜਾਏ। ਮਨ ਵਿੱਚ ਸਾਡੇ ਗੁਰੂ ਹੋਵੇ। ਜੇ ਮਨ ਵਿੱਚ ਗੁਰੂ ਹੋਵੇਗਾ, ਤਨ ਤੋਂ ਨਾ ਕਦੀ ਤਨ ਥੱਕੇਗਾ, ਨਾ ਕਦੀ ਤਨ ਅੱਕੇਗਾ। ਤਨ ਦੇ ਉੱਤੇ ਕਿੰਨੇ ਵੀ ਕੋਈ ਤਸੀਹੇ ਦੇ ਰਿਹਾ ਹੈ, ਮੈਂ ਬੇਨਤੀ ਕਰਾਂ ਤਸੀਹਾਂ ਦਾ ਕਦੇ ਮਨ ਦੇ ਉੱਤੇ ਪ੍ਰਭਾਵ ਨਹੀਂ ਪਏਗਾ ਜੇ ਮਨ ਵਿੱਚ ਗੁਰੂ ਹੋਵੇਗਾ। ਜਿਹੜੇ ਸ਼ਹੀਦਾਂ ਨੂੰ ਆਰਿਆਂ ਨਾਲ ਚੀਰਿਆ ਜਾਂਦਾ ਹੈ, ਉਬਲਦੀਆਂ ਦੇਗਾਂ ਚੋਂ ਬਾਲਿਆ ਜਾਂਦਾ ਹੈ, ਖੋਪਰ ਜਿਨ੍ਹਾਂ ਦੇ ਉਤਾਰੇ ਜਾਂਦੇ, ਪੀੜਾ ਦਰਦ ਕਿਉਂ ਨਹੀਂ ਮਹਿਸੂਸ ਹੋ ਰਿਹਾ? ਕਿਉਂਕਿ ਮਨ ਦੇ ਵਿੱਚ ਗੁਰੂ ਬੈਠਾ ਹੈ। ਜਦੋਂ ਮਨ ਵਿੱਚ ਗੁਰੂ ਬੈਠਾ ਹੈ, ਮਨ ਦ੍ਰਿੜ ਗੁਰੂ ਨਾਲ ਜੁੜਿਆ ਹੋਇਆ ਹੈ, ਫਿਰ ਤਨ ਦੇ ਨਾਲ ਕੀ ਕੁਛ ਵਾਪਰ ਰਿਹਾ ਨਹੀਂ ਪਤਾ ਲੱਗਦਾ। ਕਈ ਵਾਰ ਆਪਾਂ ਕਹਿ ਵੀ ਦਿੰਦੇ ਹਾਂ ਨਾ, ਬੰਦੇ ਦਾ ਮਨ ਕਿਤੇ ਹੋਰ ਗਿਆ ਹੋਵੇ ਤੇ ਕੋਈ ਗੱਲ ਦੱਸ ਰਿਹਾ ਹੋਵੇ, ਆਪਾਂ ਕਹਿੰਦੇ ਯਾਰ ਮੈਂ ਸੁਣਿਆ ਨਹੀਂ, ਮੇਰਾ ਧਿਆਨ ਕਿਤੇ ਹੋਰ ਸੀ। ਗੁਰਬਾਣੀ ਇਸੇ ਕਰਕੇ ਵਾਰ-ਵਾਰ, ਜਦ ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ, ਜਿਹੜੇ ਭੋਗ ਦੇ ਸ਼ਲੋਕ ਸੁਣਦੇ ਆ ਸਾਰੰਸ਼ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਹਰੇਕ ਸ਼ਲੋਕ ਦੇ ਵਿੱਚ ਕਿੱਡਾ ਖੂਬਸੂਰਤ ਸਿਧਾਂਤ ਹੈ। ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਸੁਨ ਰੇ ਮਨਾ। ਮਨ ਨੂੰ ਸੰਬੋਧਨ ਕੀਤਾ ਗਿਆ ਕਿਉਂਕਿ ਸ਼ਬਦ ਦਾ ਸੰਬੰਧ ਹੀ ਮਨ ਦੇ ਨਾਲ ਹੈ, ਬਾਣੀ ਦਾ ਸੰਬੰਧ ਹੀ ਸਾਡੇ ਮਨ ਦੇ ਨਾਲ ਹੈ। ਇਸੇ ਲਈ ਬਚਨਾ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਜਿਸ ਸਮੇਂ ਚਮਕੌਰ ਦੀ ਗੜੀ ਗੁਰੂ ਸਾਹਿਬ ਪਹੁੰਚਦੇ ਨੇ ਨਾ, ਇਹ ਮੈਂ ਨੁਕਤੇ ਨਾਲ ਨਾਲ ਤੁਹਾਡੇ ਤਾਂ ਸਾਂਝੇ ਕਰ ਰਿਹਾ, ਇਤਿਹਾਸ ਦੇ ਤੱਥ ਵੀ, ਇੱਕ ਤੇ ਸਾਰੀਆਂ ਇਤਿਹਾਸਕ ਗਾਥਾਵਾਂ ਯਾਦ ਸਾਡੇ ਜਗ ਜਾਣ ਸਾਡੇ ਅੰਦਰ, ਦੂਸਰਾ ਨਾਲ ਨਾਲ ਵਿਚਾਰ ਜਿਹੜੀ ਸਾਡੀ ਪਕੜ ਚ ਆ ਜਾਏ। ਉਸ ਸਮੇਂ ਦਾ ਸੀਨ ਵਿਦਵਾਨਾਂ ਨੇ ਬੜਾ ਖੂਬਸੂਰਤ ਲਿਖਿਆ ਹੈ। ਉਹ ਕਹਿੰਦੇ ਜਦੋਂ ਸ਼ਾਮ ਦਾ ਵਕਤ ਹੋਇਆ, ਚਮਕੌਰ ਦੀ ਗੜੀ ਦੇ ਵਿੱਚ, ਕਿਉਂਕਿ ਰਾਤ ਦੇ ਸਮੇਂ ਜੰਗ ਜਿਹੜੀ ਸੀ ਰੁਕ ਜਾਂਦੀ ਸੀ, ਗੁਰੂ ਸਾਹਿਬ ਜੀ ਨੇ ਸ਼ਾਮ ਦੇ ਵਕਤ ਸੋਦਰ ਦੀ ਜਿਹੜੀ ਸਮਾਪਤੀ ਕੀਤੀ, ਬਾਹਰ ਨਿਕਲੇ ਨੇ। ਕੀ ਦੇਖਦੇ ਨੇ? ਕੋਈ ਗੁਰਸਿੱਖ ਘੋੜੇ ਦੀ ਕਾਠੀ ਥੱਲੇ ਰੱਖ ਕੇ ਉਹਦੇ 'ਤੇ ਲੇਟਿਆ ਹੋਇਆ ਸਿਰ ਰੱਖ ਕੇ, ਕੋਈ ਗੁਰਸਿੱਖ ਉੱਥੇ ਮਿੱਟੀ ਦਾ ਢੇਰ ਹੈ ਉਹਦੇ 'ਤੇ ਲੇਟਿਆ ਹੈ, ਕੋਈ ਕਿਤੇ ਹੈ ਕੋਈ ਕਿਤੇ ਹੈ। ਕਿਸੇ ਦੇ ਜ਼ਖਮਾਂ ਵਿੱਚੋਂ ਖੂਨ ਵਗ ਵਗ ਕੇ ਖੂਨ ਪੱਕ ਚੁੱਕਿਆ ਹੈ, ਜੰਮ ਚੁੱਕਿਆ ਹੈ। ਜ਼ਖਮਾਂ ਦੇ ਵਿੱਚੋਂ ਜਦੋਂ ਦਰਦ ਦੀਆਂ ਟੀਸਾਂ ਨਿਕਲਦੀਆਂ ਨੇ ਨਾ, ਤੇ ਉਹਨਾਂ ਦੇ ਫਿਰ ਮੂੰਹ ਦੇ ਵਿੱਚੋਂ ਗੁਰੂ ਸ਼ਬਦ ਨਿਕਲਦਾ ਹੈ। ਉਹ ਗੁਰੂ ਕਹਿੰਦੇ ਨੇ। ਭਾਵ ਜਦੋਂ ਕੋਈ ਵਿਪਤਾ 'ਚ ਹੋਵੇ, ਦੁੱਖ 'ਚ ਹੋਵੇ, ਤਕਲੀਫ 'ਚ ਹੋਵੇ, ਪੀੜਾ ਵਿੱਚ ਹੋਵੇ, ਫਿਰ ਜਿਹਦੇ ਨਾਲ ਸਭ ਤੋਂ ਜ਼ਿਆਦਾ ਮਨ ਦਾ ਸੰਬੰਧ ਹੁੰਦਾ ਨਾ, ਉਹਦਾ ਹੀ ਜ਼ੁਬਾਨ ਵਿੱਚ ਨਾਂ ਆਉਂਦਾ ਹੈ। ਨਹੀਂ ਜ਼ਿਆਦਾਤਰ ਕੋਈ ਗੱਲ ਹੋਵੇ ਆਪਾਂ ਕਹਿੰਦੇ ਹਾਏ ਮਾਂ, ਕਿਉਂਕਿ ਜਿਹਦੇ ਨਾਲ ਗਹਿਰਾ ਰਿਸ਼ਤਾ ਹੁੰਦਾ, ਸੰਬੰਧ ਹੁੰਦਾ ਹੈ। ਮਨ ਦੇ ਨਾਲ ਗੁਰੂ ਦਾ, ਮਨ ਦਾ ਗੁਰੂ ਦੇ ਨਾਲ ਕਿੰਨਾ ਗਹਿਰਾ ਰਿਸ਼ਤਾ, ਗੁਰੂ ਜੀ ਨੂੰ ਪੁੱਛ ਲੈਂਦੇ ਆਪਾਂ। ਗੁਰੂ ਜੀ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ। ਕਿਹਨੂੰ ਕਿਹਾ ਜੀ? ਮਨ ਨੂੰ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਗੁਰੂ ਗੁਰ ਗੁਰ ਕਰ ਮਨ ਮੇਰੇ। ਕਿਤੇ ਖੂਬਸੂਰਤ ਨੁਕਤੇ ਸਾਡੀ ਸਮਝ ਵਿੱਚ ਆ ਜਾਣ। ਖੈਰ, ਕਹਿਣ ਲੱਗਾ ਜੀ 7 ਬਚਨ, ਸੇਵਾ ਕਰਨ ਲੱਗ ਪਿਆ। ਲੰਗਰਾਂ ਦੀ ਸੇਵਾ ਕਰਨੀ, ਬਾਹਰੋਂ ਬਾਲਣ ਲੈ ਕੇ ਆਉਣਾ, ਬਰਤਨ ਸਾਫ਼ ਕਰਨੇ। ਤੇ ਜਦੋਂ ਗੁਰੂ ਸਾਹਿਬ ਜੀ ਨੇ ਕਈ ਵਾਰ ਸੇਵਾ ਦੀ ਗੱਲ ਸਮਝਾਉਣੀ ਨਾ ਸੰਗਤ ਨੂੰ, ਤੇ ਉਹਨਾਂ ਨੇ ਉਸ ਗੁਰਸਿੱਖ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕਰਨਾ, ਸਮਝਾਉਣਾ ਵੀ ਸੇਵਾ ਕਰਿਆ ਕਰੋ, ਪਰ ਸੇਵਾ ਕਰਿਆ ਕਰੋ ਜਿਸ ਤਰ੍ਹਾਂ ਇਹ ਕਰ ਰਿਹਾ ਸਿੱਖ। ਉਹਦਾ ਨਾਂ ਇਤਿਹਾਸ ਵਿੱਚ ਕੁਝ ਵਿਦਵਾਨਾਂ ਨੇ ਭਾਈ ਜੱਗਾ ਸਿੰਘ ਕਰਕੇ ਲਿਖਿਆ ਹੈ। ਭਾਈ ਜੱਗਾ ਸਿੰਘ ਵਾਂਗ ਸੇਵਾ ਕਰਿਆ ਕਰੋ। ਹੁਣ ਜਿਹੜੇ ਪਹਿਲੇ ਸੀ ਉੱਥੇ ਸੇਵਾ ਕਰਦੇ ਸੀ ਸਿੱਖ, ਉਹਨਾਂ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਕੀ ਈਰਖਾ ਉੱਠ ਪਈ। ਅਸੀਂ ਇੰਨੇ ਪੁਰਾਣੇ, ਇਹ ਜੇ ਕੱਲ੍ਹ ਆਇਆ ਹੈ, ਤੇ ਗੁਰੂ ਸਾਹਿਬ ਇਹਨੂੰ ਸਤਿਕਾਰ ਮਾਣ ਬਹੁਤ ਦੇਣ ਲੱਗ ਪਏ ਆ।
ਇਹ ਅੱਗੇ ਹੋ ਕੇ ਸੇਵਾ ਕਰਦਾ ਹੈ। ਕਿਸੇ ਤਰ੍ਹਾਂ ਇਹਨੂੰ ਪਾਸੇ ਕਰੀਏ ਜਾਂ ਇੱਥੋਂ ਇਹਨੂੰ ਕੱਢੀਏ ਤਾਂ ਕਿ ਸਾਡਾ ਜਿਹੜਾ ਹੈ ਉਹ ਪਹਿਲਾਂ ਵਾਲਾ ਹਿਸਾਬ ਬਣਿਆ ਰਹੇ। ਇਹ ਵੀ ਕੁਦਰਤੀ ਹੋ ਜਾਂਦਾ ਜੀ। ਅੱਜ ਕਿਸੇ ਨੂੰ ਕਹੋ ਨਾ ਵੀ ਗੁਰਬਾਣੀ ਆਹ ਗੱਲ ਸਮਝਾ ਲੈ, ਹੋਰ ਦੂਰ ਕਿਉਂ ਜਾਓ, ਮੈਂ ਆਪਣੀ ਹੀ ਘਟਨਾ ਦੱਸ ਦਿੰਦਾ। ਸਾਡਾ ਪਿੰਡ ਜਿਹੜਾ ਨਗਰ ਹੈ, ਬੀੜ ਬਾਬਾ ਬੁੱਢਾ ਸਾਹਿਬ ਤੋਂ ਕਰੀਬਨ 5-6 ਕਿਲੋਮੀਟਰ ਦੀ ਦੂਰੀ 'ਤੇ ਹੈ। ਬੀੜ ਬਾਬਾ ਬੁੱਢਾ ਸਾਹਿਬ ਦਾ ਤੁਹਾਨੂੰ ਪਤਾ ਹੀ ਇਤਿਹਾਸ ਤਾਂ ਸਾਰਾ, ਜਿੱਥੇ ਮਾਤਾ ਗੰਗਾ ਜੀ ਗਏ, ਉਹ ਸਾਰਾ ਇਤਿਹਾਸ ਹੈ। ਮੈਂ ਕਈ ਵਾਰ ਕਹਿਣਾ ਆਪਣੀ ਦਾਦੀ ਨੂੰ, ਮੈਂ ਕਹਿਣਾ ਮਾਤਾ, ਸਿੱਖ ਕਦੇ ਗੁਰੂ ਦਾ ਬੁਰਾ ਨਹੀਂ ਚਾਹੁੰਦਾ, ਸਿੱਖ ਕਦੇ ਗੁਰੂ ਨੂੰ ਮਾੜਾ ਨਹੀਂ ਕਹਿ ਸਕਦਾ। ਸਿੱਖ ਤੇ ਗੁਰੂ ਦੀਆਂ ਵਡਿਆਈਆਂ ਕਰਦਾ ਹੈ, ਗੁਰੂ ਦੀ ਸਿਫਤੋ ਸਲਾਹ ਕਰਦਾ ਹੈ, ਗੁਰੂ ਦੇ ਗੁਣ ਗਾਉਂਦਾ ਹੈ। ਸਿੱਖ ਵੀ ਕਦੇ ਗੁਰੂ ਨੂੰ ਕੁਛ ਵੀ ਸਿੱਖ ਤੇ ਇੰਨਾ ਸੂਝਵਾਨ ਹੁੰਦਾ ਹੈ, ਇੰਨਾ ਸੂਝਵਾਨ ਹੁੰਦਾ ਹੈ ਕਿ ਉਹ ਆਪਣੇ ਗੁਰੂ ਨੂੰ ਗੁਰ ਪਰਮੇਸ਼ਰ ਏਕੋ ਜਾਣ, ਆਪਣੇ ਗੁਰੂ ਨੂੰ ਪਰਮੇਸ਼ਰ ਦਾ ਰੂਪ ਮੰਨਦਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਰਾਪ ਨਹੀਂ ਦਿੱਤਾ। ਹਾਂ, ਸਿੱਖ ਅਰਦਾਸ ਕਰਦਾ ਹੈ, ਸਿੱਖ ਭਲਾ ਮੰਗਦਾ ਹੈ, ਸਿੱਖ ਅਰਦਾਸ ਕਰਦਾ ਹੈ, ਉਹਨੂੰ ਵਿਸ਼ਵਾਸ ਹੈ ਕਿ ਮੇਰੀ ਕੀਤੀ ਹੋਈ ਅਰਦਾਸ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀ। ਅਰਦਾਸ ਦਾ ਵਿਧਾਨ ਵੀ ਹੈ ਸਿੱਖੀਜ਼ਮ ਦੇ ਵਿੱਚ। ਉਹਨੇ ਮੈਨੂੰ ਪਤਾ ਕੋਈ ਕਹਿਣਾ, ਲੈ ਤੂੰ ਕੱਲ ਜੰਮਿਆ ਤੇ ਅੱਜ ਮੈਨੂੰ ਸਮਝਾਉਣ ਲੱਗਿਆ। ਅਸੀਂ ਤੇ ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਬਾਬਾ ਬੁੱਢਾ ਸਾਹਿਬ ਜੀ ਨੇ ਸਰਾਪ ਦੇ ਦਿੱਤਾ ਸੀ, ਗੁਰੂ ਕਿਆਂ ਨੂੰ ਕਿੱਧਰ ਭਾਜਣਾ ਪਈਆਂ। ਇੰਨੀਆਂ ਗੱਲਾਂ ਪ੍ਰਚਾਰੀ ਗਈ, ਇੰਨੀ ਗੱਲ ਸਾਡੇ ਕਿ ਸਾਡੇ ਜਿਹੜੇ ਸ਼ੁਰੂ ਤੋਂ ਸੁਣਦੇ ਆ ਰਹੇ ਨੇ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ। ਉਹਨਾਂ ਕੋਲ ਇੱਕੋ ਹੀ ਸਵਾਲ ਹੁੰਦਾ, ਆਹ ਜਿਹੜੇ ਕੱਲ ਆਏ ਨੇ ਨਾ ਪ੍ਰਚਾਰਕ, ਵੇਖੋ ਜੀ, ਕਿਉਂਕਿ ਜਿਹੜੇ ਪੁਰਾਣੇ ਨੇ, ਪਹਿਲੇ ਨੇ, ਚੱਲੇ ਆ ਰਹੇ ਨੇ, ਉਹਨਾਂ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਇੱਕ ਕਹਿ ਲਓ ਤੁਸੀਂ ਕਿ ਈਰਖਾ ਜਾਂ ਜੈਲਸੀ ਉੱਠਣੀ ਸ਼ੁਰੂ ਹੋ ਜਾਂਦੀ। ਇਹ ਅੱਗੇ ਆ ਗਏ, ਇਹ ਮੂਹਰੇ ਆ ਗਏ, ਜਾਂ ਇਹ ਜਿਹੜੇ ਨੇ ਗੁਰਬਾਣੀ ਦੀ ਵਿਚਾਰ ਨੂੰ ਹੀ ਸਭ ਤੋਂ ਅੱਗੇ ਰੱਖਣ ਲੱਗ ਪਏ। ਉਸੇ ਤਰੀਕੇ ਨਾਲ ਭਾਈ ਜੱਗਾ ਸਿੰਘ ਜੀ ਨਾਲ ਵਰਤਾਓ ਹੋਣ ਲੱਗਾ। ਇਹ ਅਜੇ ਕੱਲ ਆਇਆ, ਗੁਰੂ ਸਾਹਿਬ ਇਹਦੀਆਂ ਬਾਤਾਂ ਦਾ ਸਮਝਾਉਂਦੇ ਨੇ, ਸਿੱਖਾਂ ਨੂੰ ਸਮਝਾਉਂਦੇ ਨੇ, ਭਾਈ ਜਿਸ ਤਰ੍ਹਾਂ ਇਹ ਸੇਵਾ ਕਰਦਾ ਤੁਸੀਂ ਵੀ ਉਸ ਤਰ੍ਹਾਂ ਕਰੋ। ਇੱਕ ਦਿਨ ਜਦੋਂ ਭਾਈ ਜੱਗਾ ਸਿੰਘ ਕਿਤੇ ਬਾਹਰ ਜੰਗਲ 'ਚ ਗਏ ਸੀ ਨਾ ਲੱਕੜਾਂ ਲੈਣ ਲਈ, ਬਾਲਣ ਵਾਸਤੇ, ਤੇ ਉਹ ਈਰਖਾਲੂ ਜਿਹੜੇ ਸੀ ਨਾਲ ਹੀ ਪਿੱਛੇ ਚੱਲ ਪਏ। ਜੰਗਲ ਵਿੱਚ ਜਾ ਕੇ ਉਹਨਾਂ ਦੇਖਿਆ ਵੀ ਹੁਣ ਇੱਥੇ ਹੋਰ ਤੇ ਕੋਈ ਹੈ ਨਹੀਂ, ਇਹਨੂੰ ਇੰਨਾ ਕੁੱਟੋ ਮਾਰੋ ਕਿ ਇੱਥੋਂ ਹੀ ਚਲੇ ਜਾਵੇ, ਘਰ ਵਾਪਸ ਆਵੇ ਹੀ ਨਾ ਗੁਰੂ ਵਾਲੇ ਪਾਸੇ। ਉਹਨਾਂ ਨੇ ਆਪਣੇ ਨੂੰ ਕੁੱਟਿਆ ਮਾਰਿਆ ਇੰਨਾ ਜ਼ਿਆਦਾ ਕਿ ਉਹ ਬੇਹੋਸ਼ ਹੋ ਕੇ ਡਿੱਗ ਪਏ। ਮਨ ਵਿੱਚ ਇੱਕ ਸਹਿਮ ਜਿਹਾ ਬੈਠ ਗਿਆ, ਕਿਤੇ ਮਾਰੀ ਨਾ ਗਏ ਹੋਣ। ਜੋ ਸੋਚਿਆ ਚਲੋ ਆਪਾਂ ਨੂੰ ਵਾਪਸ ਚੱਲੀਏ। ਜਦੋਂ ਵਾਪਸ ਗਏ, ਉੱਧਰੋਂ ਕਿਸੇ ਨੇ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਦੱਸਿਆ, ਮਹਾਰਾਜ ਤੁਹਾਡਾ ਇੱਕ ਸਿੱਖ ਜੀ ਉੱਥੇ ਬਾਹਰ ਪਿਆ, ਸਹਿਕਦਾ ਪਿਆ ਹੈ। ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਭਾਈ ਜੱਗਾ ਸਿੰਘ ਗਏ ਸੀ ਉੱਥੇ ਬਾਲਣ ਲੈਣ ਵਾਸਤੇ। ਉਸੇ ਵੇਲੇ ਗੁਰੂ ਸਾਹਿਬ ਚੱਲ ਪਏ, ਨਾਲ ਸਿੱਖ ਚੱਲ ਪਏ। ਗੁਰੂ ਸਾਹਿਬ ਜੀ ਨੇ ਗਰਮ ਗਰਮ ਦੁੱਧ ਵਿੱਚ ਘਿਓ ਪਵਾ ਕੇ ਮੰਗਵਾਇਆ, ਛੇਤੀ ਲੈ ਕੇ ਆਓ। ਜਦੋਂ ਉੱਥੇ ਪਹੁੰਚੇ ਨਾ, ਗੁਰੂ ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ, ਭਾਈ ਜੱਗਾ ਸਿੰਘ ਦਾ ਸਿਰ ਗੋਦੀ 'ਚ ਰੱਖਿਆ, ਮੂੰਹ ਸਾਫ਼ ਕੀਤਾ ਤੇ ਗਰਮ ਗਰਮ ਦੁੱਧ ਨੂੰ ਸੁਰਤ ਵਿੱਚ ਲਿਆ ਕੇ ਪਿਲਾਇਆ। ਜੋ ਦੁੱਧ ਪੀਤਾ, ਸੁਭਾਵਿਕ ਹੈ ਕਿ ਜੋ ਗਰਮ ਦੁੱਧ ਪੀਤਾ ਤੇ ਸਰੀਰ ਦੇ ਵਿੱਚ ਜਿਹੜੀ ਸੀ ਥੋੜ੍ਹੀ ਬਹੁਤੀ ਗਰਮੈਸ਼ ਆਈ। ਉਠਾ ਕੇ ਬਿਠਾਇਆ ਸਪੋਰਟ ਦੇ ਕੇ, ਪੁੱਛਿਆ ਭਾਈ ਜੱਗਾ ਸਿੰਘ ਤੂੰ ਤੇ ਕਿਸੇ ਨਾਲ ਈਰਖਾ ਹੀ ਨਹੀਂ ਕਰਦਾ, ਤੂੰ ਤੇ ਕਦੀ ਕਿਸੇ ਨੂੰ ਮਾੜਾ ਨਹੀਂ ਬੋਲਦਾ, ਤੂੰ ਤੇ ਹਰ ਵੇਲੇ ਸੇਵਾ ਵਿੱਚ ਰਹਿਣਾ ਹੈ, ਫਿਰ ਤੇਰੇ ਨਾਲ ਇਹ ਸਾਰਾ ਕੁਛ ਕਿਉਂ ਵਾਪਰਿਆ? ਉਹ ਕੌਣ ਲੋਕ ਸੀ ਜਿਨ੍ਹਾਂ ਨੇ ਤੇਰੇ ਨਾਲ ਕੁੱਟਮਾਰ ਕੀਤੀ ਹੈ? ਇੱਕ ਵਾਰੀ ਨਾਂ ਦੱਸ ਉਹਨਾਂ ਦੇ। ਹੁਣ ਕੋਈ ਮੇਰੇ ਵਰਗਾ ਹੁੰਦਾ ਤੇ ਹੋ ਸਕਦਾ 2-4 ਜਿਨ੍ਹਾਂ ਨਾਲ ਨਹੀਂ ਸੀ ਬਣਦੀ ਉਹ ਵੀ ਨਾਲ ਕੱਢ ਦਿੰਦਾ, ਆਹ ਵੀ ਨਾਲ ਹੀ ਸੀ। ਜਦੋਂ ਗੁਰੂ ਸਾਹਿਬ ਨੇ ਪੁੱਛਿਆ ਤੇ ਭਾਈ ਜੱਗਾ ਸਿੰਘ ਕਹਿਣ ਲੱਗੇ ਮਹਾਰਾਜ ਸੱਚ ਦੱਸਾਂ? ਕਹਿਣ ਲੱਗੇ ਹਾਂ। ਕਹਿਣ ਲੱਗੇ ਮਹਾਰਾਜ ਜਿਹਨੇ ਹੁਣੇ ਦੁੱਧ ਪਿਲਾਇਆ ਨਾ ਗਰਮ ਗਰਮ ਉਹਨੇ ਮਾਰਿਆ। ਗੁਰੂ ਸਾਹਿਬ ਕਹਿਣ ਲੱਗੇ ਦੁੱਧ ਤੇ ਮੈਂ ਪਿਲਾਇਆ। ਗੁਰੂ ਆਪਣੇ ਸਿੱਖ ਨੂੰ ਤੇ ਮਾਰ ਤੋਂ ਬਚਾਉਂਦਾ ਹੈ, ਗੁਰੂ ਕਿਉਂ ਮਾਰੇਗਾ ਆਪਣੇ ਸਿੱਖ ਨੂੰ? ਗੁਰੂ ਦੀ ਸ਼ਰਨ ਵਿੱਚ ਆਇਆ ਤੇ ਮਾਰਾਂ ਤੋਂ ਮੁਕਤੀ ਮਿਲਦੀ ਹੈ। ਤੂੰ ਧਿਆਨ ਦੇ ਕੇ ਦੱਸ, ਜਦੋਂ ਮਾਰਦੇ ਸੀ ਕੌਣ ਸੀ? ਕਹਿਣ ਲੱਗੇ ਮਹਾਰਾਜ ਜਿਸ ਦਿਨ ਮੈਂ ਪਹਿਲੇ ਦਿਨ ਤੁਹਾਡੇ ਕੋਲ ਆਇਆ ਸੀ ਮੈਂ ਬੇਨਤੀ ਕੀਤੀ ਸੀ ਮਹਾਰਾਜ ਸੇਵਾ ਕਰਨੀ ਹੈ। ਕਿਵੇਂ ਕਰਾਂ? ਤੁਸੀਂ ਕਿਹਾ ਸੀ ਤੇਰੇ ਤਨ ਦੇ ਨਾਲ ਸੇਵਾ ਕਰੀ ਪਰ ਤੇਰੇ ਧਿਆਨ ਦੇ ਵਿੱਚ ਤੇਰਾ ਗੁਰੂ ਹੋਣਾ ਚਾਹੀਦਾ ਹੈ, ਧਿਆਨ 'ਚ ਕੋਈ ਹੋਰ ਨਾ ਹੋਵੇ।
ਖੇਡ ਸਾਰੀ ਧਿਆਨ ਦੀ ਹੈ। मैं पिछले दिन बेनती की सी, अरदास करते हैं आप हुण भी होनी है। जिहड़ी अकाल पुरख परमात्मा दे अगे अरदास हुंदी है, वो शुरू हुंदी है हे निमाणियां दे मान ने ताणियां दे ताण। इत्थों इस तो पहला जिहड़ा जिन्ने भी पैरे ने वो अकाल पुरख सतगुरु दे अगे अरदास दे नाल नहीं जुड़े हुए। वो जिहड़ी संगत उत्थे खड़ी हथ जोड़ के उन्हां वास्ते है। उन्हां नूं कहा जांदा है जिन्हां ਸਿੰਘਾਂ ਸਿੰਘਣੀਆਂ धर्म हेत सीस दिते, बंद बंद कटवाए, खोपरियां लोहाइयां, चरखड़ियां ते चढ़े, आरियां नाल चरवाए, गुरद्वारियां दे सेवा लई कुर्बानियां कीतियां, धर्म नहीं हारिया, सिੱਖੀ केसां सवासां संग निभाई, तिन्हां दी कमाई दा ध्यान धर के बोलो जी। उन्हां नूं कहा जांदा जिहड़े खड़े ने उत्ते। और गुरु साहिब जी नूं थोड़ी कहा जांदा तिन्हां दी कमाई दा ध्यान धर के बोलो जी। उन्होंने कहा जाता क्यों? क्योंकि ध्यान का उत्थे होना बहुत जरूरी है। ध्यान दे विच वो सारा कुछ होना बहुत जरूरी है जो बोलिया जा रहा है। नहीं तो कई बार मेरे वर्गिਆਂ ਨੂੰ तो उदों ही पता लगता भी अरदास हो गई जो नाल दा मत्था टेकन लगता है नानक नाम चढ़दी कला ते। जां जे किते किसी ने भाई साहब नूं दिते होण भी भाई साहब जी आ साडी अरदास है, साडी लिस्ट है, ये जरूर अरदास दे विच करिओ। ध्यान हुंदा कि भाई साहब मेरा नाम लै रहे कि नहीं लै रहे। जे किते भाई साहब कोलों नाम विसर गया, बाकी रहिंदी अरदास फिर अंदरे अंदरे ही रहिंदी कमेटी नाल करदा गल, भाई साहब ने मेरा नां क्यों नहीं लिया, भाई साहब नूं पुछदे आ, चंगी तरह पुछांगे। इहदा मतलब भाई साहब जो बोल रहे ने शुरू तो लैके वो ध्यान विच नहीं है। ध्यान उहदे नाल नहीं साडा जुड़िया होया। गुरु रहमत करिया नुकते साडी पकड़ च आ जाण। खैर कहन लगा महाराज तुसां पहले दिन ही बचन कीता सी, तन दे नाल सेवा कर, पर तेरे मन विच, तेरी सुरत विच, तेरे ध्यान दे विच तेरा गुरु होना चाहिए। महाराज जदों मेरे ध्यान विच मैं वेख्या तो उदों ते तुसीं सी ते गुरु गोबिंद सिंह पातशाह जी ने घुट के सीने नाल ला लिया। कहन लगे तैनूं समझ आ गई सिੱਖੀ की है। ते जिन्हां ने सारा कारा वरताया सी ना, वो ढह के आके डडिया के चरना ते डिग पे सतगुरु दे। कहन लगे महाराज माफ़ करियो, ये गलती साडे कोलों हुई है, गुनाह असीं कीता है, पर सानू नहीं सी पता सिख दा अंदर इहो जिहा। सिख ते अंदरों गुरु नाल जुड़िया होया है। ये चाहुंदा साडे सारिआं दे नाम तुहानूं दस सकदा सी। बड़ा खूबसूरत नुकता जी। जे ध्यान दे विच गुरु है, जे साडे मन दा संबंध गुरु दे नाल जुड़िया होया है, मैं फिर बेनती करां, इहदा अर्थ है कि साडा अंदर गुरु दे नाल जुड़िया होया है। जिन्हां दा अंदर गुरु दे नाल जुड़िया होया है, मैं बेनती करां उन्हां दा जीवन रब्बी मिलाप दा जीवन, परमात्मा दे मिलाप दा जीवन है। मैं पिछले दिन एक होर नुकता साझा कीता सी, क्योंकि गुरु दा संबंध है ही साडे अंदर नाल, गुरु दा संबंध है ही साडे मन दे नाल। गुरु की जिन्नी सिक्ख्या मन वास्ते है, मन नूं समझाया है। मन रे गहे हो ना गुर उपदेश, मन रे कौन कुमत तै लीनी, मन जप, मन नूं संबोधन है। जप मन सत नाम, मन नूं संबोधन है। गुरु का रिश्ता ही साडे मन दे नाल है। गुरु साडे मन, साडे अंदर, साडी सुरत नूं देखदा है। इसलिए बचन आउंदा है शब्द गुरु सुरत धुन चेला। रब्बी मिलाप भी उन्हां नूं ही जीवन दे विच हासिल होवेगा जिन्हां दे मन दा संबंध जिहड़ा गुरु दे नाल जुड़िया होया है। मैं बेनती करां जिन्हां दे तन दा संबंध ते गुरु दे नाल है, शरीर ते लिबास सारा कुछ धर्म दा पहरावा ते है, पर मन नहीं जे गुरु दे नाल जुड़िया, वो ते केवल शिंगारे हुए खाली भांडे ने, परंतु उन्हां दे विच तत्त नहीं जाएगा। जिवें सपरेटा हुंदा ना, सपरेटा पता ना, जिस दुध दे विचों क्रीम कढ लई जांदी है ते जिहड़ा पिछे बचदा उहनूं सपरेटा कहंदे, वो सस्ता विकदा है। उहनूं जिन्ना मर्जी कोई रिड़की जावे, फिर जिन्ना मर्जी जाग लाई जाओ, उहदे चों मक्खण नहीं निकलदा, क्योंकि तत्त ते उहदे च है ही नहीं। गुरु बख्शिश करिया नुकते साडी समझ आ जाण। आओ आपां गुरु गोबिंद सिंह पातशाही का प्रकाश पुरब है, नाल उन्हां शहीदां दा ये दिहाड़े चल रहे हैं। आपां थोड़ा जिहा इतिहास नूं जिहड़ा है अपनी सुरत दे विच वो इतिहासक तत्थ थोड़े जिहे ले आईए।
क्योंकि इतिहास बड़ा लंबेरा है, मैं पहला भी बेनती की सी। दूसरी चीज़ कि ਜਿਹੜੇ ਅਸੀਂ ਲੋਕ ਹੈ ਨਾ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸਾਨੂੰ ਇਸ ਗੱਲ ਦਾ ਪਤਾ ਹੈ, ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਵੀ ਇਹ ਗੱਲ ਦ੍ਰਿੜ ਕਰਵਾਈ ਹੋਈ ਸਾਨੂੰ ਕਿ ਗੁਰੂ ਕਰਨੀ ਤੇ ਕਥਨੀ ਦਾ ਪੱਕਾ ਹੈ। ਗੁਰੂ ਜੋ ਕਹਿੰਦਾ ਹੈ ਕਰਦਾ ਹੈ, ਜੋ ਗੁਰੂ ਕਰਦਾ ਹੈ ਉਹੀ ਕਹਿੰਦਾ ਹੈ। ਇਹ ਨਹੀਂ ਗੁਰੂ ਕਹਿੰਦਾ ਕੁਛ ਹੋਰ ਹੈ ਤੇ ਕਰਦਾ ਕੁਛ ਹੋਰ ਹੈ। ਬੜਾ ਖੂਬਸੂਰਤ ਨੁਕਤਾ ਜੀ। ਸਾਡੇ ਸਾਹਮਣੇ ਜਿਹੋ ਜਿਹੀਆਂ ਗੁਰੂ ਦੀਆਂ ਸਾਖੀਆਂ ਪਰੋਸੀਆਂ ਗਈਆਂ, ਜਦੋਂ ਗੁਰਬਾਣੀ ਪੜ੍ਹਦੇ ਹਾਂ ਉੱਥੇ ਕੁਛ ਹੋਰ ਹੈ, ਉਹਦਾ ਤੱਤ ਕੁਛ ਹੋਰ ਸਾਡੇ ਸਾਹਮਣੇ ਆਉਂਦਾ ਹੈ। ਬਿਲਕੁਲ ਵੱਖਰਾ ਵੱਖਰਾ ਕੀਤਾ ਹੈ। ਗੁਰੂ ਨੇ ਜੋ ਕੁਛ ਆਪਣੀ ਰਸਨਾ ਨਾਲ ਕਿਹਾ ਹੈ, ਤਨ ਦੇ ਉੱਤੇ ਵੀ ਉਹੀ ਕੁਛ ਹੰਡਾਇਆ ਹੈ। ਗੁਰੂ ਸਾਹਿਬ ਜੀ ਦੇ ਜੀਵਨ ਦੀ ਕਰਨੀ ਇੱਕ ਵੀ ਇਹੋ ਜਿਹੀ ਨਹੀਂ ਹੈਗੀ ਜਿਹੜੀ ਗੁਰੂ ਦੇ ਬਚਨਾਂ ਤੋਂ ਬਾਹਰ ਜਾਂਦੀ ਹੈ, ਗੁਰਬਾਣੀ ਤੋਂ ਬਾਹਰ ਜਾਂਦੀ ਹੈ। ਇਹਨੂੰ ਇੰਜ ਕਹਿ ਲਈਏ, ਜੋ ਕੁਛ ਗੁਰੂ ਨੇ ਕਿਹਾ ਹੈ ਲਿਖਿਆ ਹੈ, ਤੇ ਜੋ ਕੁਛ ਜੀਵਨ ਵਿੱਚ ਕੀਤਾ ਉਹ ਵਿਆਖਿਆ ਹੈ ਇਸ ਲਿਖੇ ਹੋਏ ਦੀ। ਗੁਰੂ ਨੇ ਜੋ ਕੁਛ ਜੀਵਨ 'ਚ ਕੀਤਾ ਹੈ ਉਹ ਗੁਰਬਾਣੀ ਦੀ ਵਿਆਖਿਆ ਹੈ। ਜੇ ਕਿਤੇ ਗੁਰਬਾਣੀ ਦੇ ਅਰਥ ਲੱਭਣੇ ਨੇ, ਨਹੀਂ ਲੱਭ ਰਹੇ, ਫਿਰ ਗੁਰੂ ਦੇ ਜੀਵਨ ਵਿੱਚ ਝਾਤ ਮਾਰੋ, ਉੱਥੇ ਪ੍ਰੈਕਟੀਕਲ ਸਾਨੂੰ ਜੀਵਨ ਦੇ ਅਰਥ ਲੱਭਣਗੇ। ਗੁਰੂ ਸਾਹਿਬ ਜੀ ਨੇ ਜੋ ਕੁਛ ਬਾਣੀ ਵਿੱਚ ਕਿਹਾ ਹੈ, ਇਹ ਖੂਬਸੂਰਤ ਨੁਕਤੇ ਸਾਡੀ ਪਕੜ ਵਿੱਚ ਆ ਜਾਣ। ਖੈਰ, ਮੈਂ ਆਪਣੇ ਪ੍ਰਕਰਨ ਵਾਲੇ ਪਾਸੇ ਆਵਾਂ। ਅਨੰਦਪੁਰ ਸਾਹਿਬ 6-7 ਮਹੀਨੇ ਦਾ ਇਤਿਹਾਸ ਦੇ ਜਿਵੇਂ ਤੱਥ ਦੱਸਦੇ ਨੇ ਘੇਰਾ ਹੈ। ਦੁਸ਼ਮਣ ਅੰਨ ਦਾ ਦਾਣਾ ਅੰਦਰ ਨਹੀਂ ਆਉਣ ਦੇ ਰਿਹਾ। ਜਿਹੜਾ ਸਤਲੁਜ ਦਰਿਆ ਦੇ ਵਿੱਚੋਂ ਸੂਆ ਪਾਣੀ ਦਾ, ਜਿਹਨੂੰ ਕੱਸੀ ਕਹਿੰਦੇ ਆਪਾਂ, ਜਾਂ ਕੁਛ ਇਲਾਕਿਆਂ ਸ਼ਾਇਦ ਚੋਹ ਸ਼ਬਦ ਵਰਤਦੇ ਨੇ, ਉਹ ਪਾਣੀ ਜਿਹੜਾ ਆਉਂਦਾ ਸੀ ਅਨੰਦਪੁਰ ਸਾਹਿਬ ਨੂੰ, ਉਹਨੂੰ ਵੀ ਬੰਨ੍ਹ ਲਾ ਕੇ ਰੋਕ ਦਿੱਤਾ। ਅੰਦਰ ਜਦੋਂ ਅੰਨ ਨਹੀਂ ਜਾਵੇਗਾ, ਪਾਣੀ ਨਹੀਂ ਜਾਵੇਗਾ, ਭੁੱਖੇ ਪਿਆਸੇ ਆਪੇ ਜਿਹੜੇ ਲੋਕ ਇੱਥੋਂ ਦੇ ਰਹਿਣ ਵਾਲੇ ਨੇ ਉਹ ਗੁਰੂ ਦਾ ਸਾਥ ਛੱਡ ਕੇ ਬਾਹਰ ਜਾਣਗੇ, ਦੌੜਨਗੇ ਇੱਥੋਂ। ਕਮਾਲ ਦੀ ਗੱਲ, ਕੁਛ ਦਿਨਾਂ ਨੂੰ ਨਾ ਦਿਹਾੜੇ ਆ ਰਹੇ ਨੇ, ਜਿਹਦੇ ਵਿੱਚ ਇੱਕ ਦਿਨ ਆਉਣਾ ਮਾਘੀ ਦਾ ਦਿਨ, ਮਾਘ ਦੇ ਮਹੀਨੇ ਦੀ ਰੰਭਤਾ ਜਿਸ ਦਿਨ। ਉਸ ਦਿਨ ਦੇ ਨਾਲ ਸੰਬੰਧਿਤ ਇੱਕ ਬੜਾ ਵੱਡਾ ਇਤਿਹਾਸ ਹੈ ਸਾਡਾ। ਉਹ ਦਿਨ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਟੁੱਟੀ ਗੰਢੀ। ਆਪਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ, ਮੁਕਤਸਰ ਦੀ ਜੰਗ ਦਾ, ਖਦਰਾਣੇ ਦੀ ਢਾਬ ਦਾ। ਜਦੋਂ ਉਹ ਸਾਰਾ ਇਤਿਹਾਸ ਪੜ੍ਹਦੇ ਆ ਨਾ, ਤੇ ਉਹਦੀ ਸ਼ੁਰੂਆਤ ਅਨੰਦਪੁਰ ਸਾਹਿਬ ਤੋਂ ਹੁੰਦੀ ਹੈ। ਜੋ ਆਪਾਂ ਸੁਣਿਆ, ਜੋ ਢਾਡੀ ਕਵੀਸ਼ਰਾਂ ਪ੍ਰਚਾਰਿਆ ਬਹੁਤਾਤ ਦੇ ਵਿੱਚ, ਉਹ ਕਹਿੰਦੇ ਜੀ ਅਨੰਦਪੁਰ ਸਾਹਿਬ ਘੇਰਾ ਪਿਆ। ਜਦੋਂ ਬਾਹਰੋਂ ਕੋਈ ਖਾਣ ਨੂੰ ਚੀਜ਼ ਨਾ ਆਉਣੀ, ਪੀਣ ਨੂੰ ਪਾਣੀ ਨਾ ਆਉਣਾ, ਤੇ ਭੁੱਖ ਦੇ ਨਾਲ ਸਿੱਖ ਜਿਹੜੇ ਸੀ ਵਿਆਕੁਲ ਹੋ ਉੱਠੇ। ਇੱਕ ਤਬਕੇ ਦੇ ਸਿੱਖ ਜਿਹੜੇ ਸੀ ਉਹਨਾਂ ਨੇ ਫਿਰ ਗੁਰੂ ਸਾਹਿਬ ਜੀ ਨੂੰ ਕਿਹਾ ਅਨੰਦਪੁਰ ਸਾਹਿਬ ਛੱਡ ਦਈਏ। ਤਬਕੇ ਦਾ ਅਰਥ ਹੈ ਇੱਕ ਇਲਾਕਾ, ਜਿਵੇਂ ਪੰਜਾਬ ਨੂੰ 3 ਇਲਾਕਿਆਂ 'ਚ ਵੰਡਿਆ ਹੈ, ਮਾਝਾ, ਮਾਲਵਾ, ਦੁਆਬਾ। ਕਹਿੰਦੇ ਜੀ ਮਾਝੇ ਦੇ ਸਿੱਖ ਜਿਹੜੇ ਭੁੱਖ ਲੱਗੀ, ਜਦੋਂ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਛੱਡਣ ਤੋਂ ਇਨਕਾਰ ਕੀਤਾ ਤੇ ਉਹਨਾਂ ਨੇ ਬਦਾਵਾ ਲਿਖ ਕੇ ਦੇ ਦਿੱਤਾ। ਗੁਰੂ ਸਾਹਿਬ ਨੂੰ ਬਦਾਵਾ ਲਿਖ ਕੇ ਤੇ ਉਹ ਛੱਡ ਕੇ ਚਲੇ ਗਏ। ਘਰਾਂ 'ਚ ਗਏ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਬੀਬੀਆਂ ਸੀ ਉਹਨਾਂ ਨੇ ਅੱਗੋਂ ਤਾਹਨੇ ਦਿੱਤੇ, ਉਹਨਾਂ ਨੂੰ ਕਿਹਾ। ਅਖੀਰ ਉਹਨਾਂ ਦੇ ਅੰਦਰੋਂ ਜ਼ਮੀਰ ਜਗਾਈ ਉਹਨਾਂ ਦੀ, ਉਹ ਵਾਪਸ ਫਿਰ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੁੰਦੇ ਨੇ, ਜਦੋਂ ਮਾਈ ਭਾਗੋ ਉਹਨਾਂ ਦੀ ਅਗਵਾਈ ਕਰਕੇ ਲੈ ਕੇ ਜਾਂਦੇ ਨੇ। ਮੈਂ ਪੜ੍ਹ ਰਿਹਾ ਸੀ ਜਦੋਂ ਇਹ ਇਤਿਹਾਸ, ਤੇ ਮੈਂ ਸੋਚੀ ਪੈ ਗਿਆ ਵੀ ਪਾਣੀ, ਅਨੰਦਪੁਰ ਸਾਹਿਬ ਇੱਕ ਸ਼ਹਿਰ ਹੈ। ਗੁਰੂ ਸਾਹਿਬ ਜੀ ਦੇ ਚਫੇਰੇ ਉਸ ਸ਼ਹਿਰ ਦੇ, ਜਦੋਂ ਤੁਹਾਡੇ 'ਚ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਵੇਖਿਆ ਲੋਹਗੜ੍ਹ ਕਿਲ੍ਹਾ ਕਿੱਥੇ ਹੈ, ਕੇਸਗੜ੍ਹ ਕਿਲ੍ਹਾ ਕਿੱਥੇ ਹੈ। ਇਹ ਸਾਰੇ ਕਿਲ੍ਹੇ ਚਫੇਰੇ ਬਣਾਏ ਹੋਏ ਨੇ ਸ਼ਹਿਰ ਦੇ ਵਿੱਚ, ਲੋਕ ਰਹਿੰਦੇ ਨੇ, ਵਸਨੀਕ ਨੇ ਉੱਥੋਂ ਦੇ। 6-7 ਮਹੀਨੇ ਘੇਰਾ ਪਿਆ ਰਿਹਾ। ਹਾਲਾਤ ਇੰਨੇ ਖਰਾਬ ਹੋ ਗਏ, ਅੰਦਰ ਭੁੱਖ ਮਰੀ ਦੇ ਇਹੋ ਜਿਹੇ ਹਾਲਾਤ ਬਣ ਗਏ। ਜਿਹੜਾ ਪ੍ਰਸਾਦੀ ਹਾਥੀ ਗੁਰੂ ਸਾਹਿਬ ਤੀਰ ਚਲਾਉਂਦੇ ਸੀ ਤੇ ਤੀਰ ਚੁੱਕ ਕੇ ਲਿਆਉਂਦਾ ਹੁੰਦਾ ਸੀ, ਜਿਹੜਾ ਗੁਰੂ ਸਾਹਿਬ ਤੇ ਚੌਰ ਕਰਦਾ ਹੁੰਦਾ ਸੀ, ਗੁਰੂ ਸਾਹਿਬ ਦੇ ਅੱਗੇ ਖੇਡਾਂ ਖੇਡਦਾ ਹੁੰਦਾ ਸੀ, ਜਿਸ ਪ੍ਰਸਾਦੀ ਹਾਥੀ ਨੂੰ ਵੇਖ ਕੇ ਰਾਜਾ ਭੀਮ ਚੰਦ ਵਰਗੇ ਬੇਈਮਾਨ ਹੋ ਗਏ, ਜਿੱਥੋਂ ਇਹ ਸਾਰੀ ਲੜਾਈ ਦਾ ਬਹਾਨਾ ਜਿਹੜਾ ਉਹਨਾਂ ਨੇ ਬਣਾਇਆ, ਜਦੋਂ ਉਹਨਾਂ ਨੇ ਮੰਗਿਆ ਸੀ ਪ੍ਰਸਾਦੀ ਹਾਥੀ, ਗੁਰੂ ਸਾਹਿਬ ਜੀ ਨੇ ਦੇਣ ਤੋਂ ਇਨਕਾਰ ਕੀਤਾ ਸੀ, ਉਹ ਪ੍ਰਸਾਦੀ ਹਾਥੀ ਭੁੱਖ ਦੇ ਨਾਲ ਤੜਫ ਤੜਫ ਕੇ ਉੱਥੇ ਮਰ ਗਿਆ ਅਨੰਦਪੁਰ ਸਾਹਿਬ 'ਚ। ਜਿੱਥੇ ਹਾਥੀਆਂ ਵਰਗੇ ਜਾਨਵਰ ਤੜਫ ਤੜਫ ਕੇ ਮਰ ਗਏ, ਆਮ ਇਨਸਾਨ ਦਾ ਹਸ਼ਰ ਕੀ ਹੋਇਆ ਹੋਵੇਗਾ।
6-7 ਮਹੀਨੇ ਦਾ ਵਕਤ ਬਹੁਤ ਹੁੰਦਾ ਹੈ। ਕਈ ਬਜ਼ੁਰਗ ਹੋਣਗੇ ਉੱਥੇ, ਕਈ ਬਜ਼ੁਰਗ ਮਾਤਾਵਾਂ ਹੋਣਗੀਆਂ, ਕਈ ਨਵ ਜਨਮੇ ਬੱਚੇ ਹੋਣਗੇ, ਕਈਆਂ ਦਾ ਬੱਚਿਆਂ ਦਾ ਜਨਮ ਹੋਇਆ ਹੋਵੇਗਾ। ਹੁਣ ਜੇ ਮਾਂ ਨੂੰ ਖਾਣ ਨੂੰ ਅੰਨ ਦਾ ਦਾਣਾ ਨਹੀਂ ਮਿਲਣਾ ਤੇ ਬੱਚੇ ਨੂੰ ਦੁੱਧ ਕਿੱਥੋਂ ਮਿਲਣਾ ਹੈ? ਪਤਾ ਨਹੀਂ ਕਿੰਨੇ ਕੁ ਬਜ਼ੁਰਗ ਤੇ ਬੱਚੇ ਵੀ ਜਿਹੜੇ ਨੇ ਭੁੱਖ ਦੇ ਨਾਲ ਤੜਫ ਤੜਫ ਕੇ ਖਤਮ ਹੋ ਗਏ ਹੋਣਗੇ, ਕਿਉਂਕਿ ਭੁੱਖ ਤੇ ਸਾਰਿਆਂ ਨੂੰ ਲੱਗਦੀ ਹੈ ਨਾ। ਮੈਂ ਕੋਸ਼ਿਸ਼ ਕੀਤੀ ਇਤਿਹਾਸ ਦੇ ਪੰਨੇ ਚੋਂ ਪੜ੍ਹਾਂ ਇਹ ਜਿੰਨੇ ਵੀ ਆਨੰਦਪੁਰ ਸਾਹਿਬ ਦੇ ਵਸਨੀਕ ਲੋਕ ਸੀ ਕਿ ਇਹਨਾਂ ਵਿੱਚੋਂ ਕੋਈ ਵੀ ਐਸਾ ਹੋਇਆ ਜਿਹਨੇ ਗੁਰੂ ਸਾਹਿਬ ਜੀ ਨੂੰ ਆ ਕੇ ਕਿਹਾ ਹੋਵੇ ਕਿ ਮਹਾਰਾਜ ਤੁਹਾਡੀ ਪਹਾੜੀ ਰਾਜਿਆਂ ਨਾਲ ਕੋਈ ਦੁਸ਼ਮਣੀ ਹੋਵੇਗੀ, ਤੁਰਕਾਂ ਨਾਲ ਕੋਈ ਤੁਹਾਡੀ ਲੜਾਈ ਜੰਗ ਹੋ ਸਕਦੀ ਹੈ, ਤੁਸੀਂ ਤੇ ਉਹਨਾਂ ਦੇ ਦਿੱਤੇ ਹੋਏ ਤਸ਼ੱਦਦ ਜਿਹੜੇ ਨੇ ਝੱਲਣੇ ਹੀ ਝੱਲਣੇ ਨੇ, ਅਸੀਂ ਆਪਣੇ ਬੱਚੇ, ਆਪਣੇ ਪਰਿਵਾਰ, ਆਪਣੇ ਬਜ਼ੁਰਗ ਇਹ ਕਿਉਂ ਬੇਕਾਰ ਇੱਥੇ ਮਰਵਾਉਂਦੇ ਆ, ਅਸੀਂ ਤੇ ਛੱਡ ਕੇ ਚੱਲੇ। ਤੁਸੀਂ ਵੀ ਨਹੀਂ ਕਿਤੇ ਪੜ੍ਹਿਆ ਸੁਣਿਆ ਹੋਵੇਗਾ ਕਿ ਆਨੰਦਪੁਰ ਸਾਹਿਬ ਵਿੱਚ ਵਸਣ ਵਾਲਾ ਇੱਕ ਵੀ ਵਸਨੀਕ ਉੱਠ ਕੇ ਗਿਆ ਹੋਵੇ। ਉੱਥੇ ਇਕੱਲੇ ਸਿੱਖ ਹੀ ਨਹੀਂ ਸੀ, ਵਪਾਰ ਕਰਨ ਵਾਲੇ ਵਪਾਰੀ ਵੀ ਉੱਥੇ ਵਸਦੇ ਸੀ, ਉੱਥੇ ਹਿੰਦੂ ਵੀਰ, ਉੱਥੇ ਮੁਸਲਮਾਨ ਵੀਰ, ਹਰ ਤਰ੍ਹਾਂ ਦੀ ਕਮਿਊਨਿਟੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਈ ਹੈ। ਕਿਉਂਕਿ ਉਹਨਾਂ ਨੂੰ ਪਤਾ ਸੀ ਇੱਥੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਨੰਦਪੁਰ ਸਾਹਿਬ ਦੇ ਵਿੱਚ ਜ਼ਿੰਦਗੀ ਦਾ ਹਰ ਆਨੰਦ ਮਾਣਿਆ ਏ। ਅੱਜ ਜੇ ਕਿਤੇ ਵਕਤ ਆ ਗਿਆ ਏ ਗੁਰੂ ਘਰ ਦੇ ਉੱਤੇ ਤੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਪਾਸੇ ਅਸੀਂ ਤੁਰ ਪਈਏ, ਫਿਰ ਸਾਡੇ ਵਰਗਾ ਵੀ ਕੋਈ ਕਿਰਤ ਘਾਣ ਹੋਵੇਗਾ। ਉਹ ਗੁਰੂ ਨੂੰ ਛੱਡ ਕੇ ਨਹੀਂ ਗਏ। ਫਿਰ ਇੱਕ ਇਲਾਕੇ ਦੇ ਇਕੱਲੇ ਇੱਕ ਇਲਾਕੇ ਦੇ ਸਿੱਖਾਂ ਨੂੰ ਹੀ ਭੁੱਖ ਲੱਗੀ ਤੇ ਗੁਰੂ ਨੂੰ ਛੱਡ ਕੇ ਚਲੇ ਗਏ। ਬੜੇ ਸਵਾਲ ਖੜੇ ਕਰਦਾ ਰਿਹਾ। ਮੈਂ ਕੋਸ਼ਿਸ਼ ਕੀਤੀ ਜਿੰਨੇ ਵੱਧ ਤੋਂ ਵੱਧ ਵਿਦਵਾਨਾਂ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਸੀ ਪੜ੍ਹਾਂ ਤੇ ਸਹੀ, ਇਹਦੇ ਵਿੱਚੋਂ ਦੇਖਾਂਗਾ ਕਿ ਫਿਰ ਹਕੀਕਤ ਦੇ ਵਿੱਚ ਵਾਪਰਿਆ ਕੀ ਕੁਛ ਹੈ। ਕੁਛ ਲਿਖਤਾਂ ਮਿਲੀਆਂ, ਉਹਨਾਂ ਲਿਖਤਾਂ ਵਿੱਚ ਬੜੇ ਖੂਬਸੂਰਤ ਬੋਲ ਨੇ, ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ ਨਾ, 1984 ਤੋਂ ਲੈ ਕੇ ਜਿਹੜੇ ਤੇ ਪੰਜਾਬ ਤੁਹਾਡੇ ਚੋਂ ਰਹੇ ਹੋਣਗੇ ਉਹਨਾਂ ਨੇ ਪਾਲਿਸੀਆਂ ਸਰਕਾਰਾਂ ਦੀਆਂ ਦੇਖੀਆਂ ਹੋਣਗੀਆਂ, ਮੈਂ ਵੀ ਦੇਖੀਆਂ ਨੇ। ਮੈਂ ਉਹਨਾਂ ਨੂੰ ਹੁਣ ਜਦੋਂ ਵਾਚਦਾ ਨਾ ਸਾਰਾ ਚੇਤੇ ਕਰਦਾ, ਸਮਝ ਆਉਂਦੀ ਹੈ ਕਿ ਸਰਕਾਰਾਂ ਦੀ ਕੀ ਪਾਲਿਸੀ ਹੁੰਦੀ ਸੀ। ਸਰਕਾਰ ਦੀ ਸਭ ਤੋਂ ਵੱਡੀ ਨੀਤੀ ਹੁੰਦੀ ਸੀ, ਪਿਛਲੇ ਦਿਨੀ ਕਿਸਾਨੀ ਅੰਦੋਲਨ ਜਿਹੜਾ ਤੁਸੀਂ 23 ਤਰੀਕ ਨੂੰ ਪ੍ਰੋਗਰਾਮ ਸਮਾਗਮ ਰੱਖਿਆ ਇੱਥੇ ਕਿਸਾਨੀ ਅੰਦੋਲਨ ਦੀ ਜਿੱਤ ਦਾ, ਇਹਦੇ ਵਿੱਚ ਵੀ ਸਾਰੇ ਹਥਿਆਰ ਵਰਤੇ ਸੀ ਸਰਕਾਰ ਨੇ। ਕਿਸੇ ਤਰੀਕੇ ਨਾਲ ਇਹਨਾਂ ਦੇ ਵਿੱਚ ਇੱਕ ਤੇ ਇਲਾਕਾ ਪ੍ਰਸਤੀ ਪਾਓ, ਫੁੱਟ ਪਾਓ, ਇੱਕ ਦੂਜੇ ਤੋਂ ਵਿਸ਼ਵਾਸ ਤੋੜੋ, ਦੂਜਾ ਇਹਨਾਂ ਦੇ ਬਾਰੇ ਇਹੋ ਜਿਹਾ ਪ੍ਰਚਾਰ ਕਰੋ ਕਿ ਜਿਹੜੇ ਪਿੱਛੇ ਲੋਕ ਨੇ ਪਿੰਡਾਂ 'ਚ ਘਰਾਂ 'ਚ ਉਹ ਇਹਨਾਂ ਨੂੰ ਨਫ਼ਰਤ ਕਰਨ ਲੱਗ ਪਏ। ਔਰ ਬਹੁਤ ਕੁਛ ਇਹ ਪ੍ਰਚਾਰ ਕਈ ਹੱਦ ਤੱਕ ਜਿਹੜਾ ਸੀ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਲਿਆਂਦਾ, ਫਲਾਣਾ ਵਿਕ ਗਿਆ, ਫਲਾਣੇ ਨੇ ਇੰਝ ਕਰ ਦਿੱਤਾ, ਫਲਾਣਾ ਆਗੂ ਇੰਝ ਹੋ ਗਿਆ, ਫਲਾਣਾ ਆਗੂ ਇੰਝ ਹੋ ਗਿਆ, ਤਾਂ ਕਿ ਲੋਕਾਂ ਦਾ ਮੋਹ ਭੰਗ ਹੋ ਜੇ ਇਹਨਾਂ ਨਾਲ। 1984 ਵਿੱਚ ਵੀ ਜਿਹੜੇ ਕੋਈ ਅੱਗੇ ਲੱਗੇ ਸੀ ਇਸੇ ਤਰੀਕੇ ਨਾਲ ਲੋਕਾਂ ਦੇ ਮੋਹ ਭੰਗ ਕੀਤੇ ਗਏ ਇੱਕ ਦੂਜੇ ਦੇ ਨਾਲੋਂ। ਹੁਣ ਤੇ ਇਹ ਸਬੱਬ ਬਣਿਆ, ਕਹਿ ਲਓ ਕਿ ਅਕਾਲ ਪੁਰਖ ਦੀ ਖੇਡ ਐਸੀ ਕਿ ਸੋਸ਼ਲ ਮੀਡੀਆ ਦਾ ਯੁੱਗ ਸੀ, ਰਿਐਲਿਟੀ ਨਾਲੋਂ ਨਾਲ ਹੀ ਸਾਹਮਣੇ ਆਉਂਦੀ ਰਹੀ। ਉਹਨਾਂ ਸਮਿਆਂ ਦੇ ਵਿੱਚ ਉਹ ਚੀਜ਼ਾਂ ਨਹੀਂ ਸੀ ਹੈਗੀ। ਮਰਦ ਅਗੰਮੜਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਬੁੱਕ ਲਿਖੀ ਹੈ, ਪੁਸਤਕ ਉਹਨਾਂ ਦੀ, ਪੜ੍ਹਿਓ ਜ਼ਰੂਰ। ਮੈਂ ਪਹਿਲਾਂ ਬੇਨਤੀ ਕੀਤੀ ਸੀ ਪਿਛਲੇ ਦਿਨੀ, ਸਾਡੀ ਸਭ ਤੋਂ ਵੱਡੀ ਬਦਕਿਸਮਤ ਅਸੀਂ ਪੜ੍ਹਦੇ ਨਹੀਂ ਹਾਂ। ਅਸੀਂ ਦੂਜਿਆਂ ਕੋਲੋਂ ਸੁਣ ਕੇ ਜ਼ਿਆਦਾ ਖੁਸ਼ ਹੁੰਦੇ ਹਾਂ। ਸਾਨੂੰ ਕੰਨਾਂ ਦਾ ਰਸ ਤੇ ਹੈ, ਪੜ੍ਹਨ ਵਾਲਾ ਪਾਸਾ ਅਸੀਂ ਛੱਡ ਬੈਠੇ। ਉਹਨਾਂ ਨੇ ਇੱਕ ਮਰਦ ਅਗੰਮੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਾਰੇ ਲਿਖੀ ਹੈ। ਉਹ ਲਿਖਦੇ ਨੇ, ਕਹਿੰਦੇ ਜਦੋਂ ਆਨੰਦਪੁਰ ਸਾਹਿਬ ਜਦੋਂ ਹਰ ਹੀਲਾ ਵਰਤ ਲਿਆ ਉਹਨਾਂ ਨੇ ਘੇਰਾ ਪਾ ਕੇ, ਅਖੀਰ ਉਹਨਾਂ ਨੇ ਇੱਕ ਪਾਲਿਸੀ ਖੇਡੀ। ਉਹਨਾਂ ਨੇ ਗੁਰੂ ਸਾਹਿਬ ਜੀ ਨਾਲ ਸੁਲ੍ਹਾ ਕਰਨ ਵਾਸਤੇ ਆਪਣੇ ਕੁਝ ਵਕੀਲ ਭੇਜੇ, ਜਿਹਦੇ ਵਿੱਚ ਉਹਨਾਂ ਨੇ ਆਪਣੇ ਆਪਣੇ ਇਸ਼ਟ ਦੀਆਂ ਕਸਮਾਂ ਖਾਧੀਆਂ, ਲਿਖਤੀ ਰੂਪ 'ਚ ਕਸਮਾਂ ਖਾਧੀਆਂ। ਪਹਾੜੀ ਰਾਜਿਆਂ ਨੇ ਗਊ ਹੱਤਿਆ ਦੀ ਕਸਮ ਖਾਧੀ ਤੇ ਜਿਹੜੇ ਤੁਰਕ ਸੀ ਉਹਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ। ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਵਾਂਗੇ, ਤਾਂ ਕਿ ਸਾਡੀ ਵੀ ਰਹਿ ਆ ਜੇ ਤੇ ਤੁਸੀਂ ਵੀ ਇੱਥੋਂ ਚਲੇ ਜਾਓ। ਗੁਰੂ ਸਾਹਿਬ ਜੀ ਨੇ ਫਿਰ ਸਾਰੇ ਸਿੱਖਾਂ ਦੇ ਕੋਲ ਜਿਹੜੇ ਜਿਹੜੇ ਜਿੱਥੇ ਜਿੱਥੇ ਵੀ ਕਿਲਿਆਂ ਦੇ ਵਿੱਚ ਮੌਜੂਦ ਸੀ ਸੁਨੇਹੇ ਭੇਜੇ, ਕੀ ਵਿਚਾਰ ਹੈ। ਉਦੋਂ ਸਿੱਖਾਂ ਨੇ ਲਿਖ ਕੇ ਦਿੱਤਾ ਸੀ, ਮਹਾਰਾਜ ਸਾਨੂੰ ਅਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ। ਕਿਉਂ? ਕਿਉਂਕਿ ਇੱਥੇ ਭੁੱਖ ਮਰੀ ਨਾਲ ਮਰਨ ਤੋਂ, ਬਿਮਾਰੀ ਨਾਲ ਮਰਨ ਤੋਂ ਬਿਹਤਰ ਹੈ
मैदाने जंग में जूझ के शहीदियां पाईਆਂ जाਣ। ਉਹ ਲਿਖਤ ਸੀ। ਗੁਰੂ ਸਾਹਿਬ ਕੋਲ ਜੋ ਸਾਰਿਆਂ ਦੇ ਵਿਚਾਰ ਆਏ, ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ ਗਿਆ। 3 ਹਿੱਸਿਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਰੇ ਜਥੇ ਨੂੰ ਵੰਡਿਆ। ਪਹਿਲਾ ਹਿੱਸਾ ਗੁਰੂ ਸਾਹਿਬ ਜੀ ਦੇ ਮਹਿਲ, ਬਜ਼ੁਰਗ ਮਾਤਾ ਜੀ, ਮਾਤਾ ਗੁਜਰ ਕੌਰ ਜੀ ਤੇ 2 ਛੋਟੇ ਸਾਹਿਬਜ਼ਾਦੇ ਭਾਈ ਮਨੀ ਸਿੰਘ ਜੀ ਦੀ ਕਮਾਨ ਹੇਠ, ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਸੇਫ ਬਾਹਰ ਕੱਢਿਆ ਜਾਵੇ। ਉਸ ਤੋਂ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ, ਬਾਬਾ ਜੀਵਨ ਸਿੰਘ ਤੇ ਕੁਝ ਗੁਰਸਿੱਖਾਂ ਦਾ ਜਥਾ ਹੋਰ। ਤੀਸਰੇ ਨੰਬਰ ਤੇ ਭਾਈ ਉਦੈ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਜਿੰਨੇ ਵੀ ਜਵਾਨ ਸਨ ਜਿਹੜੇ ਜਰਨੈਲ, ਕਿ ਜੇ ਕਿਤੇ ਪਿੱਛੋਂ ਦੁਸ਼ਮਣ ਹਮਲਾ ਬੋਲਦਾ ਹੈ, ਕਿਉਂਕਿ ਦੁਸ਼ਮਣ ਦੀ ਨੀਤੀ ਦਿਖਾ ਦਿੱਤੀ ਸੀ ਗੁਰੂ ਸਾਹਿਬ ਜੀ ਨੇ, ਜਦੋਂ ਬੈਲ ਗੱਡੀਆਂ ਰਾਹੀਂ ਕੂੜਾ ਕਰਕਟ ਬਾਹਰ ਤੋੜਿਆ ਸੀ ਤੇ ਉਹ ਖਜ਼ਾਨਾ ਸਮਝ ਕੇ ਲੁੱਟਣ ਪੈ ਗਏ ਸੀ, ਵੀ ਜਦੋਂ ਵੀ ਹਮਲਾ ਬੋਲਦੇ ਨੇ ਤੁਸੀਂ ਅੱਗੋਂ ਰੋਕਣਾ ਹੈ, ਤਾਂ ਕਿ ਜਿਹੜਾ ਅਗਲਾ ਕਾਫਲਾ ਹੈ ਅੱਗੇ ਲੰਘ ਜਾਵੇ। ਅਗਲੇ ਪਾਸੇ ਵੀ ਇਹ ਸੀ, ਪਹਿਲਾ ਜਿਹੜਾ ਜਥਾ ਕੱਢਿਆ ਹੈ ਇਹ ਇੱਧਰੋਂ ਦਿੱਲੀ ਵੱਲ ਨੂੰ ਕੂਚ ਕਰੇਗਾ। ਪਤਾ ਸੀ ਔਰੰਗਜ਼ੇਬ ਇਸ ਵੇਲੇ ਦਿੱਲੀ ਨਹੀਂ ਹੈ, ਦੱਖਣ ਗਿਆ ਹੋਇਆ ਹੈ। ਦੂਸਰਾ ਜਥਾ ਗੁਰੂ ਸਾਹਿਬ ਜੀ ਵਾਲਾ ਚਮਕੌਰ ਦੀ ਗੜੀ ਵੱਲ ਨੂੰ ਜਾਵੇਗਾ। ਤੀਸਰਾ ਜਥਾ ਜਿਹੜਾ ਪਿੱਛੇ ਰੋਕ ਕੇ ਰੱਖੇਗਾ। ਜਦੋਂ ਗੁਰੂ ਸਾਹਿਬ ਜੀ ਸਰਸਾ ਦੇ ਕਿਨਾਰੇ ਤੇ ਪਹੁੰਚਦੇ ਨੇ, ਪਿੱਛੋਂ ਦੁਸ਼ਮਣ ਦਾ ਹਮਲਾ ਹੋ ਜਾਂਦਾ ਹੈ। ਭਾਈ ਉਦੈ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਬੜੀ ਤਕੜੀ ਜੰਗ ਲੜੀ ਹੈ। ਜੰਗ ਲੜਦਿਆਂ ਲੜਦਿਆਂ ਭਾਈ ਉਦੈ ਸਿੰਘ ਸ਼ਹੀਦ ਹੋ ਜਾਂਦੇ ਨੇ। ਬਾਬਾ ਜੀਵਨ ਸਿੰਘ ਜੀ ਨੂੰ ਭੇਜਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਤੁਸੀਂ ਜਾਓ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਅੱਗੇ ਭੇਜੋ, ਤਾਂ ਕਿ ਅਸੀਂ ਚਮਕੌਰ ਦੀ ਗੜੀ ਨੂੰ ਅੱਗੇ ਜਾਣਾ ਹੈ। ਪਤਾ ਸੀ ਉੱਥੇ ਬੁੱਧੀ ਚੰਦ ਰਾਵਤ ਦੀ ਹਵੇਲੀ ਦੇ ਵਿੱਚ ਜਾ ਕੇ ਰੁਕਣਾ ਹੈ। ਇਹ ਗੁਰੂ ਸਾਹਿਬ ਜੀ ਪਹਿਲਾਂ ਵੀ ਇਸ ਇਲਾਕੇ ਪਾਸੇ ਨੂੰ ਗਏ ਹੋਏ ਸੀ। ਬਾਬਾ ਜੀਵਨ ਸਿੰਘ ਜੀ ਨੇ ਆ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਅੱਗੇ ਭੇਜ ਦਿੱਤਾ। ਸਤਿਗੁਰੂ ਜੀ ਬੁਲਾ ਰਹੇ ਨੇ। ਸਤਿਗੁਰੂ ਜੀ ਸਰਸਾ ਪਾਰ ਕਰਕੇ ਜੰਗ ਲੜਦਿਆਂ ਲੜਦਿਆਂ ਬਾਬਾ ਜੀਵਨ ਸਿੰਘ ਉੱਥੇ ਸ਼ਹੀਦ ਹੋ ਗਏ। ਜਿਹੜੇ ਸਿੱਖ ਉਦੋਂ ਬਚੇ ਬਾਬਾ ਜੀਵਨ ਸਿੰਘ ਜੀ ਨਾਲ ਜੰਗ ਲੜਦਿਆਂ ਲੜਦਿਆਂ, ਕਿਉਂਕਿ ਜਦੋਂ ਜਰਨੈਲ ਸ਼ਹੀਦ ਹੋ ਜਾਂਦਾ ਸੀ, ਬਾਕੀ ਜਿਹੜੀ ਸੈਨਾ ਹੁੰਦੀ ਸੀ ਉਹਨੂੰ ਹੁੰਦਾ ਸੀ ਅਸੀਂ ਆਪਣੇ ਦੂਸਰੇ ਜਰਨੈਲ ਨਾਲ ਜਾ ਕੇ ਮਿਲ ਜਾਈਏ। ਉਹਨਾਂ ਸਿੱਖਾਂ ਦੀ ਕੋਸ਼ਿਸ਼ ਸੀ ਹੁਣ ਆਪਾਂ ਗੁਰੂ ਸਾਹਿਬ ਜੀ ਕੋਲ ਪਹੁੰਚ ਜਾਈਏ, ਕਿਉਂਕਿ ਗੁਰੂ ਸਾਹਿਬ ਪਾਰ ਕਰ ਗਏ ਨੇ। ਇੱਕ ਤੇ ਠਾਠਾਂ ਮਾਰਦਾ ਜਿਹੜਾ ਸੀ ਪਾਣੀ ਸੀ, ਸਰਸਾ ਦੇ ਵਿੱਚ ਹੜ੍ਹ ਆਇਆ ਹੋਇਆ ਸੀ, ਬਰਫੀਲੀਆਂ ਰਾਤਾਂ, ਇੰਨੀ ਜ਼ਿਆਦਾ ਠੰਡ ਕਹਿਰ ਦੀ। ਤੇ ਜਦੋਂ ਵੀ ਕੋਈ ਨਦੀ ਆਉਂਦੀ ਜਾਂ ਦਰਿਆ ਆਉਂਦਾ ਹੈ, ਤੁਹਾਡੇ 'ਚੋਂ ਜਿਹੜੇ ਪੰਜਾਬ ਹਰੀਕੇ ਪੱਤਣ ਕਈਆਂ ਨੇ ਦੇਖਿਆ ਹੋਵੇਗਾ, ਅਸੀਂ ਦੇਖਿਆ, ਉਹ ਕਿੰਨੇ ਕਿੰਨੀ ਦੂਰ ਤੱਕ ਝਾੜੀਆਂ ਤੇ ਖੋਬਾ ਉਹਨਾਂ ਦੇ ਕਿਨਾਰਿਆਂ ਦੇ ਬਾਹਰ ਹੁੰਦਾ ਹੈ। ਜ਼ਮੀਨ ਜਿਹੜੀ ਹੈ ਨਾ, ਉਹ ਇਸ ਤਰ੍ਹਾਂ ਹੁੰਦਾ ਹੈ ਕਿ ਦੇਖਣ ਨੂੰ ਤੇ ਲੱਗਦਾ ਜ਼ਮੀਨ ਹੈ, ਪੈਰ ਧਰੋ ਥੱਲੇ ਧੱਸ ਜਾਈਦਾ ਹੈ। ਹੁਣ ਇਹੋ ਜਿਹੇ ਸਮੇਂ ਦੇ ਵਿੱਚ ਜ਼ਖਮੀ ਹੋਏ ਸਿੱਖ ਜਿਹੜੇ ਸੀ, ਉਹਨਾਂ ਦੇਖਿਆ ਪਾਣੀ ਦਾ ਵਹਾਅ ਇੰਨਾ ਤੇਜ਼ ਹੈ, ਪਾਰ ਲੰਘਣਾ ਬੜਾ ਮੁਸ਼ਕਲ ਹੈ। ਫਿਰ ਫੈਸਲਾ ਕੀਤਾ ਕਿ ਗੁਰੂ ਸਾਹਿਬ ਜੀ ਤੇ ਪਾਰ ਚਲੇ ਗਏ ਨੇ, ਉਹ ਪਤਾ ਨਹੀਂ ਹੁਣ ਕਿਹੜੇ ਪਾਸੇ ਗਏ ਹੋਣਗੇ, ਚਲੋ ਆਪਾਂ ਜਿਹੜੇ ਪਿੰਡਾਂ ਦੇ ਵਿੱਚ ਸਿੱਖ ਰਹਿੰਦੇ ਉਹਨਾਂ ਨੂੰ ਜਾ ਕੇ ਦੱਸੀਏ ਅਨੰਦਪੁਰ ਸਾਹਿਬ ਆਹ ਕੁਛ ਵਾਪਰ ਗਿਆ ਜੇ, ਤੇ ਤੁਸੀਂ ਅਜੇ ਵੀ ਘਰਾਂ 'ਚ ਬੈਠੇ ਜੇ, ਘਰਾਂ 'ਚੋਂ ਨਿਕਲੋ ਬਾਹਰ। ਉਹ ਜਦੋਂ ਪਿੰਡਾਂ ਨੂੰ ਤੁਰੇ ਨੇ, ਸਰਕਾਰੀ ਏਲਚੀਆਂ ਨੇ ਉਸ ਵੇਲੇ ਜਦੋਂ ਭੇਜੀਆਂ ਰਿਪੋਰਟਾਂ, ਉਹਨਾਂ ਨੇ ਇੱਕ ਭਰਮ ਫੈਲਾ ਦਿੱਤੇ, ਗੁਰੂ ਸਾਹਿਬ ਜੀ ਨੂੰ ਬਦਾਵਾ ਲੈ ਕੇ ਆ, ਬੇਮੁਖ ਹੋ ਕੇ ਆ ਗਏ। ਲੋਕਾਂ ਨੇ ਸ਼ੱਕ ਦੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਘਰਾਂ ਦੇ ਦਰਵਾਜ਼ੇ ਔਰਤਾਂ ਨੇ ਬੰਦ ਕਰ ਲਏ, ਕਿਤੇ ਇਹੋ ਜਿਹੇ ਗੁਰੂ ਤੋਂ ਟੁੱਟੇ ਹੋਏ ਸਾਡੇ ਘਰ ਨਾ ਆ ਜਾਣ। ਜਦੋਂ ਇਹੋ ਜਿਹੇ ਹਾਲਤ ਉਹਨਾਂ ਦੇਖੀ ਵੀ ਦੁਰਕਾਰੇ ਜਾ ਰਹੇ ਅਸੀਂ, ਭਾਈ ਦੇਸ ਰਾਜ ਪੱਟੀ ਦਾ ਰਹਿਣ ਵਾਲਾ, ਮਾਈ ਭਾਗੋ ਦਾ ਸਹੁਰਾ ਸੀ, ਇਹ ਝਬਾਲ ਪਿੰਡ ਦੀ ਰਹਿਣ ਵਾਲੀ ਸੀ ਬੀਬੀ ਭਾਗੋ। ਇਹਦਾ ਪਤੀ ਨਿਧਾਨ ਸਿੰਘ ਵੀ ਸ਼ਹੀਦ ਹੋਇਆ ਮੁਕਤਸਰ ਦੀ ਜੰਗ 'ਚ। ਉਹ ਭਾਈ ਦੇਸ ਰਾਜ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਸੀ, ਤੇ ਉਦੋਂ ਇਹ ਹੁੰਦਾ ਸੀ, ਕਿਉਂਕਿ ਨਾਮਵਰ ਗੁਰਸਿੱਖ ਸੀ ਉਹ, ਤੇ ਜਿਸ ਤਰ੍ਹਾਂ ਆਪਾਂ ਅਖੰਡ ਪਾਠ ਸਾਹਿਬ ਦੇ ਭੋਗ ਤੇ ਇਕੱਠੇ ਹੁੰਦੇ ਸਾਰੇ, ਇਸ ਤਰ੍ਹਾਂ ਜਿਹੜੇ ਦਿਨ ਮਿੱਥੇ ਹੁੰਦੇ ਨੇ, ਸਾਰਾ ਇਲਾਕਾ ਇਕੱਠਾ ਹੋਇਆ ਹੁੰਦਾ। ਉਹ ਫਿਰ ਉੱਥੇ ਪਹੁੰਚੇ, ਉਹਨਾਂ ਰੋ ਰੋ ਕੇ ਸਾਰੀ ਹਕੀਕਤ ਦੱਸੀ ਅਨੰਦਪੁਰ ਸਾਹਿਬ 'ਚ ਕੀ ਕੁਛ ਵਾਪਰਿਆ। ਜਦੋਂ ਉੱਥੇ ਸਾਰੀ ਹਕੀਕਤ ਦੱਸੀ, ਰੋਹ ਜਾਗਿਆ। ਪਿੰਡਾਂ ਦੇ ਵਿੱਚ ਜਿਹੜੀਆਂ ਪ੍ਰਭਾਤ ਫੇਰੀਆਂ ਨਿਕਲਦੀਆਂ, ਇਸ ਤਰ੍ਹਾਂ ਗਰੁੱਪ ਬਣਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤੇ ਗਏ, ਅਨੰਦਪੁਰ ਸਾਹਿਬ ਆਹ ਕੁਛ ਵਾਪਰ ਗਿਆ ਜੀ। ਪਿੰਡਾਂ ਦੇ ਚੌਧਰੀਆਂ ਨੇ ਸੂਬਿਆਂ ਨੂੰ ਰਿਪੋਰਟਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਵੱਡੀ ਬਗਾਵਤ ਉੱਠਣ ਲੱਗੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੱਕ ਵਿੱਚ। ਛੇਤੀ ਕੋਈ ਫੈਸਲਾ ਕਰੋ। 2 ਚਿੱਠੀਆਂ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖੀਆਂ, ਜਿਨ੍ਹਾਂ 'ਚੋਂ ਇੱਕ ਚਿੱਠੀ ਅੱਜ ਵੀ ਮੌਜੂਦ ਹੈ।
ਉਹ ਚਿੱਠੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖਿਆ ਕਿ ਮਹਾਰਾਜ ਜਿਹੜੇ ਸਾਹਿਬਜ਼ਾਦੇ ਸ਼ਹੀਦ ਕੀਤੇ ਉਹਦੇ 'ਚ ਮੇਰਾ ਕੋਈ ਰੋਲ ਨਹੀਂ ਹੈ, ਉਹ ਵਜ਼ੀਰ ਖਾਨ ਦਾ ਕੰਮ ਹੈ। ਮੈਂ ਇਸ ਪਾਸਿਓਂ ਬਿਲਕੁਲ ਬੇਦੋਸ਼ਾ ਹਾਂ। ਆਪਣੇ ਉਹਨਾਂ ਨੇ ਆਪਣਾ ਪੱਖ ਦੱਸਣ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਉਹਦੇ ਜਵਾਬ ਦੇ ਵਿੱਚ ਜ਼ਫਰਨਾਮਾ ਗੁਰੂ ਸਾਹਿਬ ਜੀ ਨੇ ਭੇਜਿਆ ਸੀ ਉਹਨੂੰ, ਜਿੱਤ ਦੀ ਚਿੱਠੀ ਵਾਲਾ। ਖੈਰ, ਇਹ ਇਲਾਕੇ ਦੇ ਵਿੱਚ ਫਿਰ ਸੂਬਿਆਂ ਨੂੰ ਚਿੱਠੀ ਜਿਹੜੀ ਪਹੁੰਚੀ ਬਾਦਸ਼ਾਹ ਔਰੰਗਜ਼ੇਬ ਦੀ, ਮੇਰੀ ਗੁਰੂ ਗੋਬਿੰਦ ਸਿੰਘ ਨਾਲ ਸੁਲਾਹ ਕਰਵਾਈ ਜਾਵੇ। ਇਸ ਗੱਲ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਉਹਨੇ ਵੀ ਇਸ ਗੱਲ ਦਾ ਹਵਾਲਾ ਦਿੱਤਾ। ਲਿਖਿਆ ਹੈ 250 ਪਿੰਡਾਂ ਦੀ ਪੰਚਾਇਤ ਇਕੱਠੀ ਹੋ ਕੇ, ਜਿਨ੍ਹਾਂ 'ਚ ਮਾਈ ਭਾਗੋ, ਭਾਈ ਮਹਾਂ ਸਿੰਘ, ਭਾਈ ਰਾਏ ਸਿੰਘ ਹੋਰੀ, ਇਹਨਾਂ ਅਗਵਾਈ ਕੀਤੀ ਤੇ ਗੁਰੂ ਸਾਹਿਬ ਜੀ ਦੇ ਨਾਲ ਗੱਲ ਕਰਨ ਵਾਸਤੇ ਚੱਲ ਪਏ ਵੀ ਚਲੋ ਤੁਹਾਡੀ ਕਿਸੇ ਤਰ੍ਹਾਂ ਸੰਧੀ ਕਰਾ ਦਿੱਤੀ ਜਾਵੇ। ਗੁਰੂ ਸਾਹਿਬ ਕੋਟਕਪੂਰੇ ਤੋਂ ਜਦੋਂ ਮੁਕਤਸਰ ਸਾਹਿਬ ਨੂੰ ਜਾਂਦੇ ਨੇ, ਤੁਹਾਡੇ 'ਚੋਂ ਜੇ ਕੋਈ ਉਸ ਇਲਾਕੇ ਦਾ ਹੋਏਗਾ ਸ਼ਾਇਦ ਉਹਨੇ ਦੇਖਿਆ ਹੋਵੇਗਾ, ਜੇ ਕਿਤੇ ਐਤਕੀ ਗਏ ਦੇਖਿਓ ਜ਼ਰੂਰ। 2 ਪਿੰਡ ਨੇ, ਰੂਪੇਆਣਾ ਤੇ ਰਾਮੇਆਣਾ। ਸ਼ਾਇਦ ਤੁਹਾਡੇ 'ਚੋਂ ਕਿਸੇ ਨੇ ਸੁਣਿਆ ਵੀ ਹੋਵੇ। ਉੱਥੇ ਅਸਥਾਨ ਵੀ ਹੈ ਜਿੱਥੇ ਬੇਦਾਵਾ ਲਿਖਿਆ ਗਿਆ। ਉੱਥੇ ਪਹੁੰਚ ਕੇ ਗੁਰੂ ਸਾਹਿਬ ਜੀ ਨਾਲ ਮੇਲ ਹੁੰਦਾ ਇਹਨਾਂ ਸਿੱਖਾਂ ਦਾ। ਇਹ ਜਿਹੜੀ ਪੰਚਾਇਤ ਇੱਥੋਂ ਗਈ ਹੈ ਨਾਲ ਸਰਕਾਰੀ ਬੰਦਿਆਂ ਦੀ, ਜਿਨ੍ਹਾਂ ਵਿੱਚ ਗੁਰਸਿੱਖ ਨੇ ਨਾਲ। ਇੱਥੇ ਗੁਰੂ ਸਾਹਿਬ ਜੀ ਨੂੰ ਜਦੋਂ ਕਿਹਾ ਗਿਆ ਕਿ ਮਹਾਰਾਜ ਕਿਸੇ ਤਰੀਕੇ ਨਾਲ ਆਪਾਂ ਗੱਲਬਾਤ ਰਾਹੀਂ ਮਸਲਾ ਹੱਲ ਕਰ ਲਈਏ, ਬਾਦਸ਼ਾਹ ਕਹਿ ਰਿਹਾ ਹੈ। ਗੁਰੂ ਸਾਹਿਬ ਜੀ ਨੇ 2 ਉੱਥੇ ਗੱਲਾਂ ਕਹੀਆਂ। ਇੱਕ ਬਚਨ ਕੀਤਾ, ਸਿੱਖ ਉਪਦੇਸ਼ ਦੇਣ ਆਉਂਦਾ ਕਿ ਲੈਣ ਆਉਂਦਾ ਹੈ। ਦੂਜਾ ਬਚਨ ਕੀਤਾ, ਜਿਸ ਸਮੇਂ ਲਾਹੌਰ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਉੱਪਰ ਤਸ਼ੱਦਦ ਕੀਤੇ ਗਏ, ਜਦੋਂ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ 'ਚ ਚਿਣਿਆ ਜਾ ਰਿਹਾ ਸੀ, ਇੰਨੇ ਮਹੀਨੇ ਅਨੰਦਪੁਰ ਸਾਹਿਬ ਆਪ ਕੁਛ ਵਾਪਰਿਆ, ਉਦੋਂ ਤਾਂ ਤੁਹਾਡੇ 'ਚੋਂ ਕੋਈ ਨਹੀਂ ਬਾਹਰ ਨਿੱਤਰ ਕੇ ਆਇਆ ਕਿ ਤੁਹਾਡੀ ਕਿਸੇ ਤਰ੍ਹਾਂ ਗੱਲਬਾਤ ਨਾਲ ਹੀ ਮਸਲਾ ਹੱਲ ਕਰਾ ਦਈਏ। ਹੁਣ ਸਮਾਂ ਲੰਘ ਚੁੱਕਿਆ। ਉਹ ਜਿਹੜੇ ਪੰਚਾਇਤੀ ਲੋਕ ਆਏ ਸੀ ਉਹਨਾਂ ਦੇ ਦਿਲ ਘਬਰਾ ਗਏ। ਗੁਰੂ ਸਾਹਿਬ ਮੰਨ ਨਹੀਂ ਰਹੇ ਤੇ ਬਾਦਸ਼ਾਹ ਨੇ ਸਾਡੇ ਤੇ ਜ਼ੋਰ ਪਾਉਣਾ ਕਿ ਤੁਸੀਂ ਸੁਲਾਹ ਕਰਾਓ। ਉਹ ਕਹਿਣ ਲੱਗੇ ਮਹਾਰਾਜ ਜੇ ਫਿਰ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਫਿਰ ਤੁਹਾਡਾ ਸੰਬੰਧ ਕੀ ਹੈ? ਗੁਰੂ ਸਾਹਿਬ ਨੇ ਕਿਹਾ ਲਿਖ ਕੇ ਦਿਓ, ਤੁਹਾਡਾ ਮੇਰਾ ਕੋਈ ਸੰਬੰਧ ਨਹੀਂ। ਉੱਥੇ ਲਿਖਿਆ ਪੰਚਾਇਤੀ ਲੋਕਾਂ ਨੇ। ਜਦੋਂ ਲਿਖ ਕੇ ਵਾਪਸ ਮੁੜਨ ਲੱਗੇ, ਮਾਈ ਭਾਗੋ ਨੇ ਉਦੋਂ ਹੋਕਾ ਦਿੱਤਾ, ਓਏ ਗੁਰੂ ਦੇ ਸਿੱਖੋ, ਕਰਨ ਕੀ ਆਏ ਸੀ ਤੇ ਕਰਕੇ ਕੀ ਚੱਲੇ ਹੋ? ਕਰਨ ਆਏ ਸਾ ਗੁਰੂ ਦੇ ਨਾਲ ਨਿਭਾਂਗੇ, ਕਰਕੇ ਚੱਲਿਓ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗੁਰੂ ਦੇ ਨਾਲੋਂ ਤੋੜ ਕੇ ਚੱਲੇ ਜੇ। ਜਿਹੜਾ ਗੁਰੂ ਦੇ ਨਾਲ ਨਿਭਣਾ ਚਾਹੁੰਦਾ ਹੈ, ਲਕੀਰ ਖਿੱਚੀ ਹੈ, ਛਾਲ ਮਾਰ ਕੇ ਇੱਧਰ ਆ ਜਾਓ। ਜਿਹਨੂੰ ਬਾਕੀ ਕੋਈ ਆਪਣਾ ਪਰਿਵਾਰ ਜਾਂ ਸਿਰ ਜਾਨਾਂ ਪਿਆਰੀਆਂ ਜਾ ਸਕਦੇ ਆ। ਉਦੋਂ ਫਿਰ ਨਿੱਤਰ ਕੇ 40 ਸਿੱਖ ਜਿਹੜੇ ਸੀ ਜਰਨੈਲ ਛਾਲਾਂ ਮਾਰ ਕੇ ਆ ਗਏ, ਅਸੀਂ ਗੁਰੂ ਦੇ ਨਾਲ ਨਿਭਣਾ। ਉਹਨੇ ਚਿਰ ਨੂੰ ਦੇਖਿਆ ਗੁਰੂ ਸਾਹਿਬ ਅੱਗੇ ਚਲੇ ਗਏ ਨੇ। ਵਿਚਾਰ ਕੀਤੀ, ਪਿੱਛੇ ਦੇਖਿਆ ਕਿ ਧੂੜ ਉੱਡਦੀ ਆ ਰਹੀ ਹੈ ਤਾਂ ਮੈਂ ਦੁਸ਼ਮਣ ਚੜ੍ਹ ਕੇ ਆ ਗਿਆ। ਵਿਚਾਰ ਕੀਤੀ ਕਿ ਜੇ ਅਸੀਂ ਗੁਰੂ ਸਾਹਿਬ ਵੱਲ ਨੂੰ ਗਏ ਤਦ ਤੱਕ ਦੁਸ਼ਮਣ ਨੇ ਹਮਲਾ ਬੋਲ ਦੇਣਾ। ਕਿੰਨਾ ਚੰਗਾ ਹੋਵੇ ਕਿ ਆਪਾਂ ਦੁਸ਼ਮਣ ਨੂੰ ਇੱਥੇ ਰੋਕ ਲਈਏ, ਕਿਉਂਕਿ ਜਿਹੜੀ ਖਦਰਾਣੇ ਦੀ ਢਾਬ ਹੈ ਨਾ, ਤੁਹਾਨੂੰ ਯਾਦ ਹੋਵੇਗਾ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਸਿੱਖਾਂ ਨੇ, ਭਲਾ ਉਹ ਸਿੱਖ ਕਿਹੜੇ ਪਾਸਿਓਂ ਆਏ ਸੀ? ਬੀਕਾਨੇਰ ਦੇ ਇਲਾਕੇ ਚੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਈ ਮਹੀਨੇ ਦਮਦਮਾ ਸਾਹਿਬ ਦੀ ਧਰਤੀ ਤੇ ਰਹੇ। ਬਠਿੰਡੇ ਜ਼ਿਲ੍ਹੇ 'ਚ ਹੈ ਨਾ ਦਮਦਮਾ ਸਾਹਿਬ ਵੀ, 32 ਕਿਲੋਮੀਟਰ, 5ਵਾਂ ਤਖਤ ਜਿਹਨੂੰ ਆਪਾਂ ਕਹਿੰਦੇ ਹਾਂ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੁਬਾਰਾ ਬੀੜ ਜਿਹੜੀ ਸੀ ਤਿਆਰ ਕੀਤੀ ਗਈ। ਉੱਥੋਂ ਦਾ ਇੱਕ ਚੌਧਰੀ ਹੈ, ਪਿੰਡ ਦਾ ਚੌਧਰੀ ਕਹਿ ਲਓ, ਪਿੰਡ ਦਾ ਸਰਪੰਚ ਹੈ ਭਾਈ ਡੱਲਾ। ਉਹਨੂੰ ਵਜ਼ੀਰ ਖਾਂ ਚਿੱਠੀ ਭੇਜਦਾ ਹੈ। ਵਜ਼ੀਰ ਖਾਂ ਕੌਣ ਹੈ? ਮੁੱਖ ਮੰਤਰੀ ਸੂਬਾ। ਇੱਕ ਮੁੱਖ ਮੰਤਰੀ ਸਰਪੰਚ ਨੂੰ ਚਿੱਠੀ ਭੇਜ ਰਿਹਾ ਹੈ ਕਿ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਵਾ। ਮੁਕਤਸਰ ਉਹ ਫੌਜ ਭੇਜ ਸਕਦਾ ਜੰਗ ਲੜਨ ਲਈ, ਦਮਦਮਾ ਸਾਹਿਬ ਨਹੀਂ ਭੇਜ ਸਕਦਾ। ਕਾਰਨ ਕੀ? ਇੱਕ ਪਿੰਡ ਦਾ ਸਰਪੰਚ ਚੌਧਰੀ ਡੱਲਾ ਵਜ਼ੀਰ ਖਾਨ ਨੂੰ ਕਹਿੰਦਾ ਮੇਰੇ ਵੱਲ ਮੂੰਹ ਨਾ ਕਰੀ, ਕਿਤੇ ਇਸ ਪਾਸੇ ਤੂੰ ਮੂੰਹ ਨਾ ਕਰੀ। ਪਿੰਡ ਦੇ ਸਰਪੰਚ ਦੀ ਇੰਨੀ ਹਿੰਮਤ ਕਿ ਉਹ ਮੁੱਖ ਮੰਤਰੀ ਨੂੰ ਕਹਿ ਦੇ ਕਿ ਤੂੰ ਮੇਰੇ ਪਿੰਡ ਵੱਲ ਮੂੰਹ ਨਾ ਕਰੀ। ਉਹਦਾ ਕਾਰਨ ਹੈ ਦਮਦਮਾ ਸਾਹਿਬ ਤੇ ਖਦਰਾਣੇ ਦੀ ਢਾਬ ਤੋਂ ਅਗਲਾ ਹਿੱਸਾ, ਇਹ ਸਾਰੇ ਦਾ ਸਾਰਾ ਮੁਲਤਾਨ ਦੇ ਅਧੀਨ ਹੈ। ਇਹ ਸਰਹੱਦ ਸੀ। ਇਧਰਲਾ ਪਾਸਾ ਦਿੱਲੀ ਦੇ ਅਧੀਨ ਹੈ।
ਇਹ ਉਹਨਾਂ ਦੀ ਸਰਹੱਦ ਨੂੰ ਪਾਰ ਕਰਕੇ ਨਹੀਂ ਸੀ ਜਾ ਸਕਦੇ ਦੁਸ਼ਮਣ। ਇਸ ਕਰਕੇ 9 ਮਹੀਨੇ ਕੁਝ ਵਿਦਵਾਨਾਂ ਨੇ ਲਿਖਿਆ, ਕੁਝ ਵਿਦਵਾਨਾਂ ਨੇ ਇਸ ਤੋਂ ਜ਼ਿਆਦਾ ਵੀ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵੰਡੀ ਸਾਬੋ ਦਮਦਮਾ ਸਾਹਿਬ ਰਹੇ ਆ, ਪਰ ਹਿੰਮਤ ਨਹੀਂ ਪਈ ਕਿਸੇ ਦੀ ਜਾ ਕੇ ਉੱਥੇ ਹਮਲਾ ਕਰ ਜਾਣ। ਹਿੰਮਤ ਨਹੀਂ ਪਈ। ਬਠਿੰਡੇ ਤੋਂ 32 ਕਿਲੋਮੀਟਰ ਹੀ ਹੈ ਕੁੱਲ। ਜਦੋਂ ਜੰਗ ਲੜੀ, ਜੰਗ ਇੱਥੇ ਸਿੰਘ ਸ਼ਹੀਦ ਹੋ ਗਏ, ਮਾਈ ਭਾਗੋ ਜ਼ਖਮੀ ਹੋ ਗਈ, ਭਾਈ ਮਹਾਂ ਸਿੰਘ ਹੁਣੀ ਜ਼ਖਮੀ ਹੋ ਗਏ ਨੇ। ਜਦੋਂ ਵੇਖਿਆ ਇਹਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਉਹਨਾਂ ਨੂੰ ਮਿਲੇ, ਪਤਾ ਲੱਗ ਗਿਆ ਗੁਰੂ ਗੋਬਿੰਦ ਸਿੰਘ ਜਿਉਂਦਾ ਹੈ, ਉਹ ਸਰਹੱਦ ਪਾਰ ਕਰ ਚੁੱਕਿਆ ਹੈ। ਇੱਥੋਂ ਦੁਸ਼ਮਣ ਵਾਪਸ ਮੁੜ ਗਿਆ। ਉਹਨੇ ਇੱਕ ਕਦਮ ਅੱਗੇ ਨਹੀਂ ਪੁੱਟਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਲਣ ਵਾਸਤੇ, ਕਿਉਂਕਿ ਪਤਾ ਸੀ ਅੱਗੇ ਅਸੀਂ ਜਾ ਨਹੀਂ ਸਕਦੇ, ਅੱਗੇ ਮੁਲਤਾਨ ਦਾ ਇਲਾਕਾ ਆ ਗਿਆ ਹੈ। ਜਦੋਂ ਵੀ ਕਿਤੇ ਜੇ ਹਮਾਯੂੰ ਦੀ ਹਾਰ ਹੁੰਦੀ ਹੈ ਸ਼ੇਰ ਸ਼ਾਹ ਦੇ ਕੋਲੋਂ, ਉਹ ਵੀ ਮੁਲਤਾਨ ਨੂੰ ਜਾਂਦਾ ਸੀ, ਉੱਥੇ ਜਾ ਕੇ ਪਨਾਹ ਲੈਂਦਾ ਸੀ। ਪਤਾ ਸੀ ਉਸ ਇਲਾਕੇ ਚਲੇ ਗਏ ਅਸੀਂ ਸੇਫ ਹਾਂ। ਇਸੇ ਕਰਕੇ ਜਦੋਂ ਪੰਜਾਬ ਦੇ ਵਿੱਚ ਅੱਤ ਦਾ ਜ਼ੁਲਮ ਵਰਿਆ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ, ਜਦੋਂ ਘਰਾਂ ਚੋਂ ਕੱਢ ਕੇ ਸਿੱਖ ਸ਼ਹੀਦ ਕਰਨੇ ਸ਼ੁਰੂ ਕਰ ਦਿੱਤੇ ਸੀ, ਉਦੋਂ ਸਿੱਖ ਉਸ ਪਾਸੇ ਬੁੱਢੇ ਜੌੜ ਜੰਗਲਾਂ ਦੇ ਵਿੱਚ ਜਾ ਕੇ ਰੁਕੇ ਸੀ, ਕਿਉਂਕਿ ਪਤਾ ਸੀ ਉਸ ਹਲਕੇ ਦੇ ਵਿੱਚ ਉਸ ਸਰਹੱਦ ਤੋਂ ਅੱਗੇ ਇੱਧਰ ਦੀ ਜਾ ਨਹੀਂ ਸਕਦੀ ਫੌਜ, ਉੱਥੇ ਅਸੀਂ ਸੇਫ ਹਾਂ। ਇਸੇ ਕਰਕੇ ਉੱਥੇ ਰਹਿੰਦੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਵੀ ਇਸੇ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਹੋਈ, ਕਿਉਂਕਿ ਪਤਾ ਸੀ ਇੱਥੇ ਸੇਫ ਆ, ਇੱਥੇ ਦੁਸ਼ਮਣ ਆ ਕੇ ਵਿਘਨ ਨਹੀਂ ਪਾ ਸਕਦਾ। ਹੁਣ ਉੱਥੇ ਖਿਦਰਾਣੇ ਦੀ ਢਾਬ ਤੇ ਜੰਗ ਹੋਈ ਹੈ, ਕਮਸਾਨ ਦੀ ਜੰਗ ਹੋਈ ਹੈ, ਵਿਉਂਤਬੰਦੀ ਜੰਗ ਹੋਈ ਹੈ। ਜੰਗ ਉਸੇ ਤਰੀਕੇ ਦੇ ਨਾਲ ਹੋਈ ਜਿਸ ਤਰ੍ਹਾਂ ਚਮਕੌਰ ਦੀ ਗੜੀ 'ਚ ਹੋਈ ਹੈ। 5-5 7-7 ਸਿੱਖਾਂ ਦੇ ਜਥੇ ਜਾਂਦੇ ਰਹੇ। ਅਖੀਰ ਜਦੋਂ ਜੰਗ ਖਤਮ ਹੋ ਗਈ, ਮੁਗਲਈਆ ਫੌਜ ਵਾਪਸ ਮੁੜ ਗਈ। ਗੁਰੂ ਸਾਹਿਬ ਜਦੋਂ ਆਏ ਨੇ ਉੱਥੇ ਖਿਦਰਾਣੇ ਦੀ ਢਾਬ ਤੇ, ਢਾਬ ਦਾ ਅਰਥ ਹੈ ਛੱਪੜ। ਗੁਰੂ ਸਾਹਿਬ ਜੀ ਤੁਹਾਡੇ ਚੋਂ ਜਿਹੜੇ ਮੁਕਤਸਰ ਸਾਹਿਬ ਗਏ ਹੋਣਗੇ ਉਹਨਾਂ ਦਰਸ਼ਨ ਕੀਤੇ ਹੋਣਗੇ। ਅੱਗੇ ਟਿੱਬੀ ਸਾਹਿਬ ਗੁਰਦੁਆਰਾ ਹੈ, ਉੱਚਾ ਥਾਂ। ਗੁਰੂ ਸਾਹਿਬ ਉਸ ਥਾਂ ਤੇ, ਕਿਉਂਕਿ ਉਹ ਸਰਹੱਦ ਤੋਂ ਦੂਜੇ ਪਾਸੇ ਚਲੇ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਆ ਕੇ ਫਿਰ ਜਦੋਂ ਦੇਖੇ ਜ਼ਖਮੀ ਹੋਏ ਸਿੱਖ ਨੇ, ਜਿਹੜੇ ਸ਼ਹੀਦ ਸਿੱਖ ਨੇ, ਉਹਨਾਂ ਦੇ ਹੱਥੀਂ ਸੰਸਕਾਰ ਜ਼ਖਮੀਆਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਉੱਥੇ ਭਾਈ ਮਹਾਂ ਸਿੰਘ ਦਾ ਉਹ ਸਾਰਾ ਇਤਿਹਾਸ ਆਪਾਂ ਬਹੁਤ ਵਾਰ ਪੜ੍ਹਿਆ ਸੁਣਿਆ। ਗੁਰੂ ਸਾਹਿਬ ਜੀ ਨੇ ਗੋਦੀ ਵਿੱਚ ਉਹਨਾਂ ਦਾ ਸਿਰ ਰੱਖਿਆ, ਉਹਨਾਂ ਨੂੰ ਪੁੱਛਿਆ ਕੋਈ ਤੁਹਾਡੇ ਦਿਲ ਦੀ ਤਮੰਨਾ, ਕੋਈ ਆਪਣੇ ਅੰਦਰ ਦੀ ਗੱਲ। ਕਹਿਣ ਲੱਗੇ ਮਹਾਰਾਜ ਜਿਹੜਾ ਹੁਣੇ ਇੱਥੇ ਲਿਖ ਕੇ ਦਿੱਤਾ ਸੀ ਨਾ ਤੁਹਾਨੂੰ ਬਦਾਵਾ, ਪਹਿਲਾਂ ਮੇਰੀ ਅੱਖਾਂ ਦੇ ਸਾਹਮਣੇ ਪਾੜ ਦੇ, ਆਹ ਮੂੰਹ ਲੈ ਕੇ ਅਸੀਂ ਘਰ ਕਿਵੇਂ ਜਾਈਏ। ਗੁਰੂ ਸਾਹਿਬ ਜੀ ਨੇ ਉਸੇ ਵੇਲੇ ਆਪਣੀ ਜਿਹੜੀ ਕਮਰ ਦੇ ਵਿੱਚੋਂ ਬਦਾਵਾ ਕੱਢਿਆ ਤੇ ਉਹ ਉੱਥੇ ਪਾੜਿਆ। ਅਸਲ ਦੇ ਵਿੱਚ ਇਹ ਇਲਾਕਿਆਂ ਨੂੰ ਲੜਾਉਣਾ, ਆਹ ਇਲਾਕੇ ਨੇ ਆਹ ਗੁਰੂ ਨਾਲ ਧੋਖਾ ਕੀਤਾ, ਇਕੱਲੇ ਮਾਝੇ ਵਾਲਿਆਂ ਨਾਲ ਨਹੀਂ ਹੋਇਆ, ਮਾਲਵੇ ਵਾਲਿਆਂ ਨਾਲ ਵੀ ਹੋਇਆ। ਤੁਹਾਨੂੰ ਯਾਦ ਹੋਵੇਗਾ ਢਾਡੀ ਬੜਾ ਪ੍ਰਚਾਰ ਦੇ ਰਹੇ ਸਾਡੇ ਵਿੱਚ ਆ ਕੇ। ਉਹ ਜੀ ਗੁਰੂ ਸਾਹਿਬ ਜਾ ਰਹੇ ਸੀ ਤੇ ਸਿੱਖਾਂ ਨੇ ਅੱਗੋਂ ਕੀ ਕੀਤਾ ਕਿ ਘੋੜੇ ਦੀ ਵਾਗ ਫੜ ਕੇ ਖੜ ਕੇ ਕਹਿਣ ਲੱਗੇ ਮਹਾਰਾਜ ਪਹਿਲਾਂ ਤਨਖਾਹਾਂ ਦਿਓ। ਮਲਵਈਆਂ ਨੇ ਤਨਖਾਹਾਂ ਮੰਗੀਆਂ ਤਾਂ ਕਿ ਇੱਕ ਦੂਜੇ ਨੂੰ ਤਾਨੇ ਮਿਹਣੇ ਮਾਰਨ ਲੱਗ ਗਿਆ। ਉਹ ਕਹਿਣ ਤੁਸੀਂ ਗੁਰੂ ਨਾਲ ਗਦਾਰੀ, ਉਹ ਕਹਿਣ ਤੁਸੀਂ ਗੁਰੂ ਨਾਲ ਗਦਾਰੀ। ਉਹ ਜਿਹੜੇ ਇੰਨੇ ਸਾਲ ਇੰਨੇ ਮਹੀਨੇ ਗੁਰੂ ਸਾਹਿਬ ਜੀ ਨਾਲ ਨਿਭੇ ਹੋਣ, ਉਹ ਸਿੱਖ ਕਦੇ ਵੀ ਗੁਰੂ ਦੇ ਨਾਲ ਗਦਾਰੀ ਨਹੀਂ ਕਰ ਸਕਦੇ। ਉਹ ਸਿੱਖ ਤੇ ਇਹੋ ਜਿਹੇ ਰੰਗੇ ਹੋਏ ਸਿੱਖ ਹੁੰਦੇ ਨੇ ਕਿ ਉਹ ਤੇ ਗੁਰੂ ਦੀ ਖਾਤਰ ਆਪਣੇ ਪਰਿਵਾਰ ਤੱਕ ਜਿਹੜੇ ਨੇ ਗੁਰੂ ਤੋਂ ਨਿਸ਼ਾਵਰ ਕਰ ਦਿੰਦੇ ਨੇ। ਫਿਰ ਗੁਰੂ ਸਾਹਿਬ ਦੇ ਨਾਲ ਵਰਸਾਏ ਹੋਏ ਸਿੱਖ ਕਿਤੇ ਗੁਰੂ ਨੂੰ ਤੋਂ ਬੇਮੁਖ ਹੋ ਜਾਣ। ਗੁਰੂ ਰਹਿਮਤ ਕਰੇ ਨੁਕਤੇ ਸਾਡੀ ਪਕੜ 'ਚ ਆ ਜਾਣ। ਇੱਕ ਇਤਿਹਾਸ ਦਾ ਨੁਕਤਾ ਹੋਰ ਸਾਂਝਾ ਕਰ ਲਵਾਂ। ਇਹ ਮੈਂ ਤਾਂ ਥੋੜ੍ਹੇ ਤੁਹਾਡੇ ਨਾਲ ਜਿਹੜੇ ਮਿਲਗੋਬੇ ਵਾਲੀਆਂ ਚੀਜ਼ਾਂ ਖੋਲ੍ਹ ਰਿਹਾ ਵਾਂ, ਕਿਉਂਕਿ ਇਹ ਬੜੇ ਚਿਰਾਂ ਤੋਂ ਅਸੀਂ ਸੁਣਦੇ ਆ ਰਹੇ, ਕਿਤੇ ਅਸੀਂ ਪੜ੍ਹ ਕੇ ਵੇਖੀਏ ਵੀ ਸੀ ਸੱਚਾਈ ਕੀ ਹੈ। ਇੱਕ ਬੜਾ ਵੱਡਾ ਪਾਤਰ ਹੈ ਸਾਡੇ 'ਚ ਆਉਂਦਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜਿਆ। ਉਹ ਹੈ ਗੰਗੂ ਬ੍ਰਾਹਮਣ। ਉਹਦੇ ਬਾਰੇ ਜਿਹੜਾ ਪ੍ਰਚਾਰ ਕੀਤਾ ਗਿਆ ਕਿ ਉਹ 21 ਸਾਲ ਗੁਰੂ ਘਰ ਦਾ ਰਸੋਈਆ ਰਿਹਾ। ਇਹੀ ਪੜ੍ਹਦੇ ਸੁਣਦੇ ਆ ਰਹੇ ਨਾ। ਮੈਂ ਤੁਹਾਨੂੰ ਪਹਿਲਾਂ ਦੱਸਿਆ, ਮੈਨੂੰ ਥੋੜ੍ਹੀ ਜਿਹੀ ਆਦਤ ਹੈ ਪੜ੍ਹਨ ਦੀ ਬਹੁਤ ਹੈ। ਮੈਨੂੰ ਜਿੱਥੇ ਕਿਤੇ ਮੇਰੇ ਦਿਮਾਗ 'ਚ ਕੋਈ ਗੱਲ ਹੋ ਜਾਵੇ ਨਾ, ਫਿਰ ਮੈਂ ਕੋਸ਼ਿਸ਼ ਕਰਦਾ ਵੀ ਹੋਰ ਦੂਜਿਆਂ ਨੂੰ ਵੀ ਪੜ੍ਹਾਂ, ਰਿਐਲਿਟੀ ਬਾਹਰ ਤੇ ਆਵੇ। ਇਹਦਾ ਮਤਲਬ ਜਿਹੜਾ 21 ਸਾਲ ਗੁਰੂ ਕੇ ਲੰਗਰਾਂ 'ਚ ਰਹਿ ਕੇ ਸੇਵਾ ਕੀਤੀ ਹੋਵੇ ਤੇ ਗੁਰੂ ਦੇ ਬਹੁਤ ਨੇੜੇ ਹੋਵੇਗਾ। ਉਹਦਾ ਜੀਵਨ ਤੇ ਬੜਾ ਪੱਕਾ ਹੋਣਾ ਚਾਹੀਦਾ।
वो तो कच्चे जीवन वाला रहना ही नहीं चाहिए। गुरु के लंगरां विच पानी की सेवा करता है कम्मो माशकी। वो रात माता गुजरी ते दोनों साहबजादे नूं अपने घर विच रखते हैं जो सरसा पार की जाती है। पता भी है सवेरे साडे नाल बहुत बुरा हशर करना सरकार ने, फिर भी रखते हैं। नहीं, इन्हां दे लंगरां च असीं पानी ढोंदे रहे, सेवा करते रहे हैं। तो जिहड़ा गुरु नूं प्रशादा छकाउंदा रहा होवे 21 साल, वो इन्ना कच्चा होगा कि वह मन बेईमान हो गया। दूजी चीज़, माता जी दे कोलों माया दियां धन दियां जिहड़ियां 2 थैलियां सी उन्हां ते बेईमान हो गया। इहदा मतलब उत्थे इतिहास दा खजाने रुड़ गए, वड्डे वड्डे ग्रंथ रुड़ गए, पुत्रा तो प्यारे गुरसिख जख्मी सरसा दे विच रुड़ गए। उन्हां सारियां चीज़ां नूं छड्ड के ये 2 माया दियां थैलियां संभाल के रखियां गईयां। बड़े सवाल खड़े होंदे ने। खैर, गंगू है कौन सी? मैं इसलिए बेनती की पढ़िया करो। पिछले समय भी 84 तो बाद भी ते ए किसानी अंदोलन दे विच भी ये चीज़ां साडे सामने आ गई। बहुत सारे सरकार ने अपने सूये विच पाए होंदे आ, जिहड़े अंदर दी रिपोर्ट देंदे आ बाहर। अंदर दी छोटी छोटी जानकारी उन्होंने रिपोर्ट देनी होंदी है सरकार नूं, की कुछ वापर रहा है अंदर, की कुछ हो रहा है, किवें कुछ चल रहा है अंदर, वो सारा कुछ उन्हें दसना होंदा है। जिहड़े सूये होंदे सी, जिस तरह महाराजा रणजीत सिंह के समय डोगरिया ने किया, ये सूया सी। ये अंदर दियां रिपोर्टां देण वाला सी। गुरु साहब आनंदपुर साहब छड्ड रहे ने, की कुछ वापरिया सारा कुछ अगे रिपोर्टां देंदा हुंदा सी। ये नाल पैड़ दबदा आ रहा किहड़े पासे नूं जा रहे ने। इनू पता सी जदों सरसा पार की कि माता जी इत्थे ने कम्मो माशकी दे घरे। सवेर हुंदी है, दरवाजा खोलदा कम्मो माशकी, जदों माता जी बाहर निकलते हैं सामने देखते हैं कि गंगू खड़ा है। नहीं तो सवाल खड़ा होगा कि इनू किस तरह पता सी कि माता जी इन्हां दे घर रात रुके हुए। इहदा पिंड ते खेड़ी है जां सहेड़ी कह लो। ये सूया है, रिपोर्ट देने वाला। ये नाल लैके, क्योंकि जदों किसी ने भी किसी की सूह लैनी होंदी है ना, उदों बिल्कुल उन्हां दे विच रच मिच के उन्हां दा विश्वास जितण की कोशिश करते हैं लोग। दूर ना जाओ, छोटी जी घटना तुहानूं मैं सांझी करावां, पकड़ च आ जाएगी गल। अंग्रेज़ां दे खिलाफ धर्मी जरनैलां ने बहुत वड्डी लड़ाई लड़ी। उन्हां विचों एक दा नाम है बाबा राम सिंह, जिहड़े नामधारी संस्था है ना, इन्हां दे मुखी बाबा राम सिंह शस्त्रधारी जरनैल सी। जदों इन्हां नूं काले पानी की सज़ा हुई, जहाज बिठाउण लगे, उदों पुछया गया कोई तुहाडी तमन्ना होवे जां कुछ भी तुसी जो भी तुहाडी आखिरी इच्छा होवे, क्योंकि जदों भी किसी नूं कोई इस तरह की सजाए मौत वाला हिसाब भी जिउंदे वापस ही नहीं आउणा, तो उदों आखिरी इच्छा जरूर पुछी जाती है। ये हुण भी चलदा इन्हां दे कानून विच। उन्होंने कहा कि आ जिहड़ा मेरा सेवादार है गड़वई है, शुरू तो मेरे नाल रहा है, इनू मेरे नाल भेज दिओ, जिन्ना समा मैं जिउंदा उन्ना चिर मेरे नाल रवे। ये मेरे बगैर किवें रवेगा, तो मेरी बहुत सेवा करता रहा है। तुसीं पढ़िया ना सारिਆਂ ने। उन्हें गड़वा अगे करके कहता बाबा चक, मैं ही तो तेनों इत्थे पहुँचाउण वाला, मैं तेरा गड़वाई नहीं, मैं सरकार दा सूइयां वां, मैं ही तो तेरी सारी CID इन्हां नूं दसदा रहा वां। रिपोर्ट ये लिखतां दे विच है, पर ये कोई पुरानियां इतिहास नहीं है, नवां इतिहास है। 2009 की घटना, मैं उस टाइम ते गुरुद्वारा बंगला साहिब सी। मालवे के इलाके दे विच एक पिंड है, उस पिंड की वोट करीबन 2,500 तो उपर है। इत्थों समझ सकते पिंड किड्डा वड्डा होवेगा। और उस पिंड की खूबसूरती है एक, उस पूरे पिंड विच इक्को गुरुद्वारा साहिब है। इसदा मतलब उत्थों के लोगों में प्यार कितना होवेगा, ये आप अंदाजा ला सकते हैं। वो हर साल ना खेडां कराउंदे ने, ते उन्होंने मेरे नाल संपर्क किया दिल्ली, कहन लगे जी साडे ना कभी गुरमत समागम नहीं होया, असीं चाहुंदे असीं अमृत संचार का इत्थे समागम करिए।
ਸਾਡੇ ਪਿੰਡ ਵੀ ਅੰਮ੍ਰਿਤ ਸੰਚਾਰ ਹੋਵੇ। ਬਹੁਤ ਪੁਰਾਣੇ ਸਮਿਆਂ 'ਚ ਕਹਿੰਦੇ ਹੁੰਦਾ ਰਿਹਾ ਹੈ, ਪਰ ਕਾਫੀ ਸਮੇਂ ਤੋਂ ਰੁਕਿਆ ਹੋਇਆ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਜੇ ਅੰਮ੍ਰਿਤ ਸੰਚਾਰ ਦਾ ਕਰਨਾ ਹੈ, ਫਿਰ ਜਿਹੜੇ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਘੱਟੋ ਘੱਟ ਪਹਿਲਾਂ ਨੂੰ ਜ਼ਮੀਨ ਤਿਆਰ ਆਪਾਂ ਕਰ ਲਈਏ, ਫਿਰ ਹੀ ਛੱਟਾ ਦਈਏ। ਉਹਨਾਂ ਨੂੰ ਪਤਾ ਤਾਂ ਹੋਵੇ ਸਿੱਖੀ ਹੈ ਕੀ। ਇਹ ਵੀ ਨਹੀਂ ਵੀ ਧੱਕੇ ਨਾਲ ਹੀ ਛਕਾ ਕੇ ਦੇ ਬਾਅਦ ਵਿੱਚ 6 ਮਹੀਨਿਆਂ ਬਾਅਦ ਫਿਰ ਪਹਿਲੇ ਰੰਗ 'ਚ ਅਗਲੇ ਆਏ ਹੋਣ। ਕਹਿੰਦੇ ਜੀ ਕੀ ਕਰਨਾ ਪਏਗਾ? ਮੈਂ ਕਿਹਾ 1 ਮਹੀਨਾ ਲਗਾਤਾਰ ਦੋਨੋਂ ਟਾਈਮ ਤੁਹਾਡੇ ਪਿੰਡ ਦੇ ਵਿੱਚ ਕਥਾ ਹੋਵੇਗੀ। ਗੁਰਬਾਣੀ ਕੀ ਕਹਿ ਰਹੀ ਹੈ ਸਾਨੂੰ, ਕੀ ਸਮਝਾ ਰਹੀ, ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡਾ। ਔਰ ਵੱਖ-ਵੱਖ ਵਿਦਵਾਨ ਆਉਣਗੇ, ਜਿਸ ਤਰ੍ਹਾਂ 2-4 ਦਿਨ ਇੱਕ ਵਿਦਵਾਨ ਹੈ, ਦੂਸਰੇ 2-4 ਦਿਨ ਕੋਈ ਹੋਰ ਵਿਦਵਾਨ ਆ ਗਿਆ, ਇਸ ਤਰ੍ਹਾਂ ਵੰਡ ਕੇ ਕਰਾਂਗੇ। ਕਹਿਣ ਲੱਗੇ ਜੀ ਬਹੁਤ ਵਧੀਆ ਹੈ। ਤੇ ਪ੍ਰੋਗਰਾਮ ਸ਼ੁਰੂ ਹੋ ਗਏ। ਹਫ਼ਤੇ ਕੁ ਬਾਅਦ ਮੈਨੂੰ ਉੱਥੋਂ ਫੋਨ ਆਇਆ, ਕਹਿਣ ਲੱਗੇ ਜੀ ਬੜਾ ਸਕਸੈਸ ਹੋ ਰਿਹਾ ਆਪਣਾ ਪ੍ਰੋਗਰਾਮ। ਮੈਂ ਕਿਵੇਂ? ਕਹਿੰਦੇ ਜੀ ਆਪਣੇ ਤੇ ਘੱਟੋ ਘੱਟ 250 ਤੋਂ ਉੱਪਰ ਨਾਂ ਆ ਗਏ ਨੇ ਜਿਨ੍ਹਾਂ ਨੇ ਹਾਮੀ ਭਰੀ ਕਿ ਅਸੀਂ ਵੀ ਅੰਮ੍ਰਿਤ ਛਕਣਾ। ਮੈਂ ਕਿਹਾ ਚਲੋ ਵਧੀਆ ਹੈ। ਜਦੋਂ ਰਹਿ ਗਏ ਨਾ 10 ਕੁ ਦਿਨ, ਢੱਠੇ ਜੇ ਮਨ ਦੇ ਨਾਲ ਉਹ ਪ੍ਰਬੰਧਕਾਂ ਦਾ ਫੋਨ ਆਇਆ, ਕਹਿਣ ਲੱਗੇ ਭਾਈ ਸਾਹਿਬ ਪ੍ਰੋਗਰਾਮ ਆਪਣਾ ਫਲੋਪ ਹੋ ਗਿਆ। ਮੈਂ ਕਿਵੇਂ? ਕਹਿੰਦੇ 10 ਕੀ ਨਾਂ ਰਹਿ ਗਏ। ਮੈਂ ਕੀ ਗੱਲ ਹੋਈ? ਮੈਂ ਤਾਂ ਸੋਚਿਆ ਸੀ ਵੀ ਹੁਣ ਤੇ 600-700 ਤੋਂ ਟੱਪ ਕੇ ਹੋਣਗੇ। ਕਹਿੰਦੇ ਜੀ ਉਹ ਲੋਕ ਨਾਂ ਕਟਾਈ ਜਾ ਰਹੇ। ਮੈਂ ਕਿਹਾ ਰੀਜ਼ਨ ਕੀ ਹੈ? ਜਿਹੜਾ ਰੀਜ਼ਨ ਸਾਡੇ ਸਾਹਮਣੇ ਆਇਆ, ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦਾ ਭਾਈ ਗ੍ਰੰਥੀ ਹੁੰਦਾ ਹੈ, ਉਹ ਹਰੇਕ ਘਰ ਵਿੱਚ ਜਾਂਦਾ ਹੈ। ਪਰਿਵਾਰ ਦੇ ਜੀਆਂ ਦੇ ਵਿੱਚ ਨਾ ਇੱਕ ਸੁਭਾਅ ਹੈ, ਆਪਣੇ ਵੀ ਹੁੰਦਾ ਸੀ ਪਿੰਡਾਂ 'ਚ, ਵੀ ਘਰਾਂ ਵਿੱਚ ਜਿਹੜੀ ਬਜ਼ੁਰਗ ਮਾਤਾ ਨੇ ਬੜੇ ਚਾਅ ਨਾਲ ਦੱਸਣਾ, ਭਾਈ ਸਾਹਿਬ ਸਾਡੇ ਬੇਟੇ ਨੇ ਵੀ ਨਾਂ ਲਿਖਾਤਾ, ਇਹਨੇ ਵੀ ਅੰਮ੍ਰਿਤ ਛਕ ਲੈਣਾ, ਬੇਟੀ ਨੇ ਵੀ ਲਿਖਾਤਾ, ਉਹਨੇ ਵੀ ਲਿਖਾਤਾ, ਇਹਨੇ ਵੀ ਲਿਖਾਤਾ। ਉਹਨੇ ਸੁਣ ਕੇ ਉਹਨੇ ਅੱਗੋਂ ਕਹਿਣਾ, ਲੈ ਜੇ ਕੱਲ੍ਹ ਨੂੰ ਬੇਟੀ ਦਾ ਤੁਸੀਂ ਜਦੋਂ ਰਿਸ਼ਤਾ ਕਰਨਾ ਕੋਈ ਅੰਮ੍ਰਿਤਧਾਰੀ ਨਾਲ ਗੁੱਲਪਾ, ਫਿਰ ਕੀ ਬਣੂ? ਇਹਦੇ ਪਾਪਾ ਦੀ ਭਾਗੀ ਬਣ ਜੂਗੀ। ਜੇ ਨੌਂ ਨਾ ਅੰਮ੍ਰਿਤਧਾਰੀ ਮਿਲੀ ਫਿਰ ਕੀ ਬਣੂ? ਪਾਪਾ ਦੀ ਭਾਗੀ ਬਣ ਜੂ। ਅਗਲੇ ਨੇ ਕਹਿਣਾ ਹਾਂ ਇਹ ਤਾਂ ਬਹੁਤ ਵੱਡਾ ਗੁਨਾਹ ਹੋ ਜਾਏਗਾ ਸਾਡੇ ਕੋਲੋਂ। ਡਰਾਉਣਾ ਸ਼ੁਰੂ ਕਰਤਾ। ਮੈਂ ਸੋਚੀ ਪੈ ਗਿਆ ਵੀ ਭਾਈ ਸਾਹਿਬ ਨੇ ਤਾਂ ਸਗੋਂ ਪਰਪੱਕ ਕਰਨਾ ਹੁੰਦਾ ਹੈ, ਸਮਝਾਉਣਾ ਹੁੰਦਾ ਹੈ ਉਹਨਾਂ ਨੂੰ, ਉਲਟੀ ਖੇਡ ਕਿਉਂ? ਤੇ ਪੰਜਾਬ ਦੇ ਵਿੱਚ ਨਾ ਇੱਕ ਉਹ ਹੈ ਤੇ ਬੰਦੇ ਥੋੜ੍ਹੇ ਜਿਹੇ ਆ ਗੁੰਡਾ ਟਾਈਪ ਦੇ, ਉਹਨਾਂ ਨੇ ਬਣਾਇਆ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਜਿਹੜੇ ਪਾਠੀ ਸਿੰਘਾਂ ਨੂੰ ਡਾਂਗ ਸੋਟਾ ਫੇਰਦੇ, ਜਿਹੜੇ ਮੈਂ ਇਸ ਲਈ ਗੁੰਡਾ ਟਾਈਪ ਕਹੇ। ਮੈਂ ਜਦੋਂ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਨੂੰ ਕੋਈ ਹੋਰ ਨਾ ਸੁੱਝਦਾ ਔੜਦਾ ਹੋਵੇ ਤੇ ਫਿਰ ਕੋਸ਼ਿਸ਼ ਹੁੰਦੀ ਵੀ ਯਾਰ ਕਿਸੇ ਨਾ ਕਿਸੇ ਪਾਸਿਓਂ ਕੋਈ ਮਸਲਾ ਹੱਲ ਕਰਾਈਏ। ਮੈਂ ਉਹਨਾਂ ਨਾਲ ਸੰਪਰਕ ਕੀਤਾ, ਮੈਂ ਸਾਰੀ ਸਿਚੁਏਸ਼ਨ ਦੱਸੀ। ਉਹ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਫਿਕਰ ਨਾ ਕਰੋ, 2-4 ਦਿਨ ਦੇ ਦਿਓ। ਉਹਨਾਂ 2 ਕੁ ਦਿਨ ਨਾ ਗ੍ਰੰਥੀ ਸਿੰਘ ਦੀ ਐਕਟੀਵਿਟੀ ਚੈੱਕ ਕੀਤੀ, ਕਿੰਨੇ ਕੁ ਵਜੇ ਪਿੰਡੋਂ ਬਾਹਰ ਜਾਂਦਾ, ਕਿੰਨੇ ਕੁ ਵਜੇ ਆਉਂਦਾ, ਕੀ ਕਰਦਾ। ਪਿੰਡੋਂ ਬਾਹਰ ਗਏ ਨੂੰ ਉਹਨਾਂ ਨੇ ਚੱਕ ਲਿਆ ਤੇ ਬਾਹਰ ਖੇਤਾਂ 'ਚ ਲੈ ਗਏ। ਉਹਨਾਂ ਨੇ ਆਪਣਾ ਕੰਮ ਕੀਤਾ ਜੋ ਕਰਦੇ ਹੁੰਦੇ ਨੇ। ਜਦੋਂ ਡਾਂਗ ਸੋਟਾ ਫੇਰਿਆ ਵੀ ਤੂੰ ਇਹ ਕਿਉਂ ਕੰਮ ਵੀ ਲੋਕਾਂ ਨੂੰ ਡਰਾ ਕਿਉਂ ਰਿਹਾ, ਜਿਹੜੀ ਰਿਐਲਿਟੀ ਉਹਨੇ ਦੱਸੀ। ਹੁਣ ਸਾਡੀ ਨਿਗਾਹ 'ਚੋਂ ਗ੍ਰੰਥੀ ਸਿੰਘ ਹੈ, ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਹੈ, ਭਾਈ ਹੈ। ਉਹ ਕਹਿੰਦਾ ਜੀ ਪਿੰਡ ਵਾਲੇ ਦਿੰਦੇ 7,000 ਤਨਖਾਹ, 17,000 ਤਨਖਾਹ ਮਹੀਨੇ ਦੀ ਦਿੰਦੀ ਮੈਨੂੰ ਰਾਸ਼ਟਰੀ ਸਿੱਖ ਸੰਗਤ। ਰਾਸ਼ਟਰੀ ਸਿੱਖ ਸੰਗਤ ਪਤਾ ਕੌਣ ਹੈ? RSS। ਜਿਸ RSS ਦਾ ਆਪਾਂ ਰੌਲਾ ਪਾਉਂਦੇ ਹਾਂ, ਕਹਿੰਦੇ ਉਹ 17,000 ਦਿੰਦੀ ਹੈ। ਕਾਹਦੇ ਲਈ? ਕਿ ਪਿੰਡ ਦੀ ਕੋਈ ਮੀਟਿੰਗ ਹੋਣੀ ਹੈ ਗੁਰਦੁਆਰੇ ਹੋਣੀ ਹੈ, ਕੋਈ ਪੰਚਾਇਤ ਹੋਣੀ ਹੈ ਗੁਰਦੁਆਰੇ ਹੋਣੀ ਹੈ। ਪਿੰਡ ਨੇ ਕਿਹੜੇ ਪਾਸੇ ਨੂੰ ਜਾਣਾ ਹੈ, ਕਿਹਨੂੰ ਸਰਪੰਚ ਬਣਾਉਣਾ ਹੈ, ਕਿਹਨੂੰ ਵੋਟਾਂ ਪਾਉਣੀਆਂ, ਕੀ ਕੁਛ ਹੈ, ਗੁਰਦੁਆਰਾ ਸਾਹਿਬ ਸਾਰੀ ਡਿਸਕਸ ਹੋਣੀ ਹੈ। ਇੱਕੋ ਇੱਕ ਗੁਰਦੁਆਰਾ ਪਿੰਡ ਦੇ ਵਿੱਚ, ਉਹ ਸਾਰੀ ਡਾਇਰੀ ਲਿਖ ਕੇ ਰਿਪੋਰਟ ਭੇਜਣੀ ਹੈ ਏਜੰਸੀ ਨੂੰ ਵੀ ਐਤਕੀ ਸਾਡੇ ਪਿੰਡ ਵਿੱਚ ਆਹ ਕੁਛ ਹੋ ਰਿਹਾ, ਐਤਕੀ ਸਾਡੇ ਪਿੰਡ ਵਿੱਚ ਆਹ ਕੁਛ ਹੋ ਰਿਹਾ। ਹੁਣ ਕੀ ਉਹਨੂੰ ਕਹਾਂਗੇ ਕਿ ਉਹ 21 ਸਾਲ ਤੋਂ ਗੁਰੂ ਘਰ ਦਾ ਗ੍ਰੰਥੀ ਹੈ, ਕਿ ਉਹ ਸੂਈਆ ਹੈ? ਇਸੇ ਤਰੀਕੇ ਦੇ ਨਾਲ ਹੀ 84 ਦੇ ਵਿੱਚ, ਇਸੇ ਤਰੀਕੇ ਦੇ ਨਾਲ ਹੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੇ ਸੂਈਏ ਵਿੱਚ ਪਾਏ ਗਏ ਸੀ, ਤਾਂ ਕਿ ਅੰਦਰ ਦਾ ਭੇਤ ਸਾਨੂੰ ਦੇਣ। ਇਸੇ ਤਰੀਕੇ ਦਾ ਸੂਈਆ ਸੀ ਜਿਹੜਾ ਸਿੱਖੀ ਲਿਬਾਸ ਦੇ ਵਿੱਚ ਰਹਿੰਦਾ ਸੀ, ਉੱਥੇ ਵਿਖਾਵਾ ਵੀ ਕਰਦਾ ਸੀ, ਬੜੀ ਸੇਵਾ ਕਰਦਾ, ਉਹ ਸੀ ਗੰਗੂ।
ਉਹ ਸਿੱਖ ਨਹੀਂ ਸੀ। ਉਹ ਪ੍ਰੀ ਪਲੈਨਿੰਗ ਦੇ ਨਾਲ ਗ੍ਰਿਫਤਾਰ ਕਰਵਾਉਂਦਾ ਹੈ ਸਾਹਿਬਜ਼ਾਦਿਆਂ ਨੂੰ। ਉਹਦੀ ਡਿਊਟੀ ਲੱਗੀ ਹੋਈ ਹੈ, ਉਹ ਆਪਣੀ ਡਿਊਟੀ ਕਰ ਰਿਹਾ ਜਿਵੇਂ ਸਰਕਾਰ ਨੇ ਦੀ ਲਗਾਈ ਹੋਈ ਹੈ। ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਉਂਦਾ ਹੈ। ਅੱਗੋਂ ਆਪਾਂ ਸਾਰਾ ਇਤਿਹਾਸ ਪੜ੍ਹਿਆ ਸੁਣਿਆ, ਕਿਵੇਂ ਉਹਨਾਂ ਨੂੰ ਮਰਿੰਡੇ ਥਾਣੇ ਵਿੱਚ ਪਹਿਲਾਂ ਰੱਖਿਆ ਜਾਂਦਾ ਹੈ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ, ਕਿਵੇਂ ਫਿਰ ਉੱਥੋਂ ਠੰਡੇ ਬੁਰਜ ਵਿੱਚ ਲਿਜਾਇਆ ਜਾਂਦਾ ਹੈ, ਉੱਥੇ ਤਸੀਹੇ ਦਿੱਤੇ ਜਾਂਦੇ ਨੇ, ਬੱਚਿਆਂ ਦੀਆਂ ਉਂਗਲਾਂ ਤਪਦੀ ਰੇਤਾ ਦੇ ਵਿੱਚ ਪਾ ਕੇ ਸਾੜੀਆਂ ਜਾਂਦੇ, ਬਰਨ ਕੀਤੇ ਜਾਂਦੇ ਨੇ ਉਹਨਾਂ ਦੇ ਬੋਟੇ, ਜਿਹੜੇ ਪੋਟੇ ਨੇ ਉਂਗਲਾਂ ਦੇ, ਕਿਵੇਂ ਉਹਨਾਂ ਨੂੰ ਗਲੇਲੇ ਮਾਰੇ ਜਾਂਦੇ ਨੇ ਰੁੱਖਾਂ ਦੇ ਨਾਲ ਬੰਨ੍ਹ ਕੇ, ਉਹਨਾਂ ਨੂੰ ਥੰਮਾਂ ਦੇ ਨਾਲ, ਹਰ ਤਰ੍ਹਾਂ ਦੇ ਤਸੀਹੇ ਦੇ ਕੇ ਵੀ ਜਦੋਂ ਦੇਖਿਆ ਇਹ ਬੱਚੇ ਨਹੀਂ ਸਾਡੀ ਗੱਲ ਮੰਨ ਰਹੇ, ਨਹੀਂ ਈਨ ਮੰਨ ਰਹੇ, ਫਿਰ ਕਹਿ ਦਿੱਤਾ ਸੀ ਇਹਨਾਂ ਨੂੰ ਜਿਉਂਦਿਆਂ ਨੀਹਾਂ 'ਚ ਚਿੜ ਕੇ ਜ਼ਿਬਾ ਕਰ ਦਿੱਤਾ ਜਾਵੇ। ਉਹਨਾਂ ਸਾਹਿਬਜ਼ਾਦਿਆਂ ਨੂੰ ਫਿਰ ਸ਼ਹੀਦ ਕੀਤਾ ਗਿਆ। ਇਹ ਉਹੀ ਦਿਨ ਚੱਲ ਰਹੇ ਨੇ ਸਾਰੇ। ਗੁਰੂ ਰਹਿਮਤ ਕਰੇ ਕਿਤੇ ਨੁਕਤੇ ਸਾਰੇ ਆਪਾਂ ਸਮਝੀਏ, ਇਹਨਾਂ ਚੀਜ਼ਾਂ ਨੂੰ ਆਪਾਂ ਪੜ੍ਹੀਏ, ਵਿਚਾਰੀਏ। ਇੱਥੇ ਸਮਾਪਤੀ ਕਰਦੇ ਹਾਂ, ਬਾਕੀ ਦੀਆਂ ਵਿਚਾਰਾਂ ਆਪਾਂ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਂਝੀਆਂ ਕਰਾਂਗੇ। ਇੱਕ ਨੁਕਤਾ ਹੋਰ ਸਾਂਝਾ ਕਰਨਾ ਹੈ। ਮੈਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੀਵਨੀ ਤੇ ਗੁਰੂ ਸਾਹਿਬ ਜੀ ਦੀ ਜਿੰਨੀ ਵੀ ਰੱਬੀ ਬਾਣੀ ਹੈ ਨਾ, ਸਾਰੀ ਨੂੰ ਬੜੀ ਗਹੁ ਨਾਲ ਸਮਝਿਆ ਹੈ। ਕੋਸ਼ਿਸ਼ ਕਰਦਾ, ਅਜੇ ਵੀ ਕੋਸ਼ਿਸ਼ ਕਰਦਾ ਸਮਝਣ ਦੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿੰਨੀ ਫਾਈਟ ਹੋਈ ਹੈ, ਉਸ ਫਾਈਟ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਹੈ। ਸਿੱਧ ਗੋਸ਼ਟ ਉਹਦਾ ਪ੍ਰੂਫ ਹੈ। ਸਿੱਧ ਲੋਕਾਂ ਨਾਲ ਫਾਈਟ ਦਾ ਮਤਲਬ ਇਕੱਲੀ ਇਹ ਨਹੀਂ ਕਿ ਘਸੁੰਨ ਮੁੱਕੀ ਵਾਲੀ ਲੜਾਈ ਹੁੰਦੀ ਹੈ, ਵਿਚਾਰਾਂ ਦੀ ਲੜਾਈ ਵੀ ਹੁੰਦੀ ਹੈ। ਉਹ ਸਾਰੀ ਦੀ ਸਾਰੀ ਉਹਨਾਂ ਲੋਕਾਂ ਨਾਲ ਹੋਈ ਹੈ ਜਿਹੜੇ ਵਿਹਲੜ ਲੋਕ ਸੀ, ਧਰਮ ਦੇ ਨਾਂ ਤੇ ਜਿਨ੍ਹਾਂ ਨੇ ਅਡੰਬਰ ਬਣਾ ਸਿਰਜੇ ਹੋਏ ਸੀ, ਆਪਣੇ ਮੱਠ ਡੇਰੇ ਬਣਾ ਕੇ ਰਹਿੰਦੇ ਸੀ, ਜਿਹੜੇ ਭੋਰਿਆਂ 'ਚ ਰਹਿੰਦੇ ਸੀ, ਜਿਹੜੇ ਕਿਰਤ ਨਹੀਂ ਸੀ ਕਰਦੇ, ਕਿਰਤ ਤੋਂ ਭਗੌੜੇ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿੰਨੇ ਵੀ ਸਿੱਖ ਪ੍ਰਵਾਨ ਹੋਏ ਨੇ ਨਦਰ ਵਿੱਚ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ, ਇਹ 23 ਤਰੀਕ ਨੂੰ ਆਪਾਂ ਜਿਹੜਾ ਕਿਸਾਨੀ ਅੰਦੋਲਨ ਦਾ ਫਤਿਹ ਜਿਹੜੀ ਹੋਈ ਹੈ, ਸ਼ੁਕਰਾਨਾ ਸਮਾਗਮ ਤੁਸੀਂ ਲਿਖਿਆ ਨਾ, ਉਹਦੇ ਵਿੱਚ ਇਹ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਕਿਰਤ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਸਲ ਦੇ ਵਿੱਚ ਸਾਨੂੰ ਕੀ ਜਿਹੜਾ ਸੀ ਉਹ ਸਿਧਾਂਤ ਬਖਸ਼ਿਸ਼ ਕੀਤਾ ਸੀ। ਗੁਰਬਾਣੀ ਦੇ ਵਿੱਚੋਂ ਹੀ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਨੁਕਤੇ ਸਾਂਝੇ ਕਰਨ ਦੀ। ਜੇ ਰੱਬ ਦਾ ਮਿਲਾਪ ਵੀ ਕਿਸੇ ਨੂੰ ਹੋਇਆ ਹੈ, ਰੱਬ ਵੀ ਜੇ ਕਿਸੇ ਨੂੰ ਮਿਲਿਆ ਹੈ, ਕਿਰਤ ਕਰਨ ਵਾਲੇ ਨੂੰ ਮਿਲਿਆ ਹੈ। ਕਿਰਤ ਤੋਂ ਭਗੌੜਿਆਂ ਨੂੰ ਕਦੇ ਰੱਬ ਦੇ ਨਾਲ ਮਿਲਾਪ ਤੇ ਦੂਰ ਦੀ ਗੱਲ, ਸੁਪਨਾ ਵੀ ਨਸੀਬ ਨਹੀਂ ਜੇ ਹੁੰਦਾ। ਗੁਰੂ ਰਹਿਮਤ ਕਰੇ 23 ਤਰੀਕ 23 ਜਨਵਰੀ ਐਤਵਾਰ ਦਾ ਦਿਨ ਹੈ ਤੇ ਦਿਨ ਦਾ ਸਮਾਗਮ ਹੈ, ਸ਼ੁਕਰਾਨਾ ਸਮਾਗਮ। ਕਰੀਬਨ 10 ਕੁ ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਣੀ ਹੈ ਇਸੇ ਅਸਥਾਨ 'ਤੇ। ਉਸ ਤੋਂ ਬਾਅਦ ਫਿਰ ਕੀਰਤਨ ਕਥਾ ਦਾ ਸਾਰਾ ਪ੍ਰਵਾਹ ਚੱਲੇਗਾ, ਉਹਦੇ ਵਿੱਚ ਆਪਾਂ ਹਾਜ਼ਰੀਆਂ ਭਰਨੀਆਂ ਨੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਦੇਣੀ। ਅੱਜ ਥੋੜ੍ਹਾ ਜਿਹਾ ਮੌਸਮ ਜਿਹੜਾ ਹੈ ਬੜਾ ਖਰਾਬ, ਇਸ ਲਈ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਆਨੰਦ ਸਾਹਿਬ ਦੀ ਸੇਵਾ ਜਿਹੜੀ ਹੈ ਤੁਸੀਂ ਤੇ ਪਿੱਛੋਂ ਕਰ ਲਿਓ, ਕਿਉਂਕਿ ਮੈਂ ਸਵੇਰੇ 4:30 ਵਜੇ ਫਿਰ ਅੱਗੇ ਹਾਜ਼ਰੀ ਭਰਨ ਵਾਸਤੇ ਜਾਣਾ ਹੈ। ਇਸ ਲਈ ਮੈਂ ਆਪ ਜੀ ਕੋਲੋਂ ਛੁੱਟੀਆਂ ਚਾਹੁੰਦਾ ਜੀ। ਭੁੱਲਾਂ ਚੁੱਕਾਂ ਦੀ ਮਾਫੀ ਦਿਓ। ਪਿਆਰ ਵਿੱਚ ਭਿੱਜ ਕੇ ਰਸਨਾ ਦੀ ਸਾਂਝ ਪਾਉਂਦਿਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।